सिमरो अंगद दुख निकंदन। अमरदास गुर हृदय नित त्याग, गुर हृदय नित त्याग। श्री गुरु रामदास गुण गाओ, गुर अर्जन विघ्नन के नाशक, गुर विघ्नन के नाशक। श्री हर गोविंद शुभ सुमत प्रकाशक, गुरु हर राय नमो कर जोरी, नमो कर जोरी। श्री हर कृष्ण मनाए बोरी, तेग बहादुर गुर परम कृपाला, गुर परम कृपाला। श्री गुरु गोविंद सिंह साहिब विशाला, तरों तरा पार पुन पुन शीसा, पुन पुन शीसा। बंदो बार बार जगदीरा, जिसमें अमृत ज्ञान है माणक भगत बैराग। श्री गुरु ग्रंथ साहिब उदद अनुराग। श्री गुरु शब्द कमाए जना, जीते पंच विकार। तिन संतन को बंदना, चरणन पर तार। एक अंकारा सतगुरु ते प्रसाद, वाहेगुरु जी की फतेह। विनाशन सोए, एक अंकारा सतगुरु ते प्रसाद सच होए। वाहेगुरु जी की फतेह। विघ्न विनाशन सोए। सतनाम श्री वाहिगुरु साहिब जी। दोहरा जे को आखे प्रश्न जह, फिर आगे शाही क्या कीना। लाहौर टुटी कै ना टुटी, उतर कहिए तिस दीना। जे को आखे प्रश्न जह। वाहेगुरु जी का खालसा, वाहेगुरु जी की फतेह। पतित पावन भगत वत्सल कृपा निधान, जुगो जुग अटल प्रगट गुरां की देह प्रताख हार। तन तन सतगुरु श्री गुरु ग्रंथ साहिब महाराज जी दे परम पवित्र सत संगत हजूरी दे अंदर नौवें गुरुदेव साहिब श्री गुरु तेग बहादुर साहिब महाराज जी दे महान पावन पवित्र भजन बंदगी तप अस्थान गुरुद्वारा श्री भोरा साहिब जी पातशाही नौवीं विखे दिन के चौथे पैर के सजे हुए दीवाना च हाजरियां भर के दर्शन दीदारे करके लाह प्राप्त कर रहे गुरु प्यारी खालसा साध संगत जी वड्डे भाग हैं जो अमृतमयी बाणी दे कीर्तन आप जी ने श्रवण किए हैं। इतिहास की कथा विचार का समा प्राप्त हो रहा है। कथा कीर्तन सुखदाई सिख का जिहड़ा जीवन है ये कथा अते कीर्तन करन अते सुन दे नाल ही सुखदाई होंदा है।
ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਪ੍ਰਸੰਗ ਸਰਵਣ ਕੀਤਾ। ਅਹਿਮਦ ਸ਼ਾਹ ਅਬਦਾਲੀ ਇਹ ਚੜ੍ਹ ਕੇ ਆਇਆ ਹੈ ਦੂਸਰੀ ਵਾਰ, ਕਿਉਂਕਿ ਮੁਹੰਮਦ ਸ਼ਾਹ ਰੰਗੀਲਾ ਮਰ ਗਿਆ। ਇਹਦੇ 4 ਵਜ਼ੀਰ ਸੀ, ਦੋਵਾਂ ਦੇ ਦਿੱਲੀ ਦੇ ਕਬਜ਼ਾ ਕਰ ਲਿਆ। ਇੱਕ ਨੇ ਦੱਖਣ ਤੇ ਇੱਕ ਨੇ ਪੂਰਬ ਮੱਲ ਲਿਆ। ਜਿਹੜੇ ਦਿੱਲੀ ਵਾਲੇ ਹੈ, ਇੱਕ ਪਠਾਨ ਹੈ ਤੇ ਇੱਕ ਮੁਗਲ ਹੈ। ਜਦੋਂ ਪਠਾਨ ਦਾ ਜ਼ੋਰ ਚੱਲਦਾ ਹੈ ਉਹ ਅਬਦਾਲੀ ਨੂੰ ਸੱਦ ਲੈਂਦਾ ਹੈ, ਜਦੋਂ ਮੁਗਲ ਦਾ ਜ਼ੋਰ ਚੱਲਦਾ ਹੈ ਉਹ ਮਰਾਠਿਆਂ ਨੂੰ ਸੱਦਦਾ ਹੈ। ਵੀ ਇਹਨਾਂ ਦੀ ਆਪਸੀ ਖਹਿਬਾਜ਼ੀ ਚੱਲਦੀ ਰਹੀ। ਇਸੇ ਦੌਰਾਨ ਹੀ ਜਦੋਂ ਦੂਜੀ ਵਾਰ ਅਬਦਾਲੀ ਚੜ੍ਹ ਕੇ ਆਇਆ, ਦਿੱਲੀ ਵਾਲੇ ਆਪਣੇ ਰੌਲੇ ਰੱਪੇ 'ਚ ਸਨ, ਜਿਸ ਕਰਕੇ ਮੀਰ ਮੰਨੂ ਬੜਾ ਸੁਸਤ ਜਿਹਾ ਸੀ ਵੀ ਹੁਣ ਦਿੱਲੀ ਤੋਂ ਮਦਦ ਕੋਈ ਨਹੀਂ ਆਉਣੀ ਤੇ ਅਬਦਾਲੀ ਦਾ ਸਾਹਮਣਾ ਕਿਵੇਂ ਕਰੀਏ। ਇਹਨੇ ਦੀਵਾਨ ਕੌੜਾ ਮੱਲ ਦੇ ਨਾਲ ਗੱਲ ਕੀਤੀ। ਉਹਨੇ ਪੰਥ ਦੀ ਮਦਦ ਲਈ, ਖਾਲਸਾ ਜੀ ਅਬਦਾਲੀ ਚੜ੍ਹ ਕੇ ਆ ਰਿਹਾ ਇਹ ਸਾਡੀ ਮਦਦ ਕਰੋ। ਇਹ ਤੋਂ ਬਾਅਦ ਤੁਹਾਨੂੰ ਮੈਂ ਮੀਰ ਮੰਨੂ ਦੇ ਕੋਲੋਂ ਪਹਾੜ ਦਾ ਇਲਾਕਾ ਦਵਾ ਦਾਂਗਾ, ਇਹ ਤੁਸੀਂ ਮੱਲ ਲਿਓ। ਪੱਧਰੇ ਇਲਾਕੇ ਜਿੰਨਾ ਟੈਕਸੀ ਪਹਾੜ ਦਾ ਹੈ, ਹੋਰ ਵੀ ਜੋ ਮੰਗਾਂ ਹੋਣਗੀਆਂ ਉਹ ਤੁਹਾਡੀਆਂ ਪੂਰੀਆਂ ਹੋਣਗੀਆਂ। ਉਸ ਵੇਲੇ ਫਿਰ ਸਿੰਘ ਗੁਰਮਤਾ ਕਰਕੇ ਦੀਵਾਨ ਕੌੜਾ ਮੱਲ, ਕਿਉਂਕਿ ਪੰਥ ਦੇ ਕੰਮ ਬੜਾ ਹੁੰਦਾ ਰਿਹਾ, ਇਹਦਾ ਵਚਨ ਪੰਥ ਨੂੰ ਮੰਨਣਾ ਪਿਆ। ਖਾਲਸਾ ਲਾਹੌਰ ਪਹੁੰਚਿਆ ਹੈ। ਇੱਥੇ ਜਾਂਦਿਆਂ ਹੋਇਆਂ ਕਸਾਈ ਵੱਢ ਤੇ ਗਊਆਂ ਵੱਢਦੇ ਹੋਏ ਗਊਆਂ ਨੂੰ ਮਾਰਨ ਦੇ ਲਈ ਜਾ ਰਹੇ ਸਿੰਘਾਂ ਦੇ ਦਾਏ। ਸਿੰਘਾਂ ਨੇ ਲਾਹੌਰ ਜਾਂਦਿਆਂ ਕਸਾਈ ਵੱਢ ਤੇ ਲਾਹੌਰ ਸ਼ਹਿਰ ਸਿੰਘਾਂ ਦੇ ਖਿਲਾਫ ਹੋ ਗਿਆ, ਕਿਉਂਕਿ ਮੁਸਲਮਾਨ ਸੀ ਸਾਰੇ। ਮੀਰ ਮੰਨੂ ਕੌੜਾ ਮੱਲ ਨੇ ਜਿਵੇਂ ਕਿਵੇਂ ਗੱਲ ਕੋਈ ਸ਼ਾਂਤ ਕਰਾਈ। ਪਿਛਲਾ ਜਿਹਾ ਪਹਿਰ ਹੋਇਆ ਤੇ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ 50-60 ਨਿਹੰਗ ਸਿੰਘ ਦੇ ਨਾਲ ਹੋਰ। ਪਿਛਲੇ ਪਹਿਰ ਦੇ ਸਮੇਂ ਦੇਗਾ ਸ਼ਰਦਾਈਆਂ ਰਗੜ ਕੇ ਛਕੀਆਂ ਤੇ ਸਰੀਰ ਦੀ ਕਿਰਿਆ ਸੋਧਣ ਰਾਵੀ ਤੋਂ ਪਾਰ ਚਲੇ ਗਏ। ਜਦੋਂ ਰਾਵੀ ਤੋਂ ਪਾਰ ਗਏ, ਸਰੀਰ ਦੀ ਕਿਰਿਆ ਕਰਕੇ ਰਾਵੀ ਦੇ ਵਿੱਚ ਇਹਨਾਂ ਨੇ ਆਪਣੇ ਹੱਥ ਮਾਂਜੇ, ਜਲ ਵਰਤਿਆ, ਕੜਿਆਂ ਦਾ ਖੜਾਕ ਆਇਆ। ਫਿਰ ਦਮਾਲਿਆਂ ਦੇ ਜਿਹੜੇ ਪਾਏ ਹੋਏ ਚੱਕਰ ਸੀ ਉਹ ਲਿਸ਼ਕੇ ਤੇ ਥੋੜ੍ਹੀ ਦੂਰੀ ਤੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਉਤਰੀ ਸੀ। ਉਹਨਾਂ ਨੇ ਖਤਰਾ ਮਹਿਸੂਸ ਕੀਤਾ ਵੀ ਲੱਗਦਾ ਹੈ ਵੀ ਸਾਡੇ ਤੇ ਫੌਜ ਚੜ੍ਹ ਕੇ ਆ ਗਈ, ਭਾਵੇਂ ਕਿ ਸਿੰਘ ਸੁਭਾਵਕ ਗਏ ਸੀ, ਲੜਨ ਨਹੀਂ ਸੀ ਗਏ। ਜਦੋਂ ਇੱਦਾਂ ਵੇਖਿਆ ਅਹਿਮਦ ਸ਼ਾਹ ਅਬਦਾਲੀ ਨੇ ਦੂਰਬੀਨ ਨਾਲ ਵੇਖਿਆ ਵੀ ਵਾਕਿਆ ਵੀ ਫੌਜ ਆ ਰਹੀ ਹੈ। ਉਹਨੇ ਕਿਹਾ ਵੀ ਹੁਣ ਫੌਜ ਤੇ ਬਹੁਤ ਲੱਗਦੀ ਆ ਰਹੀ ਹੈ ਤੇ ਪਿੱਛੇ ਭੱਜਿਆ ਨਹੀਂ ਜਾਣਾ, ਹੁਣ ਲੜੀਏ ਆਪਾਂ। ਸਾਹਮਣੇ ਫੌਜਾਂ ਕਰਤੀਆਂ। ਇੱਧਰ ਬਾਬੇ ਸੁੱਖਾ ਸਿੰਘ ਨੇ ਵਿੱਚ ਆ ਰਿਹਾ ਵੀ ਆਪਾਂ ਲੜਨ ਵਾਸਤੇ ਤੇ ਆਏ ਨਹੀਂ ਸੀ, ਸਿੰਘ ਥੋੜ੍ਹੇ ਹੈ, ਦੁਸ਼ਮਣ ਜ਼ਿਆਦਾ ਹੈ। ਜੇ ਲੜ ਕੇ ਇੱਥੇ ਸ਼ਹੀਦੀ ਪਾਉਂਦੇ ਆ ਤੇ ਫਿਰ ਵੀ ਇੱਕ ਵਿਚਾਰ ਇਹ ਬਣਦੀ ਹੈ ਵੀ ਕੀ ਲੋੜ ਸੀ ਉੱਥੇ ਲੜਨ ਦੇ, ਵੀ ਵਾਪਸ ਮੋੜ ਆਉਂਦੇ, ਕਈ ਇੱਦਾਂ ਕਹਿਣਗੇ। ਤੇ ਦੂਜੀ ਗੱਲ ਇਹ ਆ, ਸੁੱਖਾ ਸਿੰਘ ਜੀ ਕਹਿੰਦੇ ਆਪਣੇ ਆਪ ਨੂੰ ਸੁੱਖਾ ਸਿਆਂ, ਜੇ ਤੂੰ ਹੁਣ ਵਾਪਸ ਮੁੜ ਕੇ ਗਿਆ ਨਾ ਸਿੰਘਾਂ ਦੇ ਕੋਲ, ਇਹ ਸਿੰਘ ਕਹਿਣਗੇ ਸੁੱਖਾ ਸਿੰਘਾ ਬੜਾ ਵੱਡਾ ਸੂਰਮਾ ਸੀ, ਅਬਦਾਲੀ ਦੀ ਫੌਜ ਵੇਖ ਕੇ ਭੱਜ ਆਇਆ। ਕਹਿੰਦੇ ਇੱਕ ਤੇ ਸਿੰਘਾਂ ਵੱਲੋਂ ਲਾਮਾ ਮਿਲੇਗਾ ਤੇ ਦੂਜਾ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਇਹ ਬਹੁਤ ਜ਼ਿਆਦਾ ਕਹਿੰਦੇ ਚਾਂਬਲ ਜੂਗਾ ਕਿਸ ਵਾਸਤੇ ਵੀ ਮੇਰਾ ਦੇ ਨਾਮ ਸੁਣ ਕੇ ਹੀ ਸਿੱਖ ਭੱਜ ਗਏ ਸਨ ਤੇ ਇਹ ਸਿੱਖ ਗੁਰੂ ਕੇ ਖਾਲਸੇ ਕਿੱਡੇ ਕਿਰੇ ਵੀਰ ਬਹਾਦਰ ਹੈ। ਕਹਿੰਦਾ ਫਿਰ ਇਹ ਸਿੰਘਾਂ ਦੇ ਉੱਤੇ ਫੌਜਾਂ ਚੜ੍ਹਾ ਕੇ ਰੱਖਿਆ ਕਰੂਗਾ, ਕਿਉਂਕਿ ਜੇ ਪਹਿਲੀ ਮੁਲਾਕਾਤ ਦੇ ਵਿੱਚ ਹੀ ਆਪਾਂ ਨੀਵੇਂ ਪੈ ਗਏ ਤੇ ਅਬਦਾਲੀ ਨੇ ਖਾਲਸੇ ਤੇ ਹਾਵੀ ਹੋ ਜਾਣਾ। ਕਹਿੰਦੇ ਇੱਥੇ ਸ਼ਹੀਦੀਆਂ ਪਾਈਏ, ਅਬਦਾਲੀ ਨੂੰ ਪਤਾ ਦੇ ਲੱਗੇ ਵੀ ਗੁਰੂ ਕਾ ਖਾਲਸਾ ਹੈ ਕਿ ਐਸਾ ਗੁਰਮਤਾ ਸੋਧ ਕੇ ਸਾਧ ਸੰਗਤ ਬਾਬਾ ਸੁੱਖਾ ਸਿੰਘ ਦੇ ਨਾਲ ਦੇ ਸਿੰਘਾਂ ਨੂੰ ਵੀ ਕਿਹਾ ਵੀ ਤੁਸੀਂ ਲੜਨਾ ਚਾਹੁੰਦੇ ਹੋ, ਜਿਹੜਾ ਨਹੀਂ ਲੜਨਾ ਚਾਹੁੰਦਾ ਵਾਪਸ ਚਲੇ ਜੋ ਪੜਾਅ ਤੇ। ਕਹਿੰਦੇ ਬਾਬਾ ਜੀ ਦੇਗ ਪਾਣੀ ਇਕੱਠੇ ਛਕਦੇ ਰਹੇ ਆ ਤੇ ਹੁਣ ਲੜਨ ਵੇਲੇ ਤੁਹਾਨੂੰ ਇਕੱਲਿਆਂ ਥੋੜ੍ਹਾ ਛੱਡ ਜਾਵਾਂਗੇ। ਕਹਿੰਦੇ ਲੜਾਂਗੇ ਆਪਾਂ। ਬਾਬਾ ਸੁੱਖਾ ਸਿੰਘ ਜੀ ਨੇ ਕੀ ਕੀਤਾ ਵੀ ਹੱਲਾ ਕੀਤਾ ਤੇ ਜਿਹੜੀ ਪਹਿਲਾਂ ਟੁਕੜੀ ਆਈ ਸੀ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹੱਲੇ ਦੇ ਵਿੱਚ ਉਹਨਾਂ ਨੂੰ ਭਜਾਤਾ। ਮੌਕਾ ਸੀ ਵਾਪਸ ਆ ਸਕਦੇ ਸੀ ਪਰ ਖਲੋਤੇ ਰਹੇ।
दूजा हल्ला फिर कहते भी 4 गुणा फौज ने किया। जो 4 गुणा फौज अबदाली दी आई, बाबा सुखा सिंह ने कल्ले ने घोड़े नूं लाई अड्डी ते भजा के अबदाली दियां फौजां 'च वड़ गया ते जाके सिपाहियां नूं कहंदा ओ तुहाडा जिहड़ा मुखी अहमद शाह अबदाली कित्थे है? क्योंकि बाबा सुखा सिंह चाहुंदे सी भी अबदाली दा सिर वढ़ दईए, बाकी काम आपे ही मुक जूगा। हुण एक ते बोली उन्हां नूं समझ ना आवे, उन्हां नूं पंजाबी नहीं सी पता लगदी, ਉਹ ਜਿਹੜੀ ਬੋਲੀ ਅੱਗੋਂ ਬੋਲਦੇ ਸੀ ਪੁਸਤੋਂ ਉਹ ਬਾਬੇ ਸੁਖਾ ਸਿੰਘ ਨੂੰ ਪਤਾ ਨਹੀਂ ਸੀ ਲੱਗਦੇ। ਇਹ ਮਾਰਾ ਬਕਾਰਾ ਹੋਇਆ ਅਹਿਮਦ ਸ਼ਾਹ ਅਬਦਾਲੀ ਤੇ ਨਹੀਂ ਲੱਭਿਆ, ਪਰ ਭਾਈ ਸੁਖਾ ਸਿੰਘ ਜੀ ਨੇ ਉੱਥੇ ਹੀ ਤਲਵਾਰ ਕੱਢ ਕੇ ਕਈ ਗਿਲਜੇ ਝਟਕਾਤੇ, ਅਨੇਕਾਂ ਗਿਲਜਿਆਂ ਨੂੰ ਮਾਰਦਿਆਂ ਹੋਇਆ ਅਖੀਰ ਬਾਬਾ ਸੁਖਾ ਸਿੰਘ ਜੀ ਇੱਥੇ ਸ਼ਹੀਦੀ ਪਾ ਗਏ। ਇਤਿਹਾਸਕਾਰ ਦੱਸਦੇ ਆ ਵੀ ਸਿੰਘ 50 ਸ਼ਹੀਦ ਹੋਏ ਤੇ ਅਹਿਮਦ ਸ਼ਾਹ ਅਬਦਾਲੀ ਦੇ 500 ਸਿਪਾਹੀ ਸ਼ਹੀਦ ਹੋਏ। ਇੱਦਾਂ 50 ਸਿੰਘਾਂ ਨੇ 500 ਦੇ ਨਾਲ ਲੜਦਿਆਂ ਵਾਹਿਗੁਰੂ ਬਹੁਤੀਆਂ ਫੌਜਾਂ ਦੇ ਨਾਲ ਲੜਦਿਆਂ 500 ਅਬਦਾਲੀ ਦੇ ਸਿਪਾਹੀ ਮਾਰੇ। ਤੇ ਜਿਹਨੂੰ ਵੇਖ ਕੇ ਇੱਕ ਨੂੰ ਪਤਾ ਲੱਗ ਗਿਆ ਵੀ ਇਹ ਵਾਕਿਆ ਕੋਈ ਡਾਢੇ ਦਾ ਪੰਥ ਹੈ, ਵੀ ਇਹ ਨਹੀਂ ਡਰਦੇ। ਜਿਹੜੇ ਕੁਝ ਸਿੰਘ ਬਚੇ ਸੀ ਉਹ ਵਾਪਸ ਆਏ, ਆਉਂਦਿਆਂ ਲਾਹੌਰ ਵਾਲਿਆਂ ਨੇ ਵੀ ਗੋਲੀ ਚਲਾਤੀ। ਸਿੰਘ ਗੁਰਮਤਾ ਕੀਤਾ ਵੀ ਉਧਰ ਅਬਦਾਲੀ ਸਾਡੇ ਨਾਲ ਲੜ ਰਿਹਾ, ਇੱਧਰ ਮੀਰ ਮੰਨੂ ਦੀ ਮਦਦ ਆਏ ਸੀ, ਇਹਦੇ ਸਿਪਾਹੀ ਵੀ ਸਾਡੇ ਨਾਲ ਲੜਦੇ, ਕਹਿੰਦੇ ਅਸੀਂ ਕੀ ਲੈਣਾ ਇਹਨਾਂ ਤੋਂ, ਚਲੋ ਆਪਾਂ ਜਾ ਕੇ ਇਹਨਾਂ ਦੋਵਾਂ ਨੂੰ ਲੁੱਟ ਕੇ ਤੇ ਆਪਣਾ ਗੁਜ਼ਾਰਾ ਕਰਦੇ ਹਾਂ। ਵਾਪਸ ਫਿਰ ਲਾਹੌਰ ਤੋਂ ਸਿੰਘ ਮੁੜ ਆਏ ਸੀ, ਮੀਰ ਮੰਨੂ ਦੀ ਮਦਦ ਗਏ, ਪਰ ਮੀਰ ਮੰਨੂ ਦੀ ਫੌਜ ਦਾ ਤੇ ਲਾਹੌਰ ਵਾਲਿਆਂ ਦਾ ਵਾਧਾ ਸਿੰਘਾਂ ਤੇ ਹੁੰਦਾ ਵੇਖ ਕੇ ਖਾਲਸੇ ਦਾ ਦਲ ਵਾਪਸ ਆ ਗਿਆ। ਇਹ ਆਪਾਂ ਕੱਲ ਪ੍ਰਸੰਗ ਸਰਵਣ ਕੀਤਾ ਹੈ। ਇਸ ਤੋਂ ਅੱਗੇ ਕਥਾ ਆ ਰਹੀ ਹੈ, ਜਿਵੇਂ ਮਗਰੋਂ ਫਿਰ ਸਿੰਘਾਂ ਦੇ ਦੀਵਾਨ ਕੌੜਾ ਮੱਲ ਉਹਨਾਂ ਦੀ ਵੀ ਸ਼ਹੀਦੀ ਹੋਈ ਤੇ ਬਾਬਾ ਵਡਭਾਗ ਸਿੰਘ ਕਰਤਾਰਪੁਰ ਦਾ ਅਤੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਦੇ ਪਾਵਨ ਅਸਥਾਨ ਥੰਮ ਸਾਹਿਬ ਦਾ ਬਦਲਾ ਲੈਣ ਵਾਸਤੇ ਜਿਵੇਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਪੰਥ ਦੀ ਮਦਦ ਮੰਗ ਕੇ ਜਲੰਧਰ ਤੇ ਚੜ੍ਹਾਈ ਕਰਦੇ ਨੇ। ਇਹ ਕਥਾ ਅੱਜ ਆਵੇਗੀ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪੰਥ ਦਾ ਇਤਿਹਾਸ ਸਰਵਣ ਕਰਨ ਦੇ ਲਈ ਇਕਾਗਰਤਾ ਬਖਸ਼ੀਏ। ਹਾਜ਼ਰੀ ਲਵਾਓ, ਰਸਨਾ ਕਰੋ ਪਵਿੱਤਰ, ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਕੋ ਆਖੈ ਪ੍ਰਸ਼ਨ ਜਹ ਫਿਰ ਆਖੈ ਸ਼ਾਹੀ ਕਿਆ ਕੀਦ। ਰਤਨ ਸਿੰਘ ਜੀ ਕਹਿੰਦੇ ਵੀ ਜਦੋਂ ਖਾਲਸਾ ਵਾਪਸ ਮੁੜ ਆਇਆ ਤੇ ਜੇ ਕੋਈ ਇਹ ਸਵਾਲ ਕਰੇ ਵੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਆਇਆ ਸੀ ਉਹਦੀ ਤੇ ਮੀਰ ਮੰਨੂ ਦੀ ਫਿਰ ਲੜਾਈ ਹੋਈ ਤੇ ਕੀ ਹੋਇਆ, ਜੇ ਕੋਈ ਇਹ ਸਵਾਲ ਕਰੇ ਵੀ ਅਬਦਾਲੀ ਨੇ ਫਿਰ ਹਮਲਾ ਕੀਤਾ ਜਾਂ ਨਹੀਂ ਕੀਤਾ। ਲਾਹੌਰ ਟੁੱਟੀ ਕਹਿ ਨਾ ਟੁੱਟੇ, ਉੱਤਰ ਚਾਹੀਏ ਕਿਸ ਜਈਏ। ਉਹਦੇ ਕੋਲ ਲਾਹੌਰ ਜਿੱਤਿਆ ਗਿਆ ਜਾਂ ਨਹੀਂ ਜਿੱਤਿਆ ਗਿਆ, ਇਹਦਾ ਉੱਤਰ ਕਹਿੰਦੇ ਵੀ ਇਸ ਤਰ੍ਹਾਂ ਦੇਣਾ ਚਾਹੀਦਾ। ਦਿੰਦੇ ਆ, ਸੁਣੋ। ਸੀ ਹੰਗਾਮੇ ਮੈਂ ਹੋਇਓ ਕੌੜਾ ਮੱਲ ਦੀਵਾਨ। ਜਿਹੜਾ ਦੀਵਾਨ ਕੌੜਾ ਮੱਲ ਸੀ, ਜਿਹੜਾ ਪੰਥ ਦਾ ਬੜਾ ਹਮਾਇਤੀ ਸੀ, ਜਿਹਦੇ ਕਹਿਣ ਤੇ ਸਿੰਘ ਜਿਹੜਾ ਕੰਮ ਆਖੇ ਉਹੀ ਕਰ ਆਉਂਦੇ ਸਨ, ਤੇ ਮੀਰ ਮੰਨੂ ਵੱਲੋਂ ਹੋ ਕੇ ਅਹਿਮਦ ਸ਼ਾਹ ਅਬਦਾਲੀ ਨਾਲ ਲੜਨ ਵੀ ਗਏ। ਦੀਵਾਨ ਕੌੜਾ ਮੱਲ ਇਸ ਲੜਾਈ ਦੇ ਵਿੱਚ ਸ਼ਹੀਦੀ ਪਾ ਗਿਆ। ਇਹਦੇ ਸ਼ਹੀਦੀ ਪਾਉਣ ਕਰਕੇ ਸਿੰਘ ਵਾਪਸ ਮੁੜ ਆਏ ਸੀ ਵੀ ਜਿਹਦੇ ਕਰਕੇ ਅਸੀਂ ਆਏ ਆ। ਜਦੋਂ ਉਹ ਸਿੰਘ ਸ਼ਹੀਦ ਹੋ ਗਿਆ, ਇਹ ਸਿੱਖ ਮਹਾਰਾਜ ਜੀ ਦਾ ਦੀਵਾਨ ਕੌੜਾ ਮੱਲ, ਤੇ ਅਸੀਂ ਇੱਥੇ ਕੀ ਰਹਿ ਕੇ ਕਰਨਾ ਹੈ। ਸੰਗਤ ਸਿੰਘ ਰਾਜਾ ਜੇਜੋਵਾਨ। ਫਿਰ ਜੇਜੋਵਾਨ ਦਾ ਰਾਜਾ ਵੀ ਉੱਥੇ ਚੜ੍ਹਾਈ ਕਰ ਗਿਆ ਤੇ ਸੰਗਤ ਸਿੰਘ ਉਹਦਾ ਵਜ਼ੀਰ ਸੀ, ਉਹ ਵੀ ਚੜ੍ਹਾਈ ਕਰ ਗਿਆ। ਕਈ ਮਹੀਨੇ ਲੜਦੇ ਪਏ, ਕਈ ਮਹੀਨੇ ਜੰਗ ਚੱਲੀ ਅਹਿਮਦ ਸ਼ਾਹ ਅਬਦਾਲੀ ਤੇ ਇਧਰ ਮੀਰ ਮੰਨੂ ਦੀਆਂ ਫੌਜਾਂ ਕਈ ਮਹੀਨੇ ਲੜਦੀਆਂ ਰਹੀਆਂ। ਉਹ ਲਾਹੌਰ ਮੱਲਣਾ ਚਾਹੁੰਦੇ ਆ ਤੇ ਇਹ ਲਾਹੌਰ ਤੇ ਕਬਜ਼ਾ ਛੱਡਣਾ ਨਹੀਂ ਚਾਹੁੰਦੇ। ਪਰ ਦਿੱਲੀ ਤੋਂ ਮਦਦ ਨਹੀਂ ਮੀਰ ਮੰਨੂ ਦੀ ਕੋਈ ਆਈ, ਕਿਉਂਕਿ ਦਿੱਲੀ ਵਾਲੇ ਦੇ ਉੱਥੇ ਵਜ਼ੀਰ ਆਪਸ ਵਿੱਚ ਹੀ ਲੜੀ ਜਾਂਦੇ ਸਨ। ਜਿਹੜਾ ਰੋਹਿਲਾ ਨਜੀਬ ਖਾਨ ਪਠਾਨ ਸੀ, ਇਹਨੇ ਰੌਲਾ ਪਾਤਾ ਉਧਰ ਦਿੱਲੀ ਦੇ ਵਿੱਚ, ਕਿਉਂਕਿ ਕਦੀ ਇਹ ਤਖਤ ਤੇ ਬਹਿ ਜਾਂਦਾ ਤੇ ਕਦੀ ਜਿਹੜਾ ਮੁਗਲ ਦੂਸਰਾ ਸੀ ਉਹ ਆ ਕੇ ਬਹਿ ਜਾਂਦਾ। ਮੀਰ ਮੰਨੂ ਇਮ
ਸ਼ਾਹੀ ਹਰਾਇਆ। ਇਸ ਤਰ੍ਹਾਂ ਫਿਰ ਜੰਗ ਦੇ ਵਿੱਚ ਭਾਈ ਰਤਨ ਸਿੰਘ ਜੀ ਕਹਿੰਦੇ ਅਖੀਰ ਅਹਿਮਦ ਸ਼ਾਹ ਅਬਦਾਲੀ ਜਦੋਂ ਦੂਜੀ ਰਾਂ ਚੜ੍ਹ ਕੇ ਆਇਆ ਤੇ ਮੀਰ ਮੰਨੂ ਨੂੰ ਹਰਾਤਾ। ਮੀਰ ਮੰਨੂ ਦੀ ਫੌਜ ਹਾਰ ਗਏ। ਹੱਥ ਬੰਦ ਗਲ ਕੱਪੜੋ ਪਾਏ। ਜਦੋਂ ਮੀਰ ਮੰਨੂ ਹਾਰ ਗਿਆ ਨਾ ਤੇ ਚਲਾਕ ਬੜਾ ਸੀ, ਬੜਾ ਚੁਸਤ ਸੀ ਇਹਨੇ ਕੀ ਕੀਤਾ ਵੀ ਦੋਵੇਂ ਹੱਥ ਬੰਨ ਕੇ ਇਹਦੇ ਗਲ ਦੇ ਵਿੱਚ ਕੱਪੜਾ ਪਰਨਾ ਪਾ ਕੇ ਨੱਠ ਨ ਗਇਓ ਮਿਲ ਪਇਓ ਸ਼ਾਹੀ। ਭੱਜ ਕੇ ਨਹੀਂ ਗਿਆ, ਲਾਹੌਰ ਛੱਡ ਕੇ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ ਹੱਥ ਜੋੜ ਕੇ ਆ ਗਿਆ। ਕਈ ਇਤਿਹਾਸਕਾਰਾਂ ਇਦਾਂ ਲਿਖਿਆ ਵੀ ਇਹਨੂੰ ਫੜ ਲਿਆ ਅਹਿਮਦ ਦੀ ਫੌਜ ਨੇ। ਜਦੋਂ ਅਬਦਾਲੀ ਦੀ ਫੌਜ ਨੇ ਫੜ ਕੇ ਤੇ ਅਬਦਾਲੀ ਦੇ ਅੱਗੇ ਪੇਸ਼ ਕੀਤਾ ਤੇ ਉਹਨੇ ਆਖਿਆ ਮੀਰ ਮੰਨੂ ਨੂੰ ਦੱਸ ਹੁਣ ਤੇਰੇ ਨਾਲ ਕੀ ਸਲੂਕ ਕਰੀਏ। ਤੇ ਇਹਨੇ ਚਲਾਕੀ ਵਰਤੀ, ਕਹਿਣ ਲੱਗਾ ਜੇ ਤੇ ਤੂੰ ਕਸਾਈ ਹੈ ਤੇ ਮੈਨੂੰ ਮਾਰ ਦੇ, ਜੇ ਤੂੰ ਵਪਾਰੀ ਹੈ ਤੇ ਮੈਨੂੰ ਵੇਚ ਦੇ, ਪੈਸੇ ਲੈ ਕੇ ਮੈਨੂੰ ਛੱਡ ਦੇ। ਤੇ ਤੀਸਰੀ ਗੱਲ ਕਹੀ, ਕਹਿੰਦਾ ਜੇ ਤੂੰ ਬਾਦਸ਼ਾਹ ਏ ਤੇ ਮੈਨੂੰ ਆਪਣਾ ਲਾਹੌਰ ਦਾ ਕਹਿੰਦਾ ਨਵਾਬ ਬਣਾ ਕੇ ਮੇਰੇ ਕੋ ਕੰਮ ਲੈ। ਤੇ ਅਬਦਾਲੀ ਇਹਦੀ ਚਲਾਕੀ ਦੇ ਹੱਸ ਪਿਆ, ਕਹਿੰਦਾ ਮੈਂ ਬਾਦਸ਼ਾਹ ਹੀ ਹਾਂ। ਫਿਰ ਇਹਨੂੰ ਆਪਣੇ ਕੋਲ ਰੱਖ ਲਿਆ ਸੀ। ਮੀਰ ਮੰਨੂ ਇਦਾਂ ਚਲਾਕੀ ਦੇ ਨਾਲ ਬਚਿਆ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਹ ਭੱਜ ਕੇ ਨਹੀਂ ਗਿਆ, ਅਬਦਾਲੀ ਦੇ ਅੱਗੇ ਨੇ ਹੱਥ ਜੋੜ ਲਏ। 50 ਲੱਖ ਰੁਪਈਓ ਲਿਓ ਮਨ। ਉਹਨੇ 50 ਲੱਖ ਰੁਪਈਆ ਦੇਣਾ ਮੰਨ ਲਿਆ। ਮੀਰ ਮੰਨੂ ਕਹਿੰਦਾ ਅਹਿਮਦ ਸ਼ਾਹ ਨੂੰ ਵੀ ਹੁਣ ਤੇ ਮੇਰੇ ਕੋਲ ਕੁਝ ਹੈ ਨਹੀਂ, ਖਜ਼ਾਨਾ ਖਾਲੀ ਹੈ, ਪਰ ਟੈਕਸ ਕਰਾਵਾਂਗਾ ਤੇ 50 ਲੱਖ ਜਿਹੜਾ ਉਹ ਮੈਂ ਭਰ ਦਿਆਂਗਾ। ਫਿਰ ਸ਼ਾਹੇ ਬਹਾਇਓ ਕਰਿਆ ਮਨ। ਇਹਦਾ ਮੀਰ ਮੰਨੂ ਪਹਿਲਾਂ ਵੀ ਲਾਹੌਰ ਦਾ ਸੂਬਾ ਸੀ, ਪਰ ਪਹਿਲਾਂ ਦਿੱਲੀ ਵਾਲਿਆਂ ਵੱਲੋਂ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਜਿੱਤ ਹਾਸਲ ਕੀਤੀ ਤੇ ਫਿਰ ਅਹਿਮਦ ਨੇ ਆਪਣੇ ਵੱਲੋਂ ਬਹਾਇਆ। ਲਾਹੌਰ ਦਿੱਲੀ ਨਾਲੋਂ ਤੋੜ ਕੇ ਉਹਨੇ ਕਾਬਲ ਦੇ ਨਾਲ ਮਿਲਾ ਲਿਆ। ਲਾਹੌਰ ਜਿੱਤ ਦਿੱਲੀ ਜਿੱਤ ਲਈ। ਤੇ ਲਾਹੌਰ ਜਿੱਤ ਕੇ ਫਿਰ ਦਿੱਲੀ ਗਿਆ ਤੇ ਦਿੱਲੀ ਵੀ ਜਿੱਤ ਲਈ, ਕਿਉਂਕਿ ਮੁਹੰਮਦ ਸ਼ਾਹ ਰੰਗੀਲੇ ਦੇ ਮਰਨ ਤੋਂ ਬਾਅਦ ਵਜ਼ੀਰ ਆਪਸ ਵਿੱਚ ਹੀ ਲੜੀ ਜਾਂਦੇ ਸੀ, ਜਿਸ ਕਰਕੇ ਅਬਦਾਲੀ ਦਾ ਦਾਅ ਲੱਗ ਗਿਆ। ਜਿਹੜਾ ਨਜੀਬ ਖਾਨ ਰਹੇਲਾ ਸੀ, ਕੱਲ ਵੀ ਇਹ ਨਾਮ ਇਹਦਾ ਸੁਣਿਆ ਵੀ ਜਿਹੜਾ ਇਹ ਅਹਿਮਦ ਸ਼ਾਹ ਅਬਦਾਲੀ ਨੂੰ ਲੈ ਕੇ ਆਇਆ, ਜਿਹਨੇ ਚਿੱਠੀ ਘੱਲੀ ਸੀ ਵੀ ਆ ਜਾ ਤੈਨੂੰ ਦਿੱਲੀ ਦਾ ਤਖਤ ਦਵਾਈਏ। ਕਹਿੰਦੇ ਵੀ ਦਿੱਲੀ ਜਦੋਂ ਮੱਲ ਲਈ ਤੇ ਨਜੀਬ ਖਾਨ ਨੂੰ ਦਿੱਲੀ ਦੇ ਤਖਤ ਤੇ ਅਹਿਮਦ ਸ਼ਾਹ ਨੇ ਬਹਾ ਦਿੱਤਾ ਵੀ ਮੇਰੇ ਵੱਲੋਂ ਇੱਥੇ ਤੂੰ ਬੈਠ ਜਾ। ਆਪਣਾ ਵਜ਼ੀਰ ਕਰਕੇ ਤੇ ਦਿੱਲੀ ਦੇ ਸਾਰੀ ਮੁਖਤਿਆਰੀ ਅਹਿਮਦ ਸ਼ਾਹ ਅਬਦਾਲੀ ਨਜੀਬ ਖਾਨ ਨੂੰ ਦੇ ਗਿਆ। ਤੇ ਜਿਹੜੇ ਮੁਗਲ ਬਾਦਸ਼ਾਹ ਸੀ, ਕਹਿੰਦੇ ਵੀ ਉਹਨਾਂ ਦਾ ਉਸੋ ਕੰਮ ਚੁੱਕਿਆ ਗਿਆ। ਮੁਗਲਾਂ ਦਾ ਰਾਜ ਜਿਹੜਾ ਸੀ ਉਹ ਅਬਦਾਲੀ ਨੇ ਖਤਮ ਕਰ ਦਿੱਤਾ। ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਜਿਹੜਾ ਹੈ ਪੰਥ ਦੀ ਗੱਲ ਜਾਰੀ ਕਰ ਰਹੇ ਆ ਤੇ ਜਿਹੜੇ ਅਬਦਾਲੀ ਜਾਂ ਹੋਰਾਂ ਦੀ ਲੜਾਈ ਉਹ ਦੱਸਦੇ ਰਹੇ ਆ, ਕਿਉਂਕਿ ਲੋੜ ਹੈ ਨਾਲ ਨਾਲ, ਪਰ ਸੰਖੇਪ ਦੱਸ ਰਹੇ ਆ। ਕਹਿੰਦੇ ਵੀ ਇਦਾਂ ਇੱਕ ਵਾਰ ਨਹੀਂ ਕਈ ਵਾਰਾਂ ਲੜਾਈ ਹੋਈ ਵੀ ਕਦੀ ਉੱਥੇ ਮੁਗਲ ਜਿਹੜੇ ਸੀ ਉਹ ਮਰਹੱਟਿਆਂ ਨੂੰ ਲੈ ਕੇ ਆ ਜਾਂਦੇ ਸਨ ਤੇ ਮਰਹੱਟੇ ਕਬਜ਼ਾ ਕਰ ਲੈਂਦੇ, ਤੇ ਫਿਰ ਅਹਿਮਦ ਸ਼ਾਹ ਅਬਦਾਲੀ ਆਉਂਦਾ ਤੇ ਕਦੀ ਉਹ ਕਬਜ਼ਾ ਕਰਦਾ। ਇਹ ਕਈ ਵਾਰਾਂ ਲੜਾਈ ਹੋਈ ਇਦਾਂ। ਇਦਾਂ ਕਹਿੰਦੇ ਵੀ ਦੱਖਣ ਵਾਲੇ ਭਾਵ ਮਰਹੱਟੇ ਤੇ ਪੱਛਮ ਵਾਲੇ ਭਾਵ ਵੀ ਪਠਾਨ, ਇਹ ਆਪਸ ਵਿੱਚ ਹੀ ਲੜ ਲੜ ਕੇ ਮਰ ਮਰ ਕੇ ਬਹੁਤੇ ਖਵਾਰ ਹੋਏ। ਇਦਾਂ ਜਦੋਂ ਹੁਣ ਅਹਿਮਦ ਸ਼ਾਹ ਅਬਦਾਲੀ ਨੇ ਦਿੱਲੀ ਤੇ ਕਬਜ਼ਾ ਕਰਕੇ ਤੇ ਆਪਣੇ ਥਾਂ ਵਜ਼ੀਰ ਨਜੀਬ ਖਾਨ ਨੂੰ ਬਹਾ ਦਿੱਤਾ। ਜਿਹੜਾ ਵਜ਼ੀਰ ਸੀ ਨਾ ਮੁਗਲਾਂ ਦਾ ਦਿੱਲੀ ਦੇ ਵਿੱਚ ਉਸ ਵੇਲੇ, ਇਹਦਾ ਨਾਮ ਸੀ ਗਾਜਦੀਨ। ਇਹ ਮੁਗਲਾਂ ਦਾ ਇੱਕੋ ਇੱਕ ਵਜ਼ੀਰ ਰਹਿ ਗਿਆ ਸੀ ਤੇ ਇਹ ਦਿੱਲੀ ਛੱਡ ਕੇ ਤੇ ਭੱਜ ਕੇ ਦੱਖਣ ਦੇ ਵਿੱਚ ਮਹਾਰਾਸ਼ਟਰਾ ਦੇ ਵਿੱਚ ਮਰਹੱਟਿਆਂ ਦੀ ਸ਼ਰਨ ਦੇ ਵਿੱਚ ਚਲਾ ਗਿਆ। ਭਾਈ ਸਾਹਿਬ ਜੀ ਕਹਿੰਦੇ ਇਹਦਾ ਨਾਮ ਸੀ ਗਾਜਦੀਨ। ਜਦੋਂ ਮਰਹੱਟਿਆਂ ਦਾ ਦਿੱਲੀ ਦੇ ਕਬਜ਼ਾ ਹੋ ਗਿਆ, ਵਾਹਿਗੁਰੂ, ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਦਿੱਲੀ ਦੇ ਕਬਜ਼ਾ ਹੋ ਗਿਆ ਤੇ ਇਹ ਭੱਜ ਕੇ ਮਰਹੱਟਿਆਂ ਦੇ ਕੋਲ ਚਲਾ ਗਿਆ। ਉਹਨਾਂ ਨੇ ਇਹਨੂੰ ਖਿਤਾਬ ਦਿੱਤਾ ਹੋਇਆ ਸੀ ਪਾਤਸ਼ਾਹੀ ਲਾੜਾ ਦੁਲਹਾ। ਇਹ ਖਿਤਾਬ ਦਿੱਤਾ ਸੀ ਵੀ ਇਹਦੀ ਅਸੀਂ ਸੇਵਾ ਕਰਨੀ ਹੈ। ਉਸ ਵੇਲੇ ਮਲਹਾਰ ਰਾਓ ਮਰਹੱਟਾ ਜੀ ਦੇ ਕੋਲ 2-2.5 ਲੱਖ ਫੌਜ ਸੀ ਮਰਹੱਟਿਆਂ ਦੀ। ਇਹ ਵੀ ਬੜੀ ਵੱਡੀ ਤਗੜੀ ਤਾਕਤ ਸਨ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਅਬਦਾਲੀ ਦਿੱਲੀ ਤੇ ਆਇਆ
ਜਿਵੇਂ ਸਿੱਖ ਦਿੱਲੀ ਦੇ ਗਏ ਇੱਦਾਂ ਮਰਹੱਟੇ ਵੀ ਦਿੱਲੀ ਦੇ ਕਈ ਵਾਰ ਆਏ ਸਨ। ਇੱਥੋਂ ਤੀਕਰ ਵੀ ਲਾਹੌਰ ਤੀਕਰ ਵੀ ਮਰਹੱਟੇ ਆਏ। ਉਹ ਅੱਗੇ ਕਥਾ ਆਊਗੀ ਜਿਵੇਂ ਮਰਹੱਟੇ ਦੇ ਸਿੱਖਾਂ ਨੇ ਇਕੱਠਿਆਂ ਜਾ ਕੇ ਤੇ ਹਮਲਾ ਕੀਤਾ ਸੀ। ਸੋ ਇਹ ਮਲਹਾਰ ਰਾਏ ਮਰਹੱਟੇ ਦੀ ਸ਼ਰਨ ਦੇ ਵਿੱਚ ਚਲਾ ਗਿਆ ਕਿਉਂਕਿ ਉਹ ਇਹਦਾ ਦੋਸਤ ਸੀ, ਮਿੱਤਰ ਸੀ। ਜਾ ਬੈਠੋ ਸੋ ਤਿਸ ਕੈ ਪਾਈ, ਉਹਦੇ ਕੋਲ ਜਾ ਕੇ ਬੈਠ ਗਿਆ ਆਪਣੀ ਜਾਨ ਬਚਾਉਣ ਦੇ ਲਈ। ਕਈ ਬਰਸ ਸੋ ਉਹਾਂ ਰਹਿਓ, ਏਦਾਂ ਕਹਿੰਦੇ ਕਈ ਸਾਲ ਲੰਘ ਗਏ। ਮਰਹੱਟਿਆਂ ਦੇ ਕੋਲ ਇਹ ਗਾਜਦੀਨ ਮੁਗਲ ਰਿਹਾ। ਇਹ ਪਾਛੈ ਉਨ ਚੌਨੋ ਤੈਓ, ਜਦੋਂ ਕੁਝ ਕੁ ਸਾਲ ਲੰਘ ਗਏ ਤੇ ਫਿਰ ਇਹਨੇ ਸਿਰ ਚੁੱਕਿਆ। ਮਰਹੱਟਿਆਂ ਨਾਲ ਸਲਾਹ ਕੀਤੀ ਵੀ ਚਲੋ ਆਪਾਂ ਜਾ ਕੇ ਤੇ ਦਿੱਲੀ ਤੇ ਫੇਰ ਕਬਜ਼ਾ ਕਰੀਏ ਤੇ ਅਬਦਾਲੀ ਦੇ ਬੰਦੇ ਭਜਾ ਦਈਏ। ਲਾਖ ਟੱਕਾ ਉਨ ਪੂਜ ਠਹਿਰਾਇਓ, ਉਹਨੇ ਮਾਇਆ ਬਹੁਤ ਸੀ ਇਹਦੇ ਕੋਲ ਕਿਉਂਕਿ ਦਿੱਲੀ ਦਾ ਵਜ਼ੀਰ ਰਿਹਾ। ਇਹਦੇ 4 ਹੀ ਮੁੱਖ ਵਜ਼ੀਰ ਹੁੰਦੇ ਸਨ ਤੇ ਮਾਇਆ ਬਹੁਤ ਹੀ। ਕਹਿੰਦਾ 1 ਲੱਖ ਟਕਾ ਤੁਹਾਨੂੰ ਦਿਆਂਗਾ ਇਥੋਂ ਕੂਚ ਕਰਨ ਦਾ। 50,000 ਦਾ ਡੇਰਾ ਲਾਇਓ, ਤੇ ਮਰਹੱਟਿਆਂ ਦੇ ਮਲਹਾਰ ਰਾਏ ਮਰਹੱਟੇ ਦੇ ਨਾਲ ਇਹਨੇ ਵਚਨ ਕਰ ਲਿਆ ਵੀ ਜਿੱਥੇ ਰਾਤ ਡੇਰਾ ਲੱਗੂਗਾ 25,000 ਟਕਾ ਹਰ ਰਾਤ ਦਾ ਤੁਹਾਡੇ ਰਸਤ ਬਸਤ ਦੇ ਲਈ। ਇਸੀ ਭਾਂਤੀ ਉਨ ਦਿੱਲੀ ਛੁਡਾਈ, ਇਸ ਢੰਗ ਦੇ ਨਾਲ ਮਰਹੱਟਿਆਂ ਦੀ ਫੌਜ ਲਿਆ ਕੇ ਗਾਜਦੀਨ ਮੁਗਲ ਨੇ ਫੇਰ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਦਿੱਲੀ ਛੁਡਾ ਲਈ ਕਿਉਂਕਿ ਅਬਦਾਲੀ ਆਪ ਤੇ ਚਲਾ ਗਿਆ ਸੀ ਪਰ ਆਪਣੇ ਥਾਂ ਦੇ ਉੱਤੇ ਜਿਹੜਾ ਰਹੇਲੇ ਨਜੀਬ ਖਾਨ ਨੂੰ ਭਾ ਕੇ ਗਿਆ ਉਹਨੂੰ ਭਜਾ ਦਿੱਤਾ। ਰੋਹਿਲਾ ਦਿੱਲੀੋਂ ਗਇਓ ਪਰਾਈ, ਤੇ ਨਜੀਬ ਖਾਨ ਰਹੇਲੇ ਨੇ ਜਦੋਂ ਵੇਖਿਆ ਵੀ ਹੁਣ ਮੇਰਾ ਜ਼ੋਰ ਨਹੀਂ ਪੈਣਾ ਵੀ ਮਰਹੱਟਿਆਂ ਦਾ ਜ਼ੋਰ ਪੈ ਗਿਆ, ਉਹ ਦਿੱਲੀ ਛੱਡ ਕੇ ਤੇ ਭੱਜ ਗਿਆ। ਜੀਪ ਗੜੇ ਜਨ ਜੀਪਾ ਬੜਾ, ਇਹਨੇ ਸਹਾਰਨਪੁਰ ਦੇ ਵਿੱਚ ਕਿਲਾ ਬਣਾਇਆ ਸੀ ਨਜੀਬਗੜ੍ਹ ਤੇ ਜਦੋਂ ਇੱਥੇ ਕੋਈ ਵਿਪਤਾ ਪੈਂਦੀ ਸੀ ਇਹ ਭੱਜ ਕੇ ਉਸ ਕਿਲੇ ਵਿੱਚ ਵੜ ਜਾਂਦਾ। ਹੁਣ ਫੇਰ ਕਹਿੰਦੇ ਵੀ ਜਦੋਂ ਦਿੱਲੀ ਤੋਂ ਭੱਜਿਆ ਤੇ ਨਜੀਬਗੜ੍ਹ ਕਿਲੇ ਸਹਾਰਨਪੁਰ ਪਹੁੰਚ ਗਿਆ। ਮਰਹੱਟੇ ਡੇਰਾ ਆਏ ਦਿੱਲੀ ਕਰ, ਤੇ ਏਦਾਂ ਫਿਰ ਮਰਹੱਟਿਆਂ ਨੇ ਆ ਕੇ ਡੇਰਾ ਦਿੱਲੀ ਦੇ ਵਿੱਚ ਕਰ ਲਿਆ ਤੇ ਦਿੱਲੀ ਦੀ ਜਿਹੜੀ ਮੁਖਤਿਆਰੀ ਹੈ ਉਹ ਗਾਜਦੀਨ ਮੁਗਲ ਨੂੰ ਦੇ ਕੇ ਤੇ ਉਹਦੇ ਨਾਲ ਮਰਹੱਟੇ ਦਿੱਲੀ ਦੇ ਕਾਬਜ ਹੋ ਗਏ। ਮਲਾਰ ਰਾਗੋ ਦੋਇ ਸੀਤੀਏ ਔਰ ਟੁਕੋ ਲਗਰਤ ਹੋਏ, ਕਹਿੰਦੇ ਮਲਹਾਰ ਰਾਓ ਰਾਘੋ ਰਾਓ ਕਹਿੰਦੇ ਵੀ 2 ਤਾਂ ਇਹ ਹਨ। ਆਏ ਦਿੱਲੀ ਕੋ ਡਿੜ ਰਹੇ ਆਗੇ ਚੜ੍ਹੇ ਨ ਕੋਏ, ਤੇ ਟੁੱਕੋ ਹੁਲਕਰ ਬੋਏ ਇਹ 3 ਜਾਣੇ ਸੀ ਜਿਹੜੇ ਉਸ ਵੇਲੇ ਮਰਹੱਟਿਆਂ ਦੇ ਵੱਲੋਂ ਮੁਖੀ ਸੀ। ਇਹ ਦਿੱਲੀ ਦੇ ਵਿੱਚ ਆ ਕੇ ਰਹੇ, ਦਿੱਲੀ ਤੀਕਰ ਇਹਨਾਂ ਕਬਜ਼ਾ ਕਰ ਲਿਆ ਪਰ ਦਿੱਲੀ ਤੋਂ ਅੱਗੇ ਪੰਜਾਬ ਵੱਲ ਨੂੰ ਲਾਹੌਰ ਵੱਲ ਨੂੰ ਨਹੀਂ ਚੜ੍ਹੇ ਕਿਉਂਕਿ ਅੱਗੇ ਇਹਨਾਂ ਨੂੰ ਪਤਾ ਸੀ ਇੱਕ ਤਾਂ ਇਹ ਅਬਦਾਲੀ ਦੀ ਫੌਜ ਤੋਂ ਤੇ ਦੂਜਾ ਸਿੱਖਾਂ ਤੋਂ ਡਰਦੇ ਸੀ ਵੀ ਪੰਜਾਬ ਜਿਹੜਾ ਇਹਦੇ ਵਿੱਚ ਸਿੱਖਾਂ ਨੇ ਸਾਨੂੰ ਸਿਰ ਨਹੀਂ ਚੁੱਕਣ ਦੇਣਾ। ਆਓ ਭਈ ਆਗੇ ਗਿਰਜਨ ਦੇ ਵੈਪੀ ਡਰੇ, ਅੱਗੇ ਸਿੱਖਾਂ ਦੀ ਫੌਜ ਤੋਂ ਤੇ ਗਿਲਜੇ ਪਠਾਨ ਕਹਿੰਦੇ ਨੇ ਜਿਹੜੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਦੇ 7-7 ਫੁੱਟ ਤੀਕਰ ਇਹਨਾਂ ਦੇ ਆਮ ਕੱਦ ਸਨ ਤੇ ਇਸ ਤਰ੍ਹਾਂ ਕਹਿੰਦੇ ਵੀ ਉਹਨਾਂ ਗਿਲਜਿਆਂ ਤੋਂ ਡਰਦਿਆਂ ਦਿੱਲੀ ਤੋਂ ਗਾਹ ਨਹੀਂ ਗਏ। ਆਗੇ ਡੇਰੇ ਸੋਨਾ ਕਰੇ, ਇਹਨਾਂ ਨੂੰ ਪਤਾ ਸੀ ਵੀ ਦਿੱਲੀ ਦੇ ਕਬਜ਼ਾ ਕਰ ਲਿਆ ਜੇ ਇੰਨਾ ਹੀ ਬੜਾ ਏ ਹਜੇ ਲਾਹੌਰ ਵੱਲ ਨਾ ਜਾਈਏ। ਇਕ ਬੀਤਤ ਭਇਓ ਸਜਾ, ਇਸ ਤਰ੍ਹਾਂ ਕਹਿੰਦੇ ਕਰਦੇ ਹੋਏ 1 ਸਾਲ ਬਤੀਤ ਹੋ ਗਿਆ ਦਿੱਲੀ ਦੇ ਕਬਜ਼ਾ ਕੀਤੇ ਨੂੰ। ਨਾ ਬੇਗੁਬ ਸੁਨੋ ਹਵਾਲ, ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਹ ਤੇ ਗੱਲ ਹੋਈ ਵੀ ਮਰਹੱਟਿਆਂ ਨੇ ਦੁਬਾਰਾ ਫੇਰ ਮਦਦ ਕਰਕੇ ਗਾਜੀ ਦੀਨ ਨੂੰ ਦਿੱਲੀ ਦਵਾਤੇ ਪਰ ਹੁਣ ਕਹਿੰਦੇ ਦੀਨਾ ਬੇਗ ਜਿਹੜਾ ਜਲੰਧਰ ਦਾ ਸੂਬਾ ਹੈ ਨਾ ਉਹਦੀ ਗੱਲ ਸੁਣੋ ਜਿਹਦੀ ਗੱਲ ਦੇ ਨਾਲ ਹੀ ਬਾਬੇ ਵਡਭਾਗ ਸਿੰਘ ਦੀ ਗੱਲ ਤੇ ਉਹ ਤੋਂ ਅੱਗੇ ਫਿਰ ਪੰਥ ਦੀ ਗੱਲ ਨਾਲ ਜੁੜਦੀ ਹੈ ਕਿਉਂਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਆਇਆ ਤੇ ਜਲੰਧਰ ਤੇ ਰਾਹ 'ਚ ਹੀ ਸੀ ਨਾ, ਰਾਹ ਦੇ ਵਿੱਚ ਵੀ ਦੀਨਾ ਬੇਗ ਨੂੰ ਭਜਾਵ ਕੇ ਤੇ ਇਹਨੇ ਅਹਿਮਦ ਸ਼ਾਹ ਅਬਦਾਲੀ ਨੇ ਜਲੰਧਰ ਸੂਬੇ ਦੇ ਵੀ ਆਪਣਾ ਕਬਜ਼ਾ ਕਰਕੇ ਤੇ ਆਪਣਾ ਬੰਦਾ ਬਿਠਾਇਆ ਸੀ। ਜਦੋਂ ਦੀਨਾ ਬੇਗ ਅਹਿਮਦ ਸ਼ਾਹ ਅਬਦਾਲੀ ਤੋਂ ਬਚ ਕੇ ਭੱਜਿਆ ਤੇ ਕਹਿੰਦੇ ਪਹਾੜਾਂ 'ਚ ਚਲਾ ਗਿਆ। ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨਾਲ ਇਹਦੀ ਕੋਈ ਥੋੜੀ ਬਹੁਤ ਮਿੱਤਰਤਾ ਸੀ। ਉੱਥੇ ਜਾ ਕੇ ਬਹੁਤ ਇਹਨੇ ਕਹਿੰਦੇ ਵੀ ਦੁੱਖ ਪਾਇਆ, ਬੜੀ ਗਿਰਾਵਟ ਦੇ ਵਿੱਚ ਗਿਆ, ਠਾਂ ਹੀ ਜਾਂਦਾ ਰਿਹਾ। ਇਹਦੇ ਪੱਲੇ ਮਾਲ ਵੀ ਨਾ ਰਿਹਾ, ਮਾਇਆ ਬਹੁਤ ਸੀ ਪਰ ਪਹਾੜਾਂ ਦੇ ਵਿੱਚ ਕਈ ਸਾਲ ਰਹਿ ਕੇ ਹੁਣ ਫੌਜ ਹੈ, ਫੌਜ ਦੇ ਘੋੜੇ ਹੈ, ਤਨਖਾਹਾਂ ਦੇਣੀਆਂ ਹੈ, ਦਾਣਾ ਪੱਠਾ ਕੱਪੜਾ ਲੀੜਾ ਸ਼ਸਤਰ ਉਧਰ ਖਰਚ ਹੁੰਦਾ ਗਿਆ, ਜਿਹਦੇ ਪੱਲੇ ਕੁਝ ਨਾ ਰਿਹਾ। ਹੁਣ ਆਪਣੇ ਮੁਲਕ ਨੂੰ ਯਾਦ ਕੇ ਹੌਕੇ ਭਰਦਾ ਹੈ। ਕੁਰਸੀ ਤੋਂ ਲੱਥਾ ਸੀ ਨਾ, ਜਿਹੜਾ ਕੁਰਸੀੋਂ ਲੱਥਾ ਹੋਵੇ ਉਹਦਾ ਦੁੱਖ ਉਹਨੂੰ ਹੀ ਪਤਾ ਹੁੰਦਾ। ਕਿੱਥੇ ਜਲੰਧਰ ਦਾ ਸੂਬਾ ਸੀ, ਬਹੁਤ ਵੱਡੀ ਰਿਆਸਤ ਸੀ, ਸਾਰੇ ਦੁਆਬੇ ਦਾ ਮਾਲਕ, ਪਹਾੜਾਂ ਦੀਆਂ ਵੀ 7
ਧਾਰਾਂ ਜਿਹੜੀਆਂ ਰਿਆਸਤਾਂ ਸੀ ਉਹ ਜਲੰਧਰ ਦੇ ਸੂਬੇ ਅਧੀਨ ਆਉਂਦੀਆਂ। ਬੜੇ ਹੌਕੇ ਭਰਦਾ, ਕਹਿੰਦੇ ਦਰੁੰਦਾ, ਬੜਾ ਦੁਖੀ ਹੁੰਦਾ ਵੀ ਮੈਂ ਨਵਾਬ ਹੁੰਦਾ ਸੀ, ਮੈਂ ਸੂਬੇਦਾਰ ਹੁੰਦਾ ਸੀ, ਬਿਨਾ ਜੋਰ ਕਿਛ ਨਾਹੀ ਸਰੇ। ਪਰ ਹੁਣ ਇੰਨੀ ਤਾਕਤ ਨਹੀਂ ਸੀ ਵੀ ਜਲੰਧਰ ਦਾ ਦੁਬਾਰਾ ਇਹ ਜਾ ਕੇ ਸੂਬਾ ਬਣੇ। ਹੁਣ ਬਿਨਾ ਜ਼ੋਰ ਤੋਂ ਕਹਿੰਦੇ ਵੀ ਕੰਮ ਸਰਦਾ ਨਹੀਂ ਹੈ। ਮਾੜੇ ਸ਼ਾਹੀ ਜਿਮ ਖੇਪਾਂ ਭਰੇ। ਕਹਿੰਦੇ ਜਿਹੜਾ ਕੋਈ ਮਾੜਾ ਸ਼ਾਹੂਕਾਰ ਹੁੰਦਾ ਨਾ, ਜਿਵੇਂ ਵਪਾਰ ਕਰਨ ਦੇ ਲਈ ਮਾੜਾ ਮੋਟਾ ਜਿਹਾ ਸੌਦਾ ਭਰ ਕੇ ਤੇ ਕਹਿ ਦਿੰਦਾ ਵੀ ਮੈਂ ਵੇਖੋ ਗੱਡੇ ਲੱਦੇ ਆ, ਕਹਿੰਦੇ ਵੀ ਉਹਦੇ ਵਾਂਗ ਹੀ ਡੰਗ ਜਿਹਾ ਟਪਾਉਂਦਾ ਏ। ਹੁਣ ਇਹਦੇ ਕੋਲ ਮਾਇਆ ਹੈ ਕੋਈ ਨਹੀਂ ਤੇ ਸਰਦਾ ਨਹੀਂ ਹੈ। ਹੁਣ ਇਹ ਚਿੰਤਾ ਪੈ ਗਈ ਵੀ ਸੂਬੇਦਾਰੀ ਤੇ ਗਈ ਹੈ, ਹੁਣ ਕਿਤੇ ਮੇਰੀ ਫੌਜ ਵੀ ਨਾ ਭੱਜ ਜੇ। ਜੇ ਇਹਨਾਂ ਨੂੰ ਤਨਖਾਹ ਦੇਣ ਜੋਗੀ ਮਾਇਆ ਨਾ ਰਹੀ, ਫੌਜ ਭੱਜ ਗਈ ਤੇ ਫੇਰ ਮੈਂ ਕਿਵੇਂ ਜਾ ਕੇ ਜਲੰਧਰ ਜਿੱਤਾਂਗਾ। ਇਹ ਤਾਂ ਰੋਜ਼ ਹੀ ਦਿਲ ਦੇ ਵਿੱਚ ਚਿੰਤਾ ਕਰਦਾ ਹੈ। ਤੇ ਪਹਾੜਾਂ ਦੇ ਇਲਾਕੇ ਵਿੱਚ ਕਈ ਸਾਲ ਲੰਘ ਗਏ, ਉਪਾਅ ਨਹੀਂ ਕੁਝ ਦਿਸਦਾ। ਕਈਆਂ ਨਾਲ ਮੀਟਿੰਗਾਂ ਹੋਈਆਂ, ਕਈਆਂ ਨਾਲ ਸਲਾਹ ਹੋਈਆਂ, ਪਰ ਜਲੰਧਰ ਦੇ ਉੱਤੇ ਹੱਲਾ ਕਰਨ ਦਾ ਹੌਸਲਾ ਨਾ ਪਿਆ। ਮਨਸੂਬਾ ਹੁੰਦਾ ਹੈ ਵੀ ਜਿਹੜੀ ਕੋਈ ਮਨ ਦੀ ਇੱਛਾ ਹੋਵੇ, ਮਨ ਦੀ ਇੱਛਾ ਇਹ ਸੀ ਵੀ ਮੈਂ ਜਲੰਧਰ ਦਾ ਸੂਬੇਦਾਰ ਬਣਾ ਫਿਰ ਜਾ ਕੇ। ਤੇ ਇਹਦਾ ਦੀਨਾ ਬੇਗ ਜਿਹੜਾ ਇਹ ਜਲੰਧਰ ਦਾ ਸੂਬਾ ਬੜੇ ਮਨਸੂਬੇ ਚੱਕਦਾ ਰਿਹਾ, ਬੜੇ ਮਨ ਵਿੱਚ ਖਿਆਲ ਕਰਦਾ ਰਿਹਾ, ਪਰ ਇਹਦਾ ਕੋਈ ਵੀ ਯਤਨ ਕਾਮਯਾਬ ਨਹੀਂ ਹੋਇਆ। ਮਨ ਦੀਆਂ ਮਨ 'ਚ ਹੀ ਰਹਿ ਗਈਆਂ। ਇਹ ਕਿਉਂਕਿ ਥੋੜਾ ਬਹੁਤ ਨਾ ਸਿੱਖਾਂ ਦਾ ਪਿਆਰ ਵੀ ਰੱਖਦਾ ਸੀ। ਇਹ ਦੀਨਾ ਬੇਗ ਬੜਾ ਚਲਾਕ ਸੀ, ਕਈ ਵਾਰਾਂ ਦੇ ਸਿੰਘਾਂ ਦੇ ਉੱਤੇ ਚੜ੍ਹਾਈ ਵੀ ਕਰਕੇ ਆ ਗਿਆ, ਜਿਵੇਂ ਅੰਮ੍ਰਿਤਸਰ ਆਇਆ ਸੀ। ਤੇ ਕਈ ਵਾਰਾਂ ਸਿੰਘਾਂ ਦੀ ਇਹ ਮਦਦ ਮੰਗਣ ਦੇ ਲਈ ਉਹਨਾਂ ਦੇ ਅੱਗੇ ਹੱਥ ਵੀ ਜੋੜ ਦਿੰਦਾ ਸੀ ਵੀ ਮੈਂ ਵੀ ਵੇਖੋ, ਆਪਣੇ ਆਪ ਨੂੰ ਨਾ ਭੋਡਾ ਸਿੱਖ ਕਹਿੰਦਾ ਹੁੰਦਾ ਸੀ। ਕਹਿੰਦਾ ਜੀ ਮੈਂ ਵੀ ਵੇਖੋ ਜੀ ਭੋਡਾ ਸਿੱਖ ਆ, ਮੈਂ ਤੁਹਾਡਾ ਭਰਾ ਹੀ ਆ, ਇੱਦਾਂ ਸਿੱਖਾਂ ਦੇ ਪੈਰੀ ਪੈ ਜਾਣਾ। ਤੇ ਇਹਦੀ ਫੌਜ ਦੇ ਵਿੱਚ ਇੱਕ ਸਿੱਖ ਵੀ ਜਵਾਨ ਭਰਤੀ ਸੀ। ਜਦੋਂ ਕਰਦਿਆਂ ਕਰਾਉਂਦਿਆਂ ਨੇ ਸਲਾਹ ਕੀਤੀ ਉਸ ਸਿੱਖ ਦੇ ਨਾਲ ਵੀ ਹੁਣ ਮੈਂ ਕੀ ਕਰਾਂ, ਤਾਂ ਅੱਗੋਂ ਉਸਨੇ ਇੱਦਾਂ ਯਤਨ ਦੱਸਿਆ। ਕਹਿਣ ਲੱਗਾ ਦੀਨਾ ਬੇਗ ਜੀ ਗੱਲ ਏਦਾਂ ਹੈ ਵੀ ਇੱਥੇ ਪਹਾੜਾਂ ਦੇ ਵਿੱਚ ਹੀ ਨਾ ਆਪਣੇ ਨੇੜੇ ਹੀ ਧੌਲੀ ਧਾਰ ਦੇ ਵਿੱਚ ਵਡਭਾਗ ਸਿੰਘ ਸੋਢੀ ਰਹਿੰਦਾ ਹੈ। ਇਹ ਗੁਰੂ ਮਹਾਰਾਜ ਦੀ ਅੰਸ਼ ਬੰਸ਼ ਦੇ ਵਿੱਚੋਂ ਆਇਆ ਤੇ ਬਾਬੇ ਧੀਰਮਲ ਦਾ ਗਾੜੀ ਅੱਗੇ ਪੋਤਰੇ ਦਾ ਪੜਪੋਤਰਾ ਲੱਗਦਾ ਏ। ਤੇ ਜੇ ਆਪਣੀ ਗੱਲ ਉਹਦੇ ਨਾਲ ਬਣ ਜਾਵੇ ਤੇ ਕਹਿੰਦੇ ਵੀ ਜੇ ਉਹਦੇ ਨਾਲ ਆਪਾਂ ਗੱਲ ਕਰੀਏ ਕੋਈ ਤੇ ਆਪਣੀ ਰਲ ਜੇ ਉਹਦੇ ਨਾਲ ਰਹਿ ਤਾਂ 1 ਲੱਖ ਸਿੰਘ ਤਿੱਕਰ ਤਾਂ ਉਹ ਮੰਗਾ ਸਕਦਾ। ਕਿਉਂਕਿ ਪਹਿਲਾਂ ਜਿਹੜਾ ਬਾਬਾ ਵਡਭਾਗ ਸਿੰਘ ਸੀ ਇਹਦਾ ਨਾਮ ਜਿਹੜਾ ਸੀ ਵਡਭਾਗ ਰਾਏ ਸੀ। ਇਹ ਸਰਦਾਰ ਜੱਸਾ ਸਿੰਘ ਜਦੋਂ ਆਹਲੂਵਾਲੀਆ ਪੰਥ ਦੇ ਜਥੇਦਾਰ ਬਣੇ ਤੇ ਉਸ ਵੇਲੇ ਇਹਨਾਂ ਨੇ ਹੱਥ ਜੋੜੇ ਸੀ ਵੀ ਅੰਮ੍ਰਿਤ ਛਕਾਓ। ਕਿਉਂਕਿ ਇਤਿਹਾਸਕਾਰ ਕਈ ਇਹ ਦੱਸਦੇ ਵੀ ਇਹਨਾਂ ਦਾ ਦਾਦਾ ਜਿਹੜਾ ਸੀ ਨਾ ਬਾਬੇ ਵਡਭਾਗ ਸਿੰਘ ਦਾ, ਇਹ ਗੁਰੂ ਕਲਗੀਧਰ ਦੀ ਸ਼ਰਨ ਆਇਆ ਵੀ ਮਹਾਰਾਜ ਹੁਣ ਸਾਨੂੰ ਰਲਾ ਲਓ, ਅਸੀਂ ਪਰੇ ਪਰੇ ਹੀ ਰਵਾਂਗੇ, ਹੈ ਤੇ ਤੁਹਾਡੇ ਹੀ ਆ। ਤੇ ਉਹਨਾਂ ਨੇ ਕਿਹਾ ਸੀ ਵੀ ਕੁਝ ਸਮਾਂ ਹਜੇ ਤੁਹਾਨੂੰ ਇਦਾਂ ਹੀ ਕੱਢਣਾ ਪਏਗਾ ਤੇ ਅੱਗੇ ਫਿਰ ਜਦੋਂ ਸਾਡਾ ਪੰਥ ਹੋਵੇਗਾ ਪੰਥ ਤੁਹਾਨੂੰ ਆਪਣੇ ਨਾਲ ਮੇਲ ਲਵੇਗਾ। ਜੇ ਬਾਬਾ ਵਡਭਾਗ ਸਿੰਘ ਨੇ ਖਾਲਸੇ ਪੰਥ ਕੋਲੋਂ ਅੰਮ੍ਰਿਤ ਵੀ ਛਕਿਆ। ਇਹ ਵੱਖਰੀ ਗੱਲ ਹੁੰਦੀ ਆ ਵੀ ਜਿਹੜੇ ਅੱਗੇ ਚੇਲੇ ਚਾਪੜੇ ਹੁੰਦੇ ਆ ਨਾ, ਉਹਨਾਂ ਰਲ ਨਹੀਂ ਦਿੱਤਾ ਗਾੜੀ ਪੰਥ ਦੇ ਨਾਲ, ਵੱਖਰਾ ਹੀ ਉਹਨਾਂ ਨੇ ਆਪਣਾ ਭੂਤਾਂ ਦਾ ਡੇਰਾ ਬਣਾਈ ਰੱਖਿਆ। ਆ ਪਿੱਛੇ ਜੇ ਕੁਝ ਸਾਲ ਪਹਿਲਾਂ ਵੀ ਤੁਸੀਂ ਸੁਣਿਆ ਹੋਊਗਾ ਜਿਹੜਾ ਮੌਜੂਦਾ ਉੱਥੇ ਗੱਦੀ ਨਸ਼ੀਨ ਹੈ ਨਾ ਧੌਲੀ ਧਾਰ ਦੇ ਵਿੱਚ ਜਿਹੜਾ ਡੇਰਾ ਬਣਿਆ ਹੈ, ਉਹ ਵੀ ਅਕਾਲ ਤਖਤ ਸਾਹਿਬ ਆਏ ਸੀ, ਅੰਮ੍ਰਿਤ ਉਹਨਾਂ ਵੀ ਛਕਿਆ। ਪੰਥ ਦੇ ਨਾਲ ਰਲਣ ਦੀ ਫਿਰ ਗੱਲਬਾਤ ਚੱਲੀ ਸੀ, ਪਰ ਉਹ ਗੱਲ ਉੱਥੇ ਅੜ ਜਾਂਦੀ ਸੀ ਵੀ ਉੱਥੇ ਆ ਕੇ ਤੇ ਉਹ ਮਹਾਰਾਜ ਦੇ ਸਾਹਮਣੇ ਨੰਗੇ ਸਿਰ ਜਿਹੜੀਆਂ ਭੂਤ ਪ੍ਰੇਤਾਂ ਦੀਆਂ ਚੌਂਕੀਆਂ ਪੈਂਦੀਆਂ ਨੇ ਨਾ, ਪੰਥ ਇਹਦੇ ਨਾਲ ਸਹਿਮਤ ਨਹੀਂ ਹੋਇਆ। ਬਾਬਾ ਵਡਭਾਗ ਸਿੰਘ ਜਿਹੜਾ ਸੀ ਉਹ ਅੰਮ੍ਰਿਤ ਛਕ ਕੇ ਤੇ ਪੰਥ ਦੀ ਤਾਬਿਆ ਹੋ ਗਿਆ ਸੀ, ਪੰਥ ਦੇ ਗੁਰਮਤੇ 'ਚ ਆ ਗਿਆ। ਪਰ ਪਤਾ ਹੀ ਹੈ ਜਿੰਨਾ ਅੱਗੇ ਖਾਣਾ ਪੀਣਾ ਹੋਵੇ ਸਾਧ ਸੰਗਤ ਉਹ ਆਪਣੀ ਦੁਕਾਨ ਗਾਂ ਚੇਲੇ ਚਾਪੜੇ ਵੱਖਰੀ ਰੱਖਦੇ। ਜਿਵੇਂ ਬਾਬਾ ਰਾਮ ਸਿੰਘ ਨਾਮਧਾਰੀ ਬੜੇ ਵੱਡੇ ਕਰਨੀ ਵਾਲੇ ਮਹਾਂਪੁਰਖ ਹੋਏ ਆ, ਪਰ ਜਦੋਂ ਉਹ ਚੜ੍ਹਾਈ ਕਰ ਗਏ ਤੇ ਅੱਗੇ ਉਹਨਾਂ ਦੇ ਜਿਹੜੇ ਚੇਲੇ ਸੀ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਲਿਖਾਉਣਾ ਸ਼ੁਰੂ ਕਰਤਾ। ਕਹਿ ਦਿੱਤਾ ਵੀ ਇਹ ਜੀ ਮਹਾਰਾਜ ਦੀ ਗੱਦੀ ਜਿਹੜੀ ਉਹ ਅੱਗੇ ਇਹਨਾਂ ਕੋ ਆਈ, ਅੱਗੇ ਅੱਗੇ ਹੁਣ ਤੀਕਰ ਵੀ ਉਹ ਸਤਿਗੁਰੂ ਲਿਖਾਉਂਦੇ ਆ। ਇਹ ਖਾਣ ਪੀਣ ਦੇ ਢੰਗ ਦੇ ਨਾਲ ਪੰਥ ਦੀਆਂ ਕਈ ਜਥੇਬੰਦੀਆਂ ਇੱਦਾਂ ਖਰਾਬ ਹੋ ਗਈਆਂ। ਤੇ ਬਾਬੇ ਵਡਭਾਗ ਸਿੰਘ ਨੇ ਅੰਮ੍ਰਿਤ ਬਾਬੇ ਜੱਸਾ ਸਿੰਘ ਆਹਲੂਵਾਲੀਏ ਕੋਲੋਂ ਛਕਿਆ ਤੇ ਪੰਥ ਦੀ ਮਦਦ ਵੀ ਮੰਗੀ। ਉਹ ਹੁਣ ਜਿਹੜਾ ਅਦੀਨਾ ਬੇਗ ਹੈ ਉਹਨੂੰ ਉਹ ਸਿੱਖ ਜਿਹੜਾ ਸਿਪਾਹੀ ਸੀ ਉਹ ਕਹਿੰਦਾ ਵੀ ਨਵਾਬ ਸਾਹਿਬ ਗੱਲ ਇੱਦਾਂ ਹੈ
ਵੀ ਵਡਭਾਗ ਸਿੰਘ ਆਪਣੇ ਲਾਗੇ ਰਹਿੰਦਾ ਇੱਥੇ ਧੌਲੀ ਧਾਰ ਦੇ ਵਿੱਚ। 22 ਧਾਰਾਂ ਨੇ ਨਾ ਪਹਾੜਾਂ ਦੀਆਂ, ਉਹ 'ਚੋਂ ਇੱਕ ਧੌਲੀ ਧਾਰ ਹੈ। ਤੇ ਕਹਿੰਦੇ ਵੀ ਜੇ ਉਹਦੇ ਨਾਲ ਗੱਲ ਬਣ ਜੇ ਨਾ ਆਪਣੀ ਕੋਈ, ਤੇ ਉਹ ਲੱਖ ਸਿੰਘ ਇਕੱਠਾ ਕਰ ਲੂਗਾ। ਤੇ ਜੇ ਲੱਖ ਸਿੰਘ ਨਾ ਵੀ ਹੋਇਆ, ਅੱਧੇ ਵੀ ਇਕੱਠੇ ਹੋ ਗਏ, ਤੇ ਜਲੰਧਰ ਦੀ ਕਹਿੰਦੇ ਨਵਾਬੀ ਆਪਣੀ ਪੱਕੀ ਹੋ ਜਾਏਗੀ। ਜਦੋਂ ਨਵਾਬ ਨੇ ਉਹ ਸਿੱਖ ਕੋ ਇਹ ਸਲਾਹ ਸੁਣੀ ਵੀ ਵਡਭਾਗ ਸਿੰਘ ਦੇ ਕੋਲ ਪਹੁੰਚ ਕਰ ਤੂੰ, ਉਹਨੂੰ ਤੇ ਕਹਿੰਦੇ ਵੀ ਲੋੜ ਚੌਗਣਾ ਜ਼ਿਆਦੀ ਸੀ। ਗੱਲ ਸੁਣਦਿਆਂ ਸਾਰੀ ਇਹਨੂੰ ਤੇ ਜਿਵੇਂ ਇੱਕ ਨਵਾਂ ਰਾਹ ਲੱਭ ਗਿਆ ਵੀ ਮੈਂ ਹੁਣ ਜਲੰਧਰ ਦਾ ਸੂਬਾ ਬਣਾਂਗਾ। ਫੇਰ ਹੁਣ ਕਹਿੰਦੇ ਵੀ ਇਹ ਗੱਲ ਸ਼ੁਰੂ ਹੋਈ ਤੇ ਗੱਲ ਗੁਰੂ ਕੇ ਪੰਥ ਦੇ ਸਿੰਘਾਂ ਤੇ ਆ ਗਏ। ਇਹ ਗੁਰਮੁਖ ਗੁਰੂ ਕੇ ਪਿਆਰੇ ਸਿੰਘੋ ਭਰਾਵੋ, ਕਥਾ ਸੁਣੋ ਵੀ ਜਿਵੇਂ ਪੰਥ ਦੀ ਇਹਨਾਂ ਨੇ ਮਦਦ ਮੰਗੀ। ਫੇਰ ਕਹਿੰਦੇ ਬਾਬਾ ਵਡਭਾਗ ਸਿੰਘ ਇਹ ਵੀ ਪਹਾੜਾਂ ਦੇ ਵਿੱਚ ਧੌਲੀ ਧਾਰ ਦੇ ਵਿੱਚ ਆਪਣਾ ਡੇਰਾ ਬਣਾ ਕੇ ਰਹਿੰਦਾ ਹੈ। ਇਹ ਪਹਾੜਾਂ ਦੇ ਵਿੱਚ ਕਿਉਂ ਗਿਆ? ਇਹ ਪਹਿਲਾਂ ਪਹਾੜਾਂ ਵਿੱਚ ਨਹੀਂ ਸੀ, ਪਹਿਲਾਂ ਕਰਤਾਰਪੁਰ ਸਾਹਿਬ ਹੀ ਰਹਿੰਦੇ ਸੀ, ਕਿਉਂਕਿ ਪਤਾ ਹੈ ਵੀ ਧੀਰ ਮੱਲੀਆਂ ਕੋ ਸੇਵਾ ਰਹੀ ਉੱਥੋਂ ਦੇ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਪਾਵਨ ਬੀੜ ਪੰਜਵੇਂ ਪਾਤਸ਼ਾਹ ਨੇ ਲਿਖਾਈ ਸੀ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਗਏ ਸਨ। ਕਹਿੰਦੇ ਕੋਈ ਨਹੀਂ, ਚਲੋ ਇੱਥੇ ਰਹਿਣ ਦਿਓ। ਪਤਾ ਸੀ ਮਹਾਰਾਜ ਨੂੰ ਵੀ ਇਹ ਥੋੜਾ ਜਿਹਾ ਦੁਫਸਲੇ ਜਿਹੇ ਹੈਗੇ ਆ, ਤੇ ਸਰਕਾਰ ਦੁਫਸਲਿਆਂ ਨੂੰ ਕੁਝ ਕਹਿੰਦੀ ਨਹੀਂ, ਤੇ ਮਹਾਰਾਜ ਦਾ ਸਰੂਪ ਸੁਰੱਖਿਅਤ ਰਹੇਗਾ ਇੱਥੇ। ਉਹ ਅੱਗੇ ਤੋਂ ਅੱਗੇ ਬੰਸ ਇਹਨਾਂ ਦੀ ਚੱਲਦੀ ਗਈ, ਤੇ ਜਿਹੜਾ ਕਰਤਾਰਪੁਰ ਸਾਹਿਬ ਦੇ ਗੁਰਧਾਮ ਸੀ, ਇਹਨਾਂ ਦੀ ਸੇਵਾ ਇਹੀ ਕਰਦੇ ਰਹੇ ਧੀਰਮਲ ਦੀ ਅੰਸ਼ ਬੰਸ ਵਾਲੇ। ਜਦੋਂ ਬਾਬਾ ਵਡਭਾਗ ਸਿੰਘ ਇੱਥੇ ਸੀ 1757 ਦੇ ਲਗਭਗ ਦੀ ਗੱਲ ਹੈ, ਉਦੋਂ ਇੱਕ ਰੁਸਤਮ ਖਾਨ ਸਾਧ ਸੰਗਤ ਜਿਹੜਾ ਜਲੰਧਰ ਦਾ ਇੱਕ ਸੂਬਾ ਸੀ, ਇਹਨੇ ਕੀ ਕੀਤਾ ਵੀ ਜਲੰਧਰ ਦੇ ਸੂਬੇ ਨੇ, ਕਿਉਂਕਿ ਦੀਨਾ ਬੇਗ ਨੂੰ ਤੇ ਭਜਾ ਦਿੱਤਾ ਸੀ, ਤੇ ਦੀਨਾ ਬੇਗ ਨੂੰ ਭਜਾਉਣ ਕਰਕੇ ਉਹਨੇ ਕਰਤਾਰਪੁਰ ਦੇ ਉੱਤੇ ਹਮਲਾ ਕਰਤਾ। ਕਰਤਾਰਪੁਰ ਤੇ ਹਮਲਾ ਕੀਤਾ, ਉਹਦਾ ਕਾਰਨ ਸੀ ਇੱਥੇ ਜਿਹੜਾ ਗੁਰਦੁਆਰਾ ਸੀ ਨਾ ਥੰਮ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਹੱਥੀਂ ਇੱਕ ਟਾਹਲੀ ਵੱਢ ਕੇ ਥੰਮਾ ਲਾਇਆ ਸੀ। ਜਿੱਥੇ ਦੀਵਾਨ ਸਥਾਨ ਬਣਾਉਣਾ ਸੀ, ਉਹਦੀ ਛੱਤ ਦੇ ਥੱਲੇ ਇੱਕ ਟਾਹਲੀ ਦਾ ਥੰਮਾ ਲਾਇਆ। ਤੇ ਉਹ ਜਿਹੜਾ ਥੰਮ ਸੀ ਨਾ, ਕਿਉਂਕਿ ਉਹਦੇ ਵਿੱਚ ਕਥਾ ਆਉਂਦੀ ਹੈ ਵੀ ਸਿੰਘ ਵੱਢਣ ਗਏ ਤੇ ਇੱਕ ਆਤਮਾ ਰਹਿੰਦੀ, ਉਹ ਕਹਿੰਦੀ ਮੇਰਾ ਘਰ ਹੈ, ਵੀ ਤੁਸੀਂ ਕਿਉਂ ਘਰ ਉਜਾੜਦੇ ਹੋ? ਤੇ ਮਹਾਰਾਜ ਫੇਰ ਆਏ, ਕਹਿੰਦੇ ਤੇਰੀ ਮੁਕਤੀ ਕਰ ਦਾਂਗੇ ਤੇ ਇਹ ਟਾਹਲੀ ਸੇਵਾ 'ਚ ਲੱਗ ਜਾਏਗੀ। ਜਦੋਂ ਉੱਥੇ ਟਾਹਲੀ ਲੱਗ ਗਈ ਤੇ ਸੰਗਤ ਦੀ ਬੜੀ ਮਾਨਤਾ ਵੀ ਇਹ ਪੰਜਵੇਂ ਪਾਤਸ਼ਾਹ ਨੇ ਥੰਮ ਲਾਇਆ। ਥੰਮ ਸਾਹਿਬ ਨੂੰ ਵੀ ਨਮਸਕਾਰਾਂ ਹੋਣ ਲੱਗ ਪਈਆਂ। ਮੁਗਲਾਂ ਤੁਰਕਾਂ ਦੇ ਕੋਲੋਂ ਇਹ ਗੱਲ ਨਹੀਂ ਸੀ ਜਰੀ ਜਾਂਦੀ, ਉਹਨਾਂ ਨੇ ਇੱਥੇ ਹਮਲਾ ਕੀਤਾ, ਕਰਤਾਰਪੁਰ ਲੁੱਟਿਆ, ਗੁਰਧਾਮਾਂ ਦੀ ਬੇਅਦਬੀ ਕੀਤੀ, ਥੰਮ ਸਾਹਿਬ ਨੂੰ ਅੱਗ ਲਾ ਕੇ ਸਾੜਤਾ ਲਗਭਗ। ਤੇ ਇੱਥੋਂ ਫਿਰ ਵਡਭਾਗ ਸਿੰਘ ਆਪਣਾ ਟੱਬਰ ਲੈ ਕੇ ਭੱਜ ਕੇ ਇਹਦੇ ਪਹਾੜਾਂ ਦੇ ਵਿੱਚ ਜਾ ਕੇ ਬੈਠਾ ਸੀ। ਇਸ ਕਰਕੇ ਹੁਣ ਕਹਿੰਦੇ ਵੀ ਜਦੋਂ ਕਰਤਾਰਪੁਰ ਦੇ ਵਿੱਚ ਕਤਲੋ ਗਾਰਤ ਹੋਈ ਤੇ ਉਦੋਂ ਭੱਜ ਕੇ ਵਡਭਾਗ ਸਿੰਘ ਪਹਾੜਾਂ ਦੇ ਵਿੱਚ ਚਲਾ ਗਿਆ। ਉਹ ਵੀ ਹੱਥ ਘਟੇ ਕੱਟ ਖਾਏ, ਤੇ ਉਹ ਵੀ ਉੱਥੇ ਬੈਠਾ ਆਪਣੇ ਹੱਥਾਂ ਦੇ ਦੰਦੀਆਂ ਵੜਦਾ ਸੀ। ਜਿਵੇਂ ਦੀਨਾ ਬੇਗ ਨੂੰ ਇਹ ਸੀ ਵੀ ਮੈਂ ਜਲੰਧਰ ਦਾ ਸੂਬਾ ਬਣਾ, ਫੇਰ ਤੇ ਵਡਭਾਗ ਸਿੰਘ ਨੂੰ ਇਹ ਸੀ ਵੀ ਮੈਂ ਥੰਮ ਸਾਹਿਬ ਦਾ ਬਦਲਾ ਲਵਾਂ। ਠੀਕ ਹੈ ਵੀ ਅੱਗੇ ਜਾ ਕੇ ਥੋੜੇ ਫਰਕ ਪਏ, ਪਰ ਪੰਜਵੇਂ ਪਾਤਸ਼ਾਹ ਦੇ ਗੁਰੂ ਸਾਹਿਬ ਦੇ ਭਰੋਸਾ ਦੇ ਸਾਰੇ ਇੱਕੋ ਜਿਹਾ ਰੱਖਦੇ ਸੀ ਨਾ, ਹੈ ਤੇ ਗੁਰੂ ਦਾ ਘਰ ਹੀ ਸੀ। ਇਸ ਕਰਕੇ ਹੱਥਾਂ ਨੂੰ ਦੰਦੀਆਂ ਵੜਦਾ, ਗੁੱਸੇ ਨਾਲ ਕਚੀਜੀਆਂ ਵੜਦਾ ਸੀ ਵੀ ਇਹਨਾਂ ਤੁਰਕਾਂ ਨੇ ਥੰਮ ਸਾਹਿਬ ਦੀ ਬੇਅਦਬੀ ਕੀਤੀ ਤੇ ਮੈਂ ਬਦਲਾ ਕਿਵੇਂ ਲਵਾਂ। ਔਰ ਕਿਛ ਤਿਸ ਲੱਗਿਆ ਨਾ ਦਾਏ, ਇਹ ਵੀ ਬੜੇ ਹੀਲੇ ਕਰਦਾ, ਇਹਦਾ ਦਾਅ ਆ ਕੋਈ ਨਹੀਂ ਲੱਗਦਾ ਵੀ ਕਿਵੇਂ ਜਾ ਕੇ ਕਰਤਾਰਪੁਰ ਫੇਰ ਵਸਾਵਾਂ, ਫੇਰ ਗੁਰਦੁਆਰਿਆਂ ਦੀ ਸੇਵਾ ਹੋਵੇ, ਥੰਮ ਸਾਹਿਬ ਕਿਵੇਂ ਮੈਂ ਜਾ ਕੇ ਫੇਰ ਵਸਾਵਾਂ। ਆਣ ਨੂੰ ਗੜੀ ਜਲੰਧਰ ਵਾਲੇ, ਕਿਉਂਕਿ ਜਿਹੜੇ ਜਲੰਧਰ ਦੇ ਵਿੱਚ ਗੜੀ ਬਣਾ ਕੇ ਪਠਾਨ ਬੈਠੇ ਸੀ, ਜਿਨ੍ਹਾਂ ਨੇ ਇਹਨੂੰ ਭਜਾ ਦਿੱਤਾ ਸੀ। ਜਦ ਤੱਕ ਸਕੋ ਨਾ ਉਸਕੋ ਮਾਰੇ, ਇਹ ਵਿਚਾਰਾਂ ਕਰਦਾ ਵਡਭਾਗ ਸਿੰਘ ਵੱਖਰੀਆਂ ਵੀ ਜੇ ਨਾ ਚਿਰ ਮੈਂ ਜਲੰਧਰ ਵਾਲੇ ਪਠਾਨਾਂ ਨੂੰ ਨਹੀਂ ਮਾਰਦਾ, ਉਹਨਾਂ ਚਿਰ ਮੇਰਾ ਕਰਤਾਰਪੁਰ ਨਹੀਂ ਵਸਣਾ। ਸਾਨੂੰ ਗੁਰੂ ਕੋ ਦੀਨੋ ਫੂਕ, ਕਿਉਂਕਿ ਉਹਨੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਹੱਥਾਂ ਦੇ ਨਾਲ ਲੱਗੀ ਹੋਈ ਟਾਹਲੀ, ਜਿਹੜਾ ਪਾਵਨ ਸਥਾਨ ਥੰਮ ਸਾਹਿਬ ਹੈ, ਉਹਨੂੰ ਸਾੜ ਕੇ ਤੇ ਉਹਦੀ ਬੇਅਦਬੀ ਕੀਤੀ ਹੈ ਪਠਾਨਾਂ ਨੇ, ਜਲੰਧਰ ਦੇ ਮੁਸਲਮਾਨਾਂ ਨੇ। ਵਡਭਾਗ ਸਿੰਘ ਦਿੱਲੀਓਂ ਉੱਠੇ ਕੂਕ, ਇਹਦਾ ਵਡਭਾਗ ਸਿੰਘ ਬਾਬੇ ਦੇ ਵੀ ਦਿਲ ਦੇ ਵਿੱਚ ਕਹਿੰਦੇ ਕੂਕਾਂ ਉੱਠਦੀਆਂ ਸਨ। ਇਹਦੇ ਦਿਲ ਵਿੱਚ ਆਉਂਦਾ ਸੀ ਵੀ ਮੈਂ ਕਰਤਾਰਪੁਰ ਦਾ ਬਦਲਾ ਲਵਾਂ ਤੇ ਕਰਤਾਰਪੁਰ ਫੇਰ ਵਸਾਵਾਂ।
ਪਰ ਉਹ ਵਸਣਾ ਉਹਨਾਂ ਚਿਰ ਨਹੀਂ ਹੈ ਜਿੰਨਾ ਚਿਰ ਦਿੱਲੀ ਦੇ ਵਿੱਚ ਕਹਿੰਦੇ ਪਠਾਨ ਬੈਠੇ ਹਨ। ਸਿਰ ਤੇ ਪੱਗ ਸੁਦੀਨੇਦਾਰ। ਸੋ ਇਸ ਤਰ੍ਹਾਂ ਇਹਨੇ ਆਪਣੇ ਜਦੋਂ ਪਹਾੜਾਂ 'ਚ ਗਿਆ ਸੀ ਕਹਿੰਦੇ ਵੀ ਵੱਡੀ ਪੱਗ ਬੰਨ੍ਹਦਾ ਸੀ, ਵੱਡੀ ਪੱਗ ਲਾ ਕੇ ਤੇ ਇੱਕ ਥੋੜਾ ਛੋਟਾ ਜਿਹਾ ਪਟਕਾ ਜਿਹਾ ਸਿਰ ਤੇ ਬੰਨ੍ਹ ਲਿਆ। ਜਲੰਧਰ ਕੋ ਮੈਂ ਮਾਰ। ਇਹਨੇ ਪ੍ਰਣ ਕਰ ਲਿਆ ਵਡਭਾਗ ਸਿੰਘ ਨੇ ਵੀ ਜਿੰਨਾ ਚਿਰ ਮੈਂ ਜਲੰਧਰ ਦੇ ਪਠਾਣਾ ਨੂੰ ਨਹੀਂ ਨਾ ਮਾਰਦਾ ਉਹਨਾਂ ਚਿਰ ਆਪਣੇ ਸਿਰ ਦੇ ਉੱਤੇ ਵੱਡੀ ਪੱਗ ਨਹੀਂ ਰੱਖਾਂਗਾ, ਵੱਡਾ ਦਮਾਲਾ ਫੇਰ ਨਹੀਂ ਬੰਨਾਂਗਾ। ਹੋਰ ਦੋਨੋਂ ਦੁਖੀਏ ਅਤ ਦਿਲੇ ਮਿਲ ਦੋਵੇਂ ਚਾਹੇ ਕਾਂ। ਹੁਣ ਗੱਲ ਮਿਲ ਗਈ। ਉਧਰ ਜਿਹੜਾ ਹੈ ਦੀਨਾ ਬੇਗ ਉਹ ਚਾਹੁੰਦਾ ਹੈ ਦਿੱਲੀ ਦੀ ਸੂਬੇਦਾਰੀ ਤੇ ਉਹਨੂੰ ਕਿਸੇ ਸਲਾਹ ਦਿੱਤੀ ਤੂੰ ਵਡਭਾਗ ਸਿੰਘ ਦੀ ਮਦਦ ਲੈ ਤੇ ਬਾਬਾ ਵਡਭਾਗ ਸਿੰਘ ਚਾਹੁੰਦਾ ਹੈ ਵੀ ਕਰਤਾਰਪੁਰ ਥੰਮ ਸਾਹਿਬ ਦੀ ਸੇਵਾ ਕਰਾਵਾਂ ਤੇ ਪਹਿਲਾਂ ਜਲੰਧਰ ਦੇ ਪਠਾਨ ਮਾਰਾਂਗਾ ਤੇ ਫੇਰ ਲੈ ਸਕਦਾ। ਐਵੇਂ ਦੋਵੇਂ ਦੁਖੀਏ ਸਨ, ਦੋਵਾਂ ਦੇ ਦਿਲਾਂ ਦੀ ਕਹਿੰਦੇ ਚਾਹਨਾ ਇੱਕ ਸੀ, ਦੋਵਾਂ ਦੇ ਦਿਲਾਂ ਦੀ ਗੱਲ ਮਿਲ ਗਈ। ਜਿਸੈ ਸਮਾਂ ਤਿਮ ਆ ਪੁੱਜਾ ਸੁਗਰੀਵ ਮਿਲੇ ਜਿਵ ਰਾਮ। ਕਹਿੰਦੇ ਉਹ ਸਮਾਂ ਇਦਾਂ ਆਣ ਪੁੱਜਾ ਦੀਨਾ ਬੇਗ ਤੇ ਵਡਭਾਗ ਸਿੰਘ ਦੇ ਮਿਲਾਪ ਦਾ ਜਿਵੇਂ ਸੁਗਰੀਵ ਤੇ ਰਾਮਚੰਦਰ ਮਿਲੇ। ਰਾਮਚੰਦਰ ਦੀ ਘਰਵਾਲੀ ਨੂੰ ਜਿਹੜਾ ਧੋਖੇ ਦੇ ਨਾਲ ਰਾਵਣ ਚੁੱਕ ਕੇ ਲੈ ਗਿਆ ਤੇ ਸੁਗਰੀਵ ਦੀ ਘਰਵਾਲੀ ਬਾਲੀ ਨੇ ਖੜੀ ਸੀ ਤੇ ਰਾਮਚੰਦਰ ਨੇ ਉਹਦੀ ਮਦਦ ਕਰਕੇ ਸੁਗਰੀਵ ਦੀ ਪਹਿਲਾਂ ਬਾਲੀ ਨੂੰ ਮਾਰ ਕੇ ਘਰ ਦੀ ਦਵਾਈ ਤੇ ਫਿਰ ਸੁਗਰੀਵ ਨੇ ਰਾਮਚੰਦਰ ਦੀ ਮਦਦ ਕਰਕੇ ਤੇ ਰਾਵਣ ਨੂੰ ਮਰਵਾਇਆ। ਕਹਿੰਦੇ ਵੀ ਜਿਵੇਂ ਉਹਨਾਂ ਦੀ ਆਪਸ ਵਿੱਚ ਗੱਲ ਬਣ ਗਈ ਨਾ, ਦੋਵੇਂ ਹੀ ਦੁਖੀ ਸੀ। ਏਦਾਂ ਵਡਭਾਗ ਸਿੰਘ ਤੇ ਦੀਨਾ ਬੇਗ ਦੋਵੇਂ ਦੁਖੀ ਸੀ, ਇਹਨਾਂ ਦੀ ਗੱਲ ਜੁੜ ਗਈ। ਹੁਣ ਕੋਈ ਰਾਜਪੁਰੇ ਰਹਿ ਦੀਨਾ ਬੇਗ। ਪਹਾੜਾਂ ਦੇ ਵਿੱਚ ਇੱਕ ਰਾਜਪੁਰਾ ਇਲਾਕਾ ਏ, ਦੀਨਾ ਬੇਗ ਉੱਥੇ ਰਹਿੰਦਾ ਸੀ। ਕੀ ਚੱਲੇ ਕੁਲਾਹਲ ਦੇ ਤੇ ਦੂਜੇ ਪਾਸੇ ਧੌਲੀ ਧਾਲ ਦੇ ਵਿੱਚ ਜਿੱਥੇ ਡੇਰਾ ਸਾਹਿਬ ਨਾਮ ਦਾ ਸਥਾਨ ਬਣਾਇਆ ਉੱਥੇ ਬਾਬਾ ਵਡਭਾਗ ਸਿੰਘ ਰਹਿੰਦਾ ਤੇ ਦੇਗ ਚੱਲਦੀ ਹੈ। ਇੱਥੇ ਵੀ ਮੇਲਾ ਲੱਗਾ ਰਹਿੰਦਾ ਕਿਉਂਕਿ ਮੇਲੇ ਦਾ ਕਾਰਨ ਇਹ ਸੀ ਵੀ ਉਹਦੇ ਕੋਲ ਵਿਦਿਆ ਥੋੜੀ ਦੂਜੀ ਸੀ ਤੇ ਜਿਹੜੀ ਦੂਸਰੀ ਵਿਦਿਆ ਹੈ ਜਿਹੜਾ ਭੂਤ ਪ੍ਰੇਤ ਕੱਢਣ ਦੀ ਕੋਈ ਗੱਲ ਕਰੇ ਤੇ ਲੋਕ ਉੱਥੇ ਜ਼ਿਆਦਾ ਜਾਂਦੇ ਆ। ਦੂਜੇ ਥਾਂ ਤੇ ਭਾਵੇਂ ਕੱਡਾ ਵੀ ਇਤਿਹਾਸਕ ਸਥਾਨ ਹੋਵੇ ਉੱਥੇ ਨਹੀਂ ਜਾਂਦੇ, ਜਿਸ ਕਰਕੇ ਬਾਬੇ ਵਡਭਾਗ ਸਿੰਘ ਕੋ ਵੀ ਪਹਾੜੀਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ। ਕਹਿੰਦੇ ਦੋਵੇਂ ਦੁਖੀ ਸੀ, ਦੋਵੇਂ ਦੁੱਖ ਦੇ ਨਾਲ ਭਰੇ ਆ। ਇੱਕ ਨੂੰ ਦੁੱਖ ਇਹ ਸੀ ਵੀ ਮੈਂ ਸੂਬੇਦਾਰ ਬਣਾ ਤੇ ਦੂਜੇ ਨੂੰ ਦੁੱਖ ਇਹ ਸੀ ਵੀ ਮੈਂ ਥੰਮ ਸਾਹਿਬ ਦਾ ਬਦਲਾ ਲਵਾਂ। ਇਹ ਭਾਵਨਾ ਤੇ ਨੇਕ ਸੀ। ਕਹਿੰਦੇ ਖਲੋ ਕੇ ਵੇਂਦੇ ਸੀ ਚਾਰ ਸਵੇਰੇ ਵੀ ਕਿਧਰੋਂ ਕੋਈ ਸਮਾਂ ਆਵੇ ਤੇ ਅਸੀਂ ਜਾ ਕੇ ਆਪਣੇ ਬਦਲੇ ਲਈਏ। ਦੀਨਾ ਬੇਗ ਨੂੰ ਕੁਰਸੀ ਗਈ ਦਾ ਦੁੱਖ ਸੀ। ਕੁਰਸੀ ਤੇ ਜਿਹੜਾ ਇੱਕ ਰਾਂ ਕਹਿੰਦੇ ਨਾ ਬਹਿ ਜਾਵੇ ਮੁੜ ਕੇ ਲੱਥੇ ਨੂੰ ਬੜਾ ਦੁੱਖ ਹੁੰਦਾ ਹੈ। ਤੇ ਬਾਬੇ ਵਡਭਾਗ ਸਿੰਘ ਨੂੰ ਦੁੱਖ ਇਹ ਸੀ ਵੀ ਪੰਜਵੇਂ ਪਾਤਸ਼ਾਹ ਦਾ ਥੰਮ ਸਾਹਿਬ ਸਾੜਤਾ, ਕਰਤਾਰਪੁਰ ਉਜਾੜਤਾ, ਗੁਰੂ ਅਰਜਨ ਦੇਵ ਜੀ ਦੀ ਨਗਰੀ ਤੇ ਨਾਲੇ ਅਸੀਂ ਉੱਥੇ ਰਹਿੰਦੇ ਸੀ, ਸਾਡਾ ਗੁਜ਼ਾਰਾ ਵੀ ਚੱਲਦਾ ਸੀ, ਨਾਲੇ ਸਾਡੇ ਵੱਡੇ ਸਤਿਗੁਰਾਂ ਦਾ ਸਥਾਨ ਹੈ। ਇਸ ਕਰਕੇ ਉਹ ਦੁਖੀ ਆ ਵੀ ਮੈਂ ਬਦਲਾ ਲਵਾਂ। ਨਹੀਂ ਤੇ ਧੌਲੀ ਧਾਰ 'ਚ ਕੰਮ ਤੇ ਉਹਦਾ ਚੰਗਾ ਚੱਲੀ ਜਾਂਦਾ ਸੀ, ਪਹਾੜੀਏ ਆਉਂਦੇ ਹੀ ਸੀ, ਪਰ ਬਦਲੇ ਲੈਣ ਦੀ ਭਾਵਨਾ ਕਿਤੇ ਨਾ ਕਿਤੇ ਅੰਸ਼ ਬੰਸ ਤੇ ਮਹਾਰਾਜ ਦੀ ਸੀ ਨਾ। ਖੂਨ ਤੇ ਜਿਹੜਾ ਸੀ ਉਹ ਵਾਲਾ ਮਾਰਦਾ ਸੀ। ਹੁਣ ਦੀਨਾ ਬੇਗ ਦਾ ਜਿਹੜਾ ਵਕੀਲ ਹੈ ਬਾਬੇ ਵਡਭਾਗ ਸਿੰਘ ਦੇ ਕੋਲ ਚਲਾ ਗਿਆ। ਉਸੇ ਵੇਲੇ ਜਦੋਂ ਪਤਾ ਲੱਗਾ ਵੀ ਉਹ ਮਦਦ ਕਰ ਸਕਦਾ ਸਾਡੇ, ਉਧਰੋਂ ਬਾਬੇ ਵਡਭਾਗ ਸਿੰਘ ਨੇ ਜਦੋਂ ਸੁਣਿਆ ਵੀ ਦੀਨਾ ਬੇਗ ਤੈਨੂੰ ਮਿਲਣਾ ਚਾਹੁੰਦਾ, ਜਿਹੜਾ ਜਲੰਧਰ ਦਾ ਸੂਬੇਦਾਰ ਰਿਹਾ ਤੇ ਪੁਰਾਣੀ ਕੋਈ ਸਾਂਝ ਜਾਣ ਪਛਾਣ ਹੈਗੀ ਸੀ, ਤੇ ਕਹਿੰਦੇ ਵੀ ਵਡਭਾਗ ਸਿੰਘ ਨੇ ਵੀ ਮਿਲਣ ਵਾਸਤੇ ਉਸ ਵੇਲੇ ਹਾਂ ਕਰਤੀ। ਉਹਨੇ ਵੀ ਕੋਈ ਢਿੱਲ ਨਾ ਲਾਏ। ਦੋਵਾਂ ਨੇ ਮਿਲਣ ਦੇ ਲਈ ਮੀਟਿੰਗ ਕਰਨ ਦੇ ਲਈ ਗੱਲ ਠਹਿਰਾ ਲਈ ਵੀ ਆਪਾਂ ਇਹ ਕਰਾਂਗੇ ਤੇ ਗੁਪਤ ਮੀਟਿੰਗ ਕਰੀਏ। ਅੱਧ ਵਿਚਕਾਰ ਜਿੱਥੇ ਦੀਨਾ ਬੇਗ ਤੇ ਬਾਬਾ ਵਡਭਾਗ ਸਿੰਘ ਰਹਿੰਦੇ ਸੀ, ਵਿਚਕਾਰਲੀ ਜੀ ਜਗ੍ਹਾ ਚੁਣ ਲਈ ਵੀ ਇੱਥੇ ਆਪਾਂ ਪਹੁੰਚ ਜਾਈਏ। ਇਹਨਾਂ ਦੋਵਾਂ ਸਲਾਹ ਕਰ ਲਈ। ਏਦਾਂ ਸੁਨੇਹਾ ਆ ਗਿਆ ਵੀ ਦੀਨਾ ਬੇਗ ਉਧਰੋਂ ਤੂੰ ਚੱਲ ਪਈ, ਬਾਬਾ ਵਡਭਾਗ ਸਿੰਘ ਕਹਿੰਦਾ ਇਧਰੋਂ ਮੈਂ ਚੱਲ ਪਊ, ਤੇ ਵਿਚਕਾਏ ਜੇ ਜਗ੍ਹਾ ਮਿਲ ਲਈ ਵੀ ਇੱਥੇ ਪਹੁੰਚਣਾ ਹੈ ਤੇ ਇੱਥੇ ਮੀਟਿੰਗ ਕਰਾਂਗੇ। ਏਦਾਂ ਉਹ ਸਮਾਂ ਨਿਯਤ ਹੋ ਗਿਆ ਤੇ ਵਡਭਾਗ ਸਿੰਘ ਚੱਲ ਕੇ ਉੱਥੇ ਪਹਿਲਾਂ ਪਹੁੰਚ ਗਿਆ। ਉਧਰ ਨਵਾਬ ਅਦੀਨਾ ਬੇਗ ਜਿਹੜਾ ਸੀ ਇਹ ਵੀ ਛੇਤੀ ਦੇ ਨਾਲ ਆ ਕੇ ਪਹੁੰਚ ਗਿਆ ਮਿਲਣ ਵਾਸਤੇ। ਦੋਵੇਂ ਜਦੋਂ ਉੱਤਰ ਕੇ ਇੱਕ ਥਾਂ ਆਏ ਤੇ ਦੀਨਾ ਬੇਗ ਨੇ ਬਾਬੇ ਵਡਭਾਗ ਸਿੰਘ ਨੂੰ ਨਮਸਕਾਰ ਕੀਤੇ। ਦੇਖੋ ਬਾਬੇ ਵਡਭਾਗ ਸਿੰਘ ਨੇ ਦੀਨਾ ਬੇਗ ਦਾ ਹੱਥ ਫੜ ਕੇ ਤੇ ਹੱਥਾਂ ਦੇ ਵਿੱਚ ਹੱਥ ਲੈ ਲਏ। ਦੀਨਾ ਬੇਗ ਜਿਹੜਾ ਸੀ ਨਾ ਚਲਾਕ ਬੜਾ ਸੀ,
ਕਹਿਣ ਲੱਗਾ ਜੀ ਬਾਬਾ ਵਡਭਾਗ ਸਿੰਘ ਜੀ ਤੁਸੀਂ ਤੇ ਸਾਡੇ ਪੀਰ ਹੋ, ਤੁਸੀਂ ਗੁਰੂ ਦੀ ਬੰਸ ਹੋ, ਸਾਡੇ ਵਾਸਤੇ ਤੇ ਗੁਰੂ ਵਰਗਾ ਹੀ ਸਤਿਕਾਰ ਹੈ ਤੁਹਾਡੇ ਵਾਸਤੇ। ਗੁਰੂ ਕਹੀ ਇਮਾਨ ਸਲਾਮਤ ਬਿਦਾਰੇ। ਤੇ ਵਡਭਾਗ ਸਿੰਘ ਕਹਿਣ ਲੱਗਾ ਨਵਾਬ ਸਾਹਿਬ ਤੇਰਾ ਦੀਨ ਈਮਾਨ ਸਲਾਮਤ ਰਹੇ, ਤੇਰਾ ਈਮਾਨ ਡੋਲੇ ਨਾ, ਤੂੰ ਬੇਈਮਾਨ ਨਾ ਬਣੇ ਕਦੇ। ਮਸਨਦ ਇੱਕ ਪੈ ਦੋਨੋਂ ਬਹੇ। ਇੱਕੇ ਥਾਂ ਤੇ ਦੋਵਾਂ ਨੇ ਗੱਦੀ ਢਾਲੀ ਤੇ ਵਡਭਾਗ ਸਿੰਘ ਤੇ ਦੀਨਾ ਬੇਗ ਦੋਵੇਂ ਇੱਕ ਥਾਂ ਤੇ ਬੈਠ ਗਏ। ਆਪੇ ਆਪਣੇ ਸਭ ਦੁੱਖ ਕਹੇ। ਹੁਣ ਦੋਵੇਂ ਆਪੋ ਆਪਣੇ ਦੁੱਖ ਦੱਸਦੇ ਆ। ਦੀਨਾ ਬੇਗ ਆਪਣਾ ਦੁੱਖ ਦੱਸਦਾ ਹੈ ਵੀ ਮੈਨੂੰ ਕੀ ਲੋੜ ਹੈ, ਤੇ ਵਡਭਾਗ ਸਿੰਘ ਜੀ ਆਪਣਾ ਦੁੱਖ ਦੱਸਦੇ ਨੇ। ਨਵਾਬ ਕਹੀ ਹਮ ਮੁਲਕ ਤੇ ਵਾਪਸ। ਨਵਾਬ ਕਹਿਣ ਲੱਗਾ ਬਾਬਾ ਵਡਭਾਗ ਸਿੰਘ ਜੀ ਮੈਂ ਜਲੰਧਰ ਦਾ ਸੂਬਾ ਸੀ ਤੇ ਮੈਂ ਤੁਹਾਡੇ ਕੋ ਆਇਆ, ਮੈਨੂੰ ਕਹਿੰਦੇ ਵੀ ਫਿਰ ਸੂਬੇਦਾਰੀ ਦਵਾਓ, ਮੈਨੂੰ ਜਲੰਧਰ ਦਾ ਦਵਾਬੇ ਦਾ ਰਾਜ ਫਿਰ ਦਬਾ ਦੇਵੋ। ਤੁਮ ਪੀਰ ਹਮ ਮਰੀਦ ਬਣਾਵੋ। ਆ ਤੁਸੀਂ ਸਾਡੇ ਪੀਰ ਹੋ ਤੇ ਮੈਨੂੰ ਆਪਣਾ ਮਰੀਦ ਬਣਾ ਲਓ, ਸੇਵਕ ਬਣਾ ਲਓ। ਮੈਂ ਰੋਡਾ ਭੋਡਾ ਹੈ ਤਾਂ ਸਿੱਖੀਆਂ ਤੁਹਾਡਾ ਗੁਰੂ ਘਰ ਦਾ। ਹੋਰ ਕਰਤਾਰਪੁਰੇ ਜਿਤ ਨਹੀਂ ਕਰੇ ਪਠਾਨਣ ਜਲੰਧਰ ਬਾਦ। ਬਾਬਾ ਵਡਭਾਗ ਸਿੰਘ ਜੀ ਕਹਿੰਦੇ ਵੀ ਨਵਾਬ ਗੱਲ ਏਦਾਂ ਏ ਵੀ ਤੈਨੂੰ ਜਲੰਧਰ ਦੀ ਸੂਬੇਦਾਰੀ ਦਵਾ ਦੇ ਦਿੰਨੇ ਆ, ਪਰ ਇਹ ਸ਼ਰਤ ਲਿਖਣੀ ਪਏਗੀ ਕਿ ਵੀ ਜਿਹੜਾ ਕਰਤਾਰਪੁਰ ਹੈ ਨਾ ਜਲੰਧਰ ਦੇ ਪਠਾਣਾ ਨੇ ਉਜਾੜਿਆ ਹੈ, ਤੇ ਕਹਿੰਦੇ ਜਿਹੜੇ ਜਲੰਧਰ ਦੇ ਪਠਾਣਾ ਨੇ ਨਾਸਰ ਅਲੀ ਨੇ ਕਰਤਾਰਪੁਰ ਉਜਾੜਿਆ ਹੈ ਨਾ, ਕਹਿੰਦੇ ਵੀ ਉਹ ਜਿਹੜੇ ਜਲੰਧਰ ਦੇ ਪਠਾਣ ਹਨ। ਜਲੰਧਰ ਤੂੰ ਲਿਖ ਦੇ ਨਿਜ ਹੱਥ ਨਾਲ। ਤੈਨੂੰ ਜਲੰਧਰ ਦੀ ਸੂਬੇਦਾਰੀ ਜੇ ਦਵਾ ਦਿਆਂ ਤੇ ਇੱਕ ਗੱਲ ਮੇਰੇ ਨਾਲ ਲਿਖਤੀ ਕਰ ਲਾ ਵੀ ਮੈਂ ਜਾ ਕੇ ਤੇ ਜਲੰਧਰ ਦੇ ਸਾਰੇ ਮੁਸਲਮਾਨ ਮਾਰਨੇ ਹੋ। ਵੀ ਇਹ ਨਹੀਂ ਤੂੰ ਸੂਬਾ ਬਣ ਜੇ ਤੇ ਮੁੜ ਕੇ ਆਖੇ ਵੀ ਮੇਰੇ ਮੁਸਲਮਾਨ ਭਰਾ ਹੈ, ਤੈਨੂੰ ਤਰਸ ਆ ਜੇ ਪਠਾਣਾ ਤੇ। ਬਾਬਾ ਵਡਭਾਗ ਸਿੰਘ ਕਹਿੰਦਾ ਉਹਨਾਂ ਗੁਰੂ ਅਰਜਨ ਦੇਵ ਜੀ ਦਾ ਕਰਤਾਰਪੁਰ ਸਾਹਿਬ ਉਜਾੜਿਆ ਤੇ ਮੈਂ ਇਹ ਸ਼ਰਤ ਰੱਖਦਾ ਵੀ ਤੈਨੂੰ ਨਵਾਬੀ ਤੈਨੂੰ ਸੂਬੇਦਾਰੀ ਜਲੰਧਰ ਦੀ ਦਵਾ ਦੇਣਾ, ਪਰ ਤੂੰ ਲਿਖਤ ਕਰ ਦੇ ਵੀ ਜਦੋਂ ਸੂਬਾ ਬਣ ਗਿਆ ਤੂੰ ਤੇ ਮੈਂ ਸਾਰਾ ਜਲੰਧਰ ਕਤਲ ਕਰਨਾ ਹੀ, ਉਹ ਸਾਰਾ ਜਲੰਧਰ ਜਿਹੜਾ ਸਾੜ ਫੂਕ ਕੇ ਸਵਾਹ ਕਰਨਾ। ਨਾਸਰ ਅਲੀ ਕੋ ਫੂਕੋ ਤੇ ਮਹੀ। ਜਿਹੜਾ ਨਾਸਰ ਅਲੀ ਆ ਨਾ ਪਠਾਨ, ਕਹਿੰਦੇ ਵੀ ਮੈਂ ਉਹਨੂੰ ਉਸੇ ਤਰ੍ਹਾਂ ਫੂਕਾਂਗਾ ਉਹਨੇ ਫੂਕਿਓ ਥੰਮ ਕੋ ਜਿਵੇਂ। ਜਿਵੇਂ ਉਹਨੇ ਗੁਰੂ ਅਰਜਨ ਦੇਵ ਜੀ ਦਾ ਪਾਵਨ ਸਥਾਨ ਥੰਮ ਸਾਹਿਬ ਜਿਹੜਾ ਹੈ ਉਹਨੂੰ ਸਾੜਿਆ ਹੈ। ਨਾਸਰ ਅਲੀ ਮਰਦੇ ਗਿਆ ਸੀ, ਪਰ ਇਹਨੇ ਕਿਹਾ ਸੀ ਵੀ ਜੇ ਉਹ ਜਿੰਦਾ ਹੋਇਆ ਤੇ ਤਾਂ ਵੀ ਉਹਨੂੰ ਮਾਰ ਕੇ ਸਾੜਾਂਗਾ, ਜੇ ਮਰਿਆ ਹੋਇਆ ਤੇ ਉਹਨੂੰ ਕਬਰ ਦੇ ਵਿੱਚੋਂ ਪੁੱਟ ਕੇ ਸਾੜਾਂਗਾ। ਵੀ ਬਾਅਦ ਦੇ ਵਿੱਚ ਤੂੰ ਨਾ ਆਖੀ ਵੀ ਇਹ ਗੱਲ ਨਹੀਂ ਮੈਂ ਕਰਨ ਦੇਣੀ। ਤੇ ਜਿਵੇਂ ਫਿਰ ਜਿਹੜੇ ਜਲੰਧਰ ਦੇ ਨਾਸਰ ਅਲੀ ਪਠਾਨ ਦੀ ਅਗਵਾਈ ਦੇ ਵਿੱਚ ਕਰਤਾਰਪੁਰ ਆ ਕੇ ਤੇ ਸਾਡੇ ਗੁਰਦੁਆਰੇ ਦੇ ਵਿੱਚ ਗਊਆਂ ਮਾਰੀਆਂ। ਕਰਤਾਰਪੁਰ ਥੰਮ ਸਾਹਿਬ ਆ ਕੇ ਨਾ ਇਹਨਾਂ ਪਠਾਣਾ ਨੇ ਬੜੀਆਂ ਗਊਆਂ ਕਤਲ ਕੀਤੀਆਂ ਸਨ। ਤੇ ਵਡਭਾਗ ਸਿੰਘ ਜੀ ਕਹਿੰਦੇ ਵੀ ਜਿਵੇਂ ਇਹਨਾਂ ਪਠਾਣਾ ਨੇ ਗਊਆਂ ਮਾਰੀਆਂ ਨੇ, ਇਹ ਵੀ ਤੈਨੂੰ ਦੱਸਦਾ ਵੀ ਮੈਂ ਜਲੰਧਰ 'ਚ ਜਿਹੜੀਆਂ ਮਸੀਤਾਂ ਨੇ ਉੱਥੇ ਜਾ ਕੇ ਸੂਰ ਵੱਢਣੇ ਆ, ਕਿਉਂਕਿ ਸੂਰ ਵੱਢਣ ਤੋਂ ਮੁਸਲਮਾਨ ਬੜਾ ਭਜਦੇ ਆ। ਤੇ ਬਾਬਾ ਵਡਭਾਗ ਸਿੰਘ ਕਹਿੰਦਾ ਵੀ ਮੈਂ ਸੂਰ ਵੱਢਣੇ ਨੇ ਮਸੀਤਾਂ ਵਿੱਚ ਜਾ ਕੇ। ਗੱਲ ਕੀ ਹੈ ਵੀ ਜਲੰਧਰ ਦੇ ਸਾਰੇ ਮੁਸਲਮਾਨ ਮੈਂ ਮਾਰਾਂਗਾ ਤੇ ਫੇਰ ਮੈਨੂੰ ਠੰਡ ਪੈਣੀ ਹੈ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਉਜਾੜਿਆ ਹੈ। ਇਹ ਲਿਖਤ ਹੋਣੇ ਕਰ ਲਾ ਵੀ ਇਹ ਨਾ ਹੋਵੇ ਵੀ ਤੈਨੂੰ ਮਿਲ ਜੇ ਅਹੁਦਾ ਤੇ ਫੇਰ ਤੂੰ ਆਖੇ ਵੀ ਨਹੀਂ ਬਾਬਾ ਜੀ ਚਲੋ ਜਾਣ ਦਿਓ ਹੁਣ ਕੁਝ ਕਹੋ ਨਾ। ਕਹਿੰਦੇ ਫੇਰ ਜੇ ਤੂੰ ਟਲਾਵੇਂਗਾ ਵੀ ਤੇ ਮੈਂ ਨਹੀਂ ਟਲਣਾ, ਫੇਰ ਮੈਂ ਤੇਰੀ ਮਦਦ ਤਾਂ ਕਰਨੀ ਹੈ ਜੇ ਤੂੰ ਮੇਰੀ ਇਹਦੇ ਵਿੱਚ ਹਾਮੀ ਭਰੇ ਜਲੰਧਰ ਦੇ ਮੁਸਲਮਾਨ ਮਾਰਨ ਵਿੱਚ। ਨਾਲ ਇਹ ਵੀ ਕਹਿੰਦੇ ਵੀ ਜਿਵੇਂ ਉੱਥੇ ਆ ਕੇ ਸਾਡੇ ਹਿੰਦੂਆਂ ਦੇ ਜਾਂ ਹੋਰ ਜਿਹੜੇ ਲੋਕ ਕਰਤਾਰਪੁਰ ਰਹਿੰਦੇ ਸੀ ਉਹਨਾਂ ਦੀਆਂ ਧੀਆਂ ਭੈਣਾਂ ਦੇ ਨਾਲ ਜਿਹੋ ਜਿਹਾ ਸਲੋਕ ਮੁਗਲਾਂ ਨੇ ਕੀਤਾ ਹੈ ਨਾ, ਹਿੰਦਵਾਣੀ ਜਿਮ ਮੁਗਲਾਨੀ ਫੜਾਉ, ਜਿਵੇਂ ਉਹਨਾਂ ਤੁਰਕਾਂ ਨੇ ਆ ਕੇ ਤੇ ਸਾਡੇ ਉੱਥੇ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਹੈ। ਕਹਿੰਦੇ ਵੀ ਇਸੇ ਤਰ੍ਹਾਂ ਜਿਹੜੀਆਂ ਮੁਸਲਮਾਨਾਂ ਦੀਆਂ ਇਸਤਰੀਆਂ ਹਨ, ਕਹਿੰਦੇ ਵੀ ਉਹ ਮੁਗਲਾਂ ਦੀਆਂ ਤੇ ਪਠਾਣਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ ਉਹਨਾਂ ਦੇ ਘਰ ਵਾਲਿਆਂ ਨੂੰ ਮਾਰ ਕੇ ਤੇ ਜਿਹੜੇ ਚੰਡਾਲ ਲੋਕ ਹੁੰਦੇ ਆ ਨਾ ਉਹਨਾਂ ਦੇ ਘਰੇ ਭਾਵਾਂਗਾ ਮੈਂ। ਤੇ ਇਹ ਜੇ ਤੂੰ ਮੇਰੀ ਗੱਲ ਮੰਨਦਾ ਹੈ ਇੱਥੇ ਸਹੁੰ ਖਾ ਕੇ ਕੁਰਾਨ ਦੀ ਤੇ ਲਿਖਤ ਕਰਦੇ ਤੇ ਤੈਨੂੰ ਜਲੰਧਰ ਦਾ ਸੂਬਾ ਮੈਂ ਬਣਵਾ ਦਿੰਨਾ ਹਾਂ। ਮੈਂ ਤੈਨੂੰ ਦੁਆਬਾ ਮੁਲਕ ਦਿੰਨਾ ਹੈ ਤੇ ਤੂੰ ਮੈਨੂੰ ਕਹਿੰਦੇ ਕਰਤਾਰਪੁਰ ਦਾ ਬਦਲਾ ਲੈ ਕੇ ਦੇ।
ਦੀ ਮੈਂ ਦੇਹੂ ਛਡਾਈ। ਇਹ ਵੀ ਜਾ ਗੱਲ ਰਹੀ, ਪਹਿਲਾਂ ਤੈਨੂੰ ਜਲੰਧਰ ਦਾ ਸੂਬਾ ਬਣਾਵਾਂਗਾ, ਪਹਿਲਾਂ ਜਾ ਕੇ ਤੇਰਾ ਰਾਜ ਉੱਥੇ ਸਥਾਪਿਤ ਕਰਾਂਗਾ। ਸੱਚ ਹੈ ਹਮਰੋ ਮਨ ਪਤਿਆਈ। ਫਿਰ ਪਿੱਛੋਂ ਤੂੰ ਸਾਡੇ ਮਾਨਾਈ ਕਰਦੀ, ਤੈਨੂੰ ਸੂਬੇਦਾਰੀ ਪਹਿਲਾਂ ਦਿੱਤੀ ਜਾ ਤੇ ਉਹ ਤੋਂ ਬਾਅਦ ਫਿਰ ਤੂੰ ਸਾਨੂੰ ਖੁੱਲ੍ਹ ਦੇ ਦੀ, ਅਸੀਂ ਜਲੰਧਰ ਤੇ ਮੁਸਲਮਾਨ ਮਾਰਨੇ ਹਨ। ਹੋਰ ਵਡਭਾਗ ਸਿੰਘ ਜੋ ਕਹੀ ਸੋ ਉਨ ਲੀਨੀ ਮਾਨ। ਬਾਬੇ ਵਡਭਾਗ ਸਿੰਘ ਨੇ ਜਿਹੜੀ ਵੀ ਸ਼ਰਤ ਰੱਖੀ ਉਹ ਉਸੇ ਉਹਨੇ ਮੰਨ ਲਈ, ਕਿਉਂਕਿ ਰਾਜਨੀਤਿਕ ਲੋਕਾਂ ਨੂੰ ਥੋੜਾ ਕਿਸੇ ਨਾਲ ਮਤਲਬ ਹੁੰਦਾ, ਕੌਣ ਮਰੇ ਕੌਣ ਜੀਵੇ, ਉਹਨਾਂ ਨੂੰ ਤਾਂ ਹੁੰਦਾ ਵੀ ਸਾਡੀ ਕੁਰਸੀ ਮਿਲੇ। ਭਾਈ ਕਸਮ ਕੁਰਾਨ ਕੀ ਸਾਬਤ ਰੱਖੋ ਈਮਾਨ। ਉਹਨੇ ਕੁਰਾਨ ਦੀ ਕਸਮ ਖਾਦੀ, ਲਿਖਤ ਕਰ ਲਈ ਵੀ ਮੈਂ ਆਪਣਾ ਈਮਾਨ ਜਿਹੜਾ ਇਹ ਸਾਬਤ ਰੱਖਾਂਗਾ, ਮੈਂ ਮੁਕਰਾਂਗਾ ਨਹੀਂ, ਮੈਂ ਬੇਈਮਾਨ ਨਹੀਂ ਬਣਾਂਗਾ। ਬਾਬਾ ਵਡਭਾਗ ਸਿੰਘ ਜੀ ਜੋ ਤੁਹਾਡੀ ਸ਼ਰਤ ਹੈ ਉਹ ਮੰਨਾਂਗਾ। ਜਾਓ ਭਈ ਵਡਭਾਗ ਸਿੰਘ ਲਿਖ ਖਾਲਸੇ ਕਹੀ। ਹੁਣ ਬਾਬੇ ਵਡਭਾਗ ਸਿੰਘ ਨੇ ਇੱਧਰ ਦੀਨਾ ਬੇਗ ਨਾਲ ਜਦੋਂ ਗੱਲ ਪੱਕੀ ਕੀਤੀ ਤੇ ਫਿਰ ਚਿੱਠੀ ਲਿਖੀ ਖਾਲਸੇ ਪੰਥ ਨੂੰ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਉਦੋਂ ਉਸ ਵੇਲੇ ਜਥੇਦਾਰ ਸਨ ਬੁੱਢੇ ਦਲ ਦੇ, ਤੇ ਤਰਨੇ ਦਲ ਦੇ ਹੋਰ ਜਿਹੜੇ ਸਿੰਘ ਸਾਰੇ ਜਥੇ ਇਦਾਂ ਰਲ ਮਿਲ ਕੇ ਇਕੱਠੇ ਹੀ ਰਹਿੰਦੇ ਸਨ। ਚਿੱਠੀ ਖਾਲਸੇ ਨੂੰ ਲਿਖ ਕੇ ਭੇਜੀ ਹੈ। ਹਮ ਗੁਰ ਹੋ ਤੁਮ ਸਿੰਘ ਹੋ ਸਹੀ। ਉਹਦੇ ਉੱਤੇ ਲਿਖਿਆ ਖਾਲਸਾ ਜੀ ਤੁਸੀਂ ਗੁਰੂ ਕੇ ਸਿੰਘ ਹੋ ਤੇ ਅਸੀਂ ਵੀ ਗੁਰੂ ਮਹਾਰਾਜ ਦੀ ਅੰਸ਼ ਬੰਸ਼ ਦੇ ਵਿੱਚੋਂ, ਆਪਾਂ ਗੁਰਸਿੱਖ ਭਰਾ ਹੀ ਆ ਇੱਕ ਦੂਜੇ ਦੇ। ਆਓ ਪਰਸਵਾਰਤ ਗੁਰ ਕਾਜ। ਤੇ ਆਓ ਤੁਹਾਨੂੰ ਬੇਨਤੀ ਹੈ ਵੀ ਗੁਰੂ ਘਰ ਦਾ ਕੰਮ ਆਣ ਪਿਆ ਹੈ। ਗੁਰੂ ਅਰਜਨ ਸਾਹਿਬ ਦਾ ਪਾਵਨ ਸਥਾਨ ਜਿਹੜਾ ਏ ਉਹ ਥੰਮ ਸਾਹਿਬ, ਉਹਦਾ ਬਦਲਾ ਲੈਣਾ ਹੈ ਆਪਾਂ। ਜਲੰਧਰ ਦੇ ਸੂਬੇ ਨੂੰ ਮਾਰ ਕੇ ਉਹਨੂੰ ਭਜਾ ਕੇ ਤੇ ਦੀਨਾ ਬੇਗ ਨੂੰ ਬਿਠਾ ਕੇ ਫਿਰ ਆਪਾਂ ਉਹ ਕਰਤਾਰਪੁਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਹੈ। ਆਵੋ ਸਭ ਖਾਲਸੋ ਕਰ ਸਾਜ। ਤੇ ਖਾਲਸਾ ਜੀ ਮੇਰੀ ਬੇਨਤੀ ਹੈ ਤੁਸੀਂ ਸਾਰੇ ਆਓ, ਐਨ ਤਿਆਰ ਹੋ ਕੇ ਸ਼ਸਤਰ ਬਸਤਰ ਧਾਰ ਕੇ ਸਨੱਧਬੱਧ ਹੋ ਕੇ ਆਓ, ਆਪਣੇ ਸਤਿਗੁਰੂ ਦੇ ਪਵਿੱਤਰ ਸਥਾਨ ਦਾ ਬਦਲਾ ਲਈਏ। ਆਪ ਡੇਰਾ ਤਬ ਕੀਓ ਤਿਆਰ। ਇਦਾਂ ਖਾਲਸੇ ਨੂੰ ਚਿੱਠੀ ਲੈ ਕੇ ਭੇਜ ਦਿੱਤੀ। ਇਧਰ ਦੀਨਾ ਬੇਗ ਨੇ ਵੀ ਆਪਣਾ ਡੇਰਾ ਤਿਆਰ ਕੀਤਾ, ਇਹਨੇ ਵੀ ਚੜ੍ਹਾਈ ਕਰਨ ਵਾਸਤੇ ਤਿਆਰੀ ਕੱਸ ਦਿੱਤੇ। ਆਏ ਪਹਾੜੀਏ ਲੜਨੇ ਵਾਰ। ਆ ਪਹਾੜੀਏ ਸੱਤ ਰਿਆਸਤਾਂ ਜਲੰਧਰ ਦੇ ਥੱਲੇ ਅੰਡਰ ਆਉਂਦੀਆਂ ਸਨ, ਤੇ ਉਹਦੇ ਵਿੱਚੋਂ ਕੁਝ ਜਿਹੜੇ ਪਹਾੜੀਏ ਦੀਨਾ ਬੇਗ ਦੇ ਨਾਲ ਸਾਂਝ ਰੱਖਦੇ ਸੀ, ਆਪਣਾ ਇਹਨਾਂ ਦੀ ਪ੍ਰੇਮ ਪਿਆਰ ਸੀ, ਉਹਨਾਂ ਨੂੰ ਵੀ ਆਪਣੀ ਮਦਦ ਵਾਸਤੇ ਉਦੋਂ ਸੱਦ ਲਿਆ। ਸੰਕਣ ਕਉ ਜੋ ਲਿਖ ਬਿਠਾਇਓ। ਉਧਰ ਬਾਬੇ ਵਡਭਾਗ ਸਿੰਘ ਨੇ ਚਿੱਠੀ ਤੇ ਜਿਹੜੀ ਭੇਜੀ ਆ, ਲਿਖ ਕੇ ਭੇਜੀ ਆ। ਦੀਨਾ ਬੇਗ ਨੇ ਆਪਣੇ ਵੱਲੋਂ ਵੀ ਸਿੰਘਾਂ ਨੂੰ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਚਿੱਠੀ ਲਿਖ ਕੇ ਭੇਜੀ ਆ। ਜਾਣੋ ਮੋਹੇ ਜਲੰਧਰ ਆਇਓ। ਆ ਲਿਖ ਕੇ ਭੇਜਿਆ ਖਾਲਸਾ ਜੀ ਤੁਸੀਂ ਜਾਣੋ ਵੀ ਇੱਥੋਂ ਅਸੀਂ ਪਹਾੜਾਂ 'ਚੋਂ ਤੁਰ ਪਏ ਆ ਤੇ ਮੈਂ ਜਲੰਧਰ ਨੇੜੇ ਪਹੁੰਚਿਆ ਹੀ ਲਓ। ਅੱਗੇ ਡੇਰਾ ਤੁਣ ਤੇ ਲਿਆਓ। ਤੇ ਵੀ ਲਿਖ ਕੇ ਭੇਜਿਆ ਵੀ ਮੈਂ ਦੀਨਾ ਬੇਗ ਤੁਹਾਡੇ ਤੋਂ ਅੱਗੇ ਆਪਣਾ ਡੇਰਾ ਲੈ ਆਉਂਗਾ, ਭਾਵ ਵੀ ਮੈਂ ਅੱਗੇ ਜਾ ਕੇ ਲੜਾਂਗਾ ਤੇ ਤੁਸੀਂ ਪਿੱਛੋਂ ਆ ਕੇ ਮੇਰੀ ਮਦਦ ਕਰਿਓ। ਡੀਗ ਲਿਆਨ ਮੈਂ ਡੇਰਾ ਪਾਉ। ਮੈਂ ਪਹਾੜਾਂ ਦੇ ਬਿਲਕੁਲ ਨੇੜੇ ਜੇ ਪੱਧਰੇ ਥਾਂ ਤੇ ਆ ਕੇ ਡੇਰਾ ਕਰਾਂਗਾ ਤੁਹਾਡੀ ਉਡੀਕ ਵਾਸਤੇ। ਅੱਗੇ ਗਿਲਜਨ ਸੁਣੀ ਅਵਾਈ। ਇਧਰ ਤਿਆਰੀ ਹੋ ਗਈ। ਖਾਲਸੇ ਨੇ ਵੀ ਹਾਮੀ ਭਰ ਦਿੱਤੀ, ਕਿਉਂਕਿ ਬਾਬਾ ਵਡਭਾਗ ਸਿੰਘ ਪੰਥ ਵਿੱਚ ਰਲ ਗਿਆ ਸੀ, ਅੰਮ੍ਰਿਤ ਛਕਿਆ। ਤੇ ਦੂਜੀ ਗੱਲ ਸਭ ਤੋਂ ਵੱਡੀ ਇਹ ਸੀ ਵੀ ਕਰਤਾਰਪੁਰ ਤੇ ਜਾੜਿਆ ਹੀ ਹੈ ਨਾ ਪਠਾਣਾ ਨੇ, ਤੇ ਉਹ ਪੰਜਵੇਂ ਪਾਤਸ਼ਾਹ ਦਾ ਸਥਾਨ ਹੈ, ਤੇ ਮਹਾਰਾਜ ਦੇ ਸਥਾਨ ਦੀ ਬੇਅਦਬੀ ਦਾ ਬਦਲਾ ਲੈਣ ਦੇ ਲਈ ਸਿੰਘਾਂ ਨੇ ਹਾਮੀ ਭਰਤੀ। ਉਧਰ ਜਲੰਧਰ ਦੇ ਗਿਰਜਿਆਂ ਨੂੰ, ਸੂਬੇ ਨੂੰ ਪਤਾ ਲੱਗ ਗਿਆ ਵੀ ਇਹ ਦੀਨਾ ਬੇਗ ਫੌਜ ਦੀ ਚੜ੍ਹਾਈ ਕਰਕੇ ਤੇ ਜਲੰਧਰ ਨੂੰ ਜਿੱਤਣ ਵਾਸਤੇ ਆ ਰਿਹਾ ਹੈ। ਤੇਰੇ ਮੋਰੇ ਸੋਈ ਆਏ। ਉਹ ਵੀ ਪਠਾਨ ਕਿਸੇ ਤੋਂ ਘੱਟ ਥੋੜਾ ਸੀ। ਉਹ ਕਹਿੰਦੇ ਵੀ ਆਪਣੇ ਜਲੰਧਰ ਦੇ ਕਿਲੇ ਚੋਂ ਬਾਹਰ ਨਿਕਲ ਕੇ ਤੇ ਜਿਹੜੇ ਪਾਸੇ ਉਹ ਦੀਨਾ ਬੇਗ ਨੇ ਆਉਣਾ ਸੀ ਉਹਦੇ ਅੱਗੇ ਹੀ ਆ ਕੇ ਉਹਨਾਂ ਨੇ ਆਪਣਾ ਮੋਰਚਾ ਲਾ ਲਿਆ। ਛੱਡ ਜਾਏ ਉਹ ਡੇਰਾ ਕਰ। ਪਾਂਛੜ ਜਾਏ ਉਹਨੂੰ ਡੇਰਾ ਕਰਾ, ਕਹਿੰਦੇ ਇੱਕ ਸਥਾਨ ਦਾ ਨਾਮ ਹੈ, ਉੱਥੇ ਜਾ ਕੇ ਪਾਂਛੜ ਦੇ ਵਿੱਚ ਇਹਨਾਂ ਨੇ ਆਪਣਾ ਡੇਰਾ ਲਾ ਲਿਆ। ਸਵਾਬ ਉਨ ਤੇ ਬਹੁ ਡਰਾ। ਜਦੋਂ ਪਠਾਨ ਜਲੰਧਰੋਂ ਬਾਹਰ ਨਿਕਲੇ ਤੇ ਦੀਨਾ ਬੇਗ ਜਿਹੜਾ ਨਵਾਬ ਸੀ ਉਹ ਡਰ ਗਿਆ, ਹੈਗਾ ਡਰਪੋਕ ਜਿਹਾ ਹੀ ਸੀ। ਜਦੋਂ ਉਹਨੇ ਵੇਖਿਆ ਵੀ ਪਠਾਨ ਤਾਂ ਸਾਹਮਣੇ ਆ ਕੇ ਖਲੋ ਗਏ ਆ ਤੇ ਇਹ ਡਰੀ ਜਾਵੇ ਵੀ ਕਿਤੇ ਮੇਰੇ ਤੇ ਚੜ੍ਹਾਈ ਨਾ ਕਰ ਦੇਣ। ਹੁਣ ਅੱਗੇ ਤੁਰਕਨ ਉਸੇ ਭੁੱਲ ਗਇਓ। ਅੱਗੇ ਜਾਣਾ ਤੇ ਕਹਿੰਦੇ ਉਹਨੂੰ ਭੁੱਲ ਹੀ ਗਿਆ। ਪਹਿਲਾਂ ਸਿੰਘਾਂ ਨੂੰ ਕਹਿੰਦਾ ਸੀ ਵੀ ਮੈਂ ਜਲੰਧਰ ਦੇ ਨੇੜੇ ਪਹੁੰਚ ਜਾਗਾ, ਤੁਹਾਡੇ ਤੋਂ ਅੱਗੇ ਲੱਗਾਂਗਾ ਤੇ ਤੁਸੀਂ ਪਿੱਛੇ ਆਇਓ। ਪਰ ਜਦੋਂ ਇਹਨੇ ਵੇਖਿਆ ਵੀ ਪਠਾਨ ਤਾਂ ਸਾਹਮਣੇ ਆ ਕੇ ਲਲਕਾਰ ਰਹੇ ਆ ਵੀ ਆ ਦੀਨਾ ਬੇਗ, ਤੇ ਇਹਨੂੰ ਅੱਗੇ ਜਾਣਾ ਭੁੱਲ ਗਿਆ, ਡਰ ਗਿਆ। ਰਹਿਣ ਉਹਾਂ ਉਸ ਦੁੱਪਰ ਗਇਓ। ਉੱਥੇ ਰਹਿਣਾ ਵੀ ਉਹਨੂੰ ਕਹਿੰਦੇ ਔਖਾ ਹੋ ਗਿਆ। ਗਾਂ ਤੇ ਜਾਣਾ ਬੜੀ ਵੱਡੀ ਗੱਲ ਹੈ ਵੀ ਜਿੱਥੇ ਡੇਰਾ ਲਾਇਆ ਸੀ ਨਾ ਆ ਕੇ ਦੀਨਾ ਬੇਗ ਨੇ,
ਉੱਥੇ ਰਹਿਣਾ ਵੀ ਔਖਾ ਹੋ ਗਿਆ ਵੀ ਜੇ ਕਿਤੇ ਮੇਰੇ ਦੇ ਪਠਾਨ ਚੜ ਕੇ ਆ ਗਏ ਤੇ ਮੈਂ ਕੀ ਕਰਾਂਗਾ, ਹੁਣ ਕੰਬੀ ਜਾਂਦਾ ਏ। ਹੋਰ ਸੁਨਤ ਖਾਲਸੋ ਚੜਤਰ ਜਲੰਧਰ ਕੇ ਰਾਹੋ। ਇਧਰ ਖਾਲਸਾ ਪੰਥ ਇਕੱਤਰ ਹੋਇਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਦੇ ਵਿੱਚ ਜਦੋਂ ਸੁਨੇਹਾ ਮਿਲਿਆ ਤੇ ਸੁਣਦਿਆਂ ਸਾਰ ਸਿੰਘ ਜਲੰਧਰ ਦੇ ਰਾਹ ਨੂੰ ਚੱਲ ਪਏ ਵੀ ਚਲੋ ਖਾਲਸਾ ਜੀ ਜਾ ਕੇ ਜਲੰਧਰ ਨੂੰ ਸੋਧੀਏ ਤੇ ਕਰਤਾਰਪੁਰ ਸਾਹਿਬ ਵਸਾਈਏ। ਮਾਰਤ ਕੂਟਤ ਮੁੜ ਕੇ ਉਸ ਢੁਕਿਓ ਫੌਜ ਕੇ ਪਾਏ। ਤੇ ਹੁਣ ਪੰਥ ਦੀ ਗੱਲ ਇਹ ਹੁੰਦੀ ਸੀ ਵੀ ਜਿੱਧਰ ਨੂੰ ਵੀ ਜਾਂਦੇ ਤੇ ਪਛਾਣ ਕਰਦੇ ਹੁੰਦੇ ਸੀ ਵੀ ਇੱਧਰ ਸਾਡਾ ਕਿਹੜਾ ਕਿਹੜਾ ਵੈਰੀ ਹੈ, ਵੀ ਕਿਹੜਾ ਮੁੜ ਕੇ ਆਇਆ ਜਾਂਦਾ। ਕਹਿੰਦੇ ਜੀ ਫਲਾਨਾ ਚੌਧਰੀ, ਫਲਾਨਾ ਫਲਾਨਾ ਬੜਾ ਵੱਡਾ ਪੰਥ ਦਾ ਦੁਖੀ ਹੈ। ਤੇ ਸਿੰਘ ਉਹਨਾਂ ਨੂੰ ਮਾਰਦੇ ਕੁੱਟਦੇ ਤੇ ਲੁੱਟਦੇ ਹੋਏ ਜਲੰਧਰ ਨੂੰ ਆ ਗਏ। ਜਾਓ ਪਈ ਜੋ ਸੂਰ ਹੁਤੇਅਤ ਭਾਰੋ। ਜਿਹੜੇ ਸਿੰਘਾਂ ਦੇ ਵਿੱਚ ਬਹੁਤੇ ਤਗੜੇ ਸਿਰਕੱਢ ਸੂਰਮੇ ਸੀ ਨਾ, ਜਿਹੜੀਆਂ ਫੌਜਾਂ ਹੁੰਦੀਆਂ ਨੇ ਉਹਦੇ ਵਿੱਚ ਸਿਪਾਹੀ ਇੱਕ ਸਹਿਜ ਮਤੇ ਵਾਲੇ ਹੁੰਦੇ ਆ ਤੇ ਇੱਕ ਜਸ਼ੀਲੇ ਹੁੰਦੇ ਆ ਵੀ ਅੱਖਾਂ ਮੀਟ ਕੇ ਜਿੱਧਰ ਨੂੰ ਜੀ ਕਰੇ ਜਾ ਪਈਏ। ਤੇ ਜਿਹੜੇ ਤੇ ਬਹੁਤੇ ਜਸ਼ੀਲੇ ਸੀ ਨਾ, ਜਿਹੜੇ ਬਹੁਤੇ ਕਾਲੇ ਚੱਲਣ ਵਾਲੇ ਸਿੰਘ ਸਨ, ਹੈ ਨਵਾਬ ਬਿਨਾ ਇਸ ਮਾਰੋ। ਉਹ ਜਥੇਦਾਰਾਂ ਨੂੰ ਕਹਿਣ ਲੱਗੇ ਜਥੇਦਾਰ ਜੀ ਆਪਾਂ ਦੀਨਾ ਬੇਗ ਨਵਾਬ ਦੇ ਨਾਲ ਜਾ ਕੇ ਕੀ ਕਰਨਾ। ਕਹਿੰਦੇ ਨਵਾਬ ਤੋਂ ਬਿਨਾਂ ਹੀ ਚਲੋ ਆਪਾਂ ਇਕੱਲੇ ਹੀ ਬੜੇ ਆ ਤੇ ਜਲੰਧਰ ਦੇ ਜਾ ਕੇ ਹਮਲਾ ਕਰਕੇ ਤੇ ਸਰ ਬੁਲੰਦ ਖਾਨ ਜਿਹੜਾ ਸੂਬਾ ਇਹਨੂੰ ਮਾਰ ਕੇ ਜਲੰਧਰ ਜਿੱਤ ਲਈਏ। ਉਹ ਸਿੰਘ ਸਿਆਣੇ ਕਹੇ ਨਵਾਬ ਖੁਦਾਵੇ। ਜਿਹੜੇ ਸਿਆਣੇ ਸਿੰਘ ਸੀ ਨਾ ਉਹ ਕਹਿੰਦੇ ਨਾ ਖਾਲਸਾ ਜੀ ਆਪਾਂ ਇਦਾਂ ਨਹੀਂ ਕਰਨਾ, ਆਪਾਂ ਨਵਾਬ ਨੂੰ ਸੱਦਾਂਗੇ ਕਿਉਂਕਿ ਜੇ ਆਪਾਂ ਜਲੰਧਰ ਦੇ ਸਿੱਧਾ ਜਾ ਪਏ ਤੇ ਆਪਾਂ ਕਿਹੜੀ ਉੱਥੋਂ ਦੀ ਸੂਬੇਦਾਰੀ ਕਰਨੀ ਹੈ। ਸੂਬੇਦਾਰ ਤੇ ਫਿਰ ਦੀਨਾ ਬੇਗ ਨੂੰ ਹੀ ਬਣਾਉਣਾ ਨਾ, ਤੇ ਜੇ ਆਪਾਂ ਉਹਨੂੰ ਸੂਬੇਦਾਰ ਨਹੀਂ ਬਣਾਉਂਦੇ ਤੇ ਫਿਰ ਆਪਾਂ ਗੁਰੂ ਤੋਂ ਫਿੱਕੇ ਪੈਂਦੇ ਕਿਉਂਕਿ ਆਪਾਂ ਵਚਨ ਕੀਤਾ ਹੈ। ਤੇ ਖਾਲਸੇ ਦੇ ਜਿਹੜੇ ਸਿਆਣੇ ਸਿੰਘ ਸੀ ਉਹ ਕਹਿੰਦੇ ਵੀ ਕਾਹਲੇ ਨਾ ਪਾਓ, ਉੱਥੇ ਜਾ ਕੇ ਲੜਦੇ ਆ ਸ਼ਹੀਦੀਆਂ ਆਪਾਂ ਪਾਵਾਂਗੇ ਤੇ ਸੂਬੇਦਾਰੀ ਦੀ ਜਿਹੜੀ ਮੌਜ ਆ ਉਹ ਫਿਰ ਦੀਨਾ ਬੇਗ ਲਊਗਾ। ਇਸ ਕਰਕੇ ਆਪਾਂ ਦੀਨਾ ਬੇਗ ਨੂੰ ਕਹਿੰਦੇ ਵੀ ਪਹਿਲਾਂ ਬੁਲਾਈਏ। ਸਿੰਘ ਕਹਿੰਦੇ ਆਪਾਂ ਪਹਿਲਾਂ ਨਹੀਂ ਗਾਂਹ ਜਾਣਾ, ਪਹਿਲਾਂ ਦੀਨਾ ਬੇਗ ਨੂੰ ਕਹਿਣਾ ਵੀ ਆਪਣਾ ਜ਼ੋਰ ਲਾ ਕੇ ਵੇਖ ਲਾ। ਵੀ ਬਾਅਦ ਵਿੱਚ ਹੰਕਾਰ ਵਿੱਚ ਆ ਕੇ ਕਹਿਣਾ ਸੀ ਉਹਨੇ ਵੀ ਇਹ ਤਾਂ ਮੈਂ ਇਕੱਲੇ ਨਹੀਂ ਜਿੱਤ ਲੈਣੀ ਸੀ ਜਲੰਧਰ ਦੀ ਸੂਬੇਦਾਰੀ, ਵੀ ਸਿੰਘਾਂ ਦੀ ਤੇ ਲੋੜ ਹੀ ਨਹੀਂ ਸੀ। ਸਿਆਣੇ ਸਿੰਘ ਕਹਿਣ ਲੱਗੇ ਵੀ ਪਹਿਲਾਂ ਦੀਨਾ ਬੇਗ ਨੂੰ ਮੌਕਾ ਦਈਏ ਵੀ ਤੂੰ ਆਪਣਾ ਜ਼ੋਰ ਲਾ ਕੇ ਵੇਖ ਲਾ। ਕਿਉਂਕਿ ਗੁੰਮਰਾਹ ਹੁੰਦਾ ਹੈ ਬੰਦਾ, ਗੁੰਮਰਾਹੀ ਹੁੰਦੀ ਹੈ, ਭੁਲੇਖਾ ਹੁੰਦਾ ਹੈ ਵੀ ਮੈਂ ਤਾਂ ਆਹ ਕੰਮ ਕਰ ਲੈਣਾ ਸੀ ਤੇ ਫੇਰ ਜੋ ਕਹਿੰਦੇ ਵੀ ਆਪਾਂ ਝੂਠੇ ਪਵਾਂਗੇ। ਉਹਨੇ ਕਹਿਣਾ ਵੀ ਮੈਨੂੰ ਤੇ ਸਿੰਘਾਂ ਦੀ ਲੋੜ ਹੀ ਨਹੀਂ ਸੀ, ਮੈਂ ਤਾਂ ਆਪੇ ਹੀ ਜਲੰਧਰ ਜਿੱਤ ਲੈਣਾ ਸੀ। ਜੇ ਆਪਾਂ ਜਾ ਕੇ ਜਿੱਤ ਲਿਆ ਨਾ ਤੇ ਉਹਨੇ ਉਲਟੀਆਂ ਗੱਲਾਂ ਕਰਨੀਆਂ, ਖਾਲਸਾ ਜੀ ਤੁਹਾਡੀ ਤੇ ਲੋੜ ਹੀ ਨਹੀਂ ਸੀ, ਮੈਂ ਤੇ ਆਪੇ ਕੰਮ ਕਰ ਲੈਣਾ। ਸਿੰਘ ਕਹਿੰਦੇ ਵੀ ਇਸ ਕਰਕੇ ਉਹਦੀ ਗੁੰਮਰਾਹੀ ਜਿਹੜਾ ਉਹਨੂੰ ਭਰਮ ਭੁਲੇਖਾ ਹੈ ਨਾ ਉਹ ਵੀ ਉਹਦੀ ਹਵਾ ਜੀ ਵੀ ਨਿਕਲ ਜਾਏਗੀ। ਇਸ ਕਰਕੇ ਦੀਨਾ ਬੇਗ ਨੂੰ ਪਹਿਲਾਂ ਆਪਾਂ ਲੜਾਉਣਾ ਹੈ ਵੀ ਪਹਿਲਾਂ ਤੂੰ ਲੜ ਜਲੰਧਰ ਦੇ ਪਠਾਣਾ ਨਾਲ। ਤੇ ਪਿੱਛੋਂ ਫਿਰ ਕਹਿੰਦੇ ਵੀ ਜਦੋਂ ਆਪਣੀ ਲੋੜ ਪਈ ਤੇ ਆਪਾਂ ਧਾ ਕੇ ਨਾ ਗਿਲਜਿਆਂ ਨੂੰ ਮਾਰਾਂਗੇ, 7-7 7.5 ਫੁੱਟ ਪਠਾਣਾ ਦੇ ਸਿਰ ਵੱਡਾਂਗੇ। ਏਦਾਂ ਸਿੰਘਾਂ ਨੇ ਸਲਾਹ ਕੀਤੀ। ਸਿਆਣੇ ਸਿੰਘ ਜਿਹੜੇ ਹੁੰਦੇ ਆ ਇਹ ਬੜੀ ਜੁਗਤੀ ਹੁੰਦੀ ਹੈ। ਅਕਾਲ ਕਰਕੇ ਬਹੁਤੇ ਸਿੰਘ ਜਿਹੜੇ ਆ ਨਾ ਹਰ ਵੇਲੇ ਚਾਹੁੰਦੇ ਵੀ ਜਾ ਪਈਏ, ਨਹੀਂ ਜੁਗਤੀ ਵੀ ਹੁੰਦੀ ਹੈ। ਉਹ ਜਿਹੜੇ ਕਾਲੇ ਸੀ ਉਹਦੇ ਸਿੱਧਾ ਜਲੰਧਰ ਨੂੰ ਉਤਰੇ, ਪਰ ਸਿਆਣੇ ਸਿੰਘਾਂ ਨੇ ਰੋਕਿਆ ਵੀ ਆਪਾਂ ਮਗਰੋਂ ਜਾਵਾਂਗੇ। ਇਧਰੋਂ ਦੀਨਾ ਬੇਗ ਨੂੰ ਪਤਾ ਲੱਗਾ ਵੀ ਮੇਰੇ ਡੇਰੇ ਦੇ ਲਾਗੇ ਖਾਲਸਾ ਪੰਥ ਆਣ ਉਤਰਿਆ ਏ। ਇਹਨੇ ਜਾਣ ਲਿਆ ਵੀ ਜਿਹੜੇ ਸਿੰਘ ਆ ਗਏ ਆ ਨਾ ਹੁਣ ਮੇਰੇ ਮਨ ਭਾਉਂਦੀ ਗੱਲ ਹੋ ਜਾਏਗੀ, ਆ ਮੈਨੂੰ ਜਲੰਧਰ ਦਾ ਸੂਬਾ ਹੁਣ ਬਣਾ ਕੇ ਹੀ ਜਾਣਗੇ ਜੇ ਖਾਲਸਾ ਆਇਆ। ਕਿਉਂਕਿ ਖਾਲਸੇ ਦੀ ਕਲਾ ਇਹ ਜਾਣਦਾ ਸੀ, ਸਿੰਘਾਂ ਦੇ ਵਿਰੁੱਧ ਵੀ ਲੜਿਆ ਸੀ ਤੇ ਸਿੰਘਾਂ ਨੂੰ ਨਾਲ ਲੈ ਕੇ ਵੀ ਕਈ ਰਾਂ ਲੜਿਆ। ਏਦਾਂ ਜਦੋਂ ਖਾਲਸੇ ਦਾ ਦਲ ਜਲੰਧਰ ਦੇ ਨੇੜੇ ਦੀਨਾ ਬੇਗ ਦੇ ਪੜਾਅ ਤੋਂ ਕੋਈ 7-8 ਕੋਹ ਦੂਰੀ ਤੇ ਆਣ ਉਤਰਿਆ, ਇਹਨੂੰ ਹੌਸਲਾ ਹੋਇਆ ਤੇ ਫਿਰ ਇਹ ਪਹਾੜ ਤੋਂ ਉਤਰ ਕੇ ਤੇ ਜਲੰਧਰ ਵਾਲੇ ਪਾਸੇ ਨੂੰ ਥੋੜਾ ਅੱਗੇ ਹੋਇਆ। ਹੁਣ ਬੰਦੇ ਦੇ ਪਾਪ ਵੀ ਕੰਬਦੇ ਹੁੰਦੇ ਆ। ਜਦੋਂ ਸਿੰਘਾਂ ਦਾ ਆਉਣਾ ਸੁਣਿਆ ਤੇ ਇਹਨੂੰ ਹੌਸਲਾ ਵੀ ਆ ਗਿਆ ਤੇ ਹੌਸਲਾ ਕਰਕੇ ਥੋੜਾ ਅੱਗੇ ਆ ਗਿਆ ਤੇ ਫੇਰ ਡਰ ਗਿਆ। ਡਰਿਆ ਇਸ ਕਰਕੇ ਵੀ ਮੈਂ ਅੰਮ੍ਰਿਤਸਰ ਜਾ ਕੇ ਲੜਾਈ ਕੀਤੀ ਸੀ, ਬੜੇ ਸਿੰਘ ਸ਼ਹੀਦ ਹੋਏ। ਤੇ ਇੱਕ ਵਾਰ ਇਹਨੇ ਕਹਿੰਦੇ ਵੀ ਆਨੰਦਪੁਰ ਹੋਲੇ ਮਹੱਲੇ ਦੇ ਜਾਂਦੀਆਂ ਸੰਗਤਾਂ ਵੀ ਬੜੀਆਂ ਕਤਲ ਕੀਤੀਆਂ ਸਨ।
ਇਹਨੂੰ ਆਪਣੇ ਪਿਛਲੇ ਪਾਪ ਚੇਤੇ ਆਏ ਵੀ ਇਦਾਂ ਨਾ ਹੋਵੇ ਵੀ ਮੈਂ ਸਿੰਘਾਂ ਨੂੰ ਮਿਲਣ ਜਾਵਾਂ ਤੇ ਉਹ ਕੋਈ ਪਿਛਲਾ ਗੁੱਸਾ ਚੇਤੇ ਕਰਕੇ ਤੇ ਮੇਰਾ ਹੀ ਸਿਰ ਨਾ ਵੱਢਦੇ ਹੋਣ। ਦੀਨਾ ਬੇਗ ਡਰ ਗਿਆ ਨਵਾਬ। ਜਾਓ ਭਈ ਵਡਭਾਗ ਸਿੰਘ ਸੋ ਉਨ ਸਭ ਕਹੀ। ਇਹ ਬਾਬੇ ਵਡਭਾਗ ਸਿੰਘ ਕੋਲ ਆਇਆ, ਕਹਿੰਦਾ ਗੱਲ ਇਦਾਂ ਹੈ ਵੀ ਮੇਰੀ ਸਿੰਘਾਂ ਨਾਲ ਕਈ ਵਾਰ ਲੜਾਈ ਲੜੂਈ ਹੋਈ ਪਹਿਲਾਂ, ਵੀ ਇਹ ਨਾ ਹੋਵੇ ਵੀ ਉਹ ਪਿਛਲੀ ਗੱਲ ਯਾਦ ਕਰਕੇ ਤੇ ਮੈਨੂੰ ਹੀ ਮਾਰ ਦੇਣ। ਗੁਰੂ ਕਹਿਓ ਤੂੰ ਡਰ ਕਿਛ ਨਹੀਂ। ਵਡਭਾਗ ਸਿੰਘ ਕਹਿਣ ਲੱਗਾ ਦੀਨਾ ਬੇਗ ਤੂੰ ਡਰ ਨਾ, ਜਿਹੜਾ ਪੰਥ ਹੈ ਨਾ ਇਹ ਆਪਣੀ ਜ਼ਬਾਨ ਦਾ ਪੱਕਾ ਹੈ। ਜਿੱਦਣ ਤੇਰੇ ਤੇ ਚੜ ਕੇ ਆਉਣਗੇ ਉਦਣ ਤੇ ਨਹੀਂ ਮੈਂ ਕਹਿ ਸਕਦਾ ਵੀ ਤੂੰ ਬਖਸ਼ਿਆ ਜਾਏਗਾ, ਪਰ ਜਿੱਦਣ ਹੁਣ ਤੇਰੇ ਵਾਸਤੇ ਚੜ ਕੇ ਆਏ ਆ ਤੇ ਹੁਣ ਤੇਰੀ ਮਦਦ ਇਹ ਕਰਨਗੇ। ਵਡਭਾਗ ਸਿੰਘ ਤੇ ਧੀਰ ਧਰਾਈ। ਵਡਭਾਗ ਸਿੰਘ ਬਾਬੇ ਨੇ ਹੌਸਲਾ ਦਿੱਤਾ ਦੀਨਾ ਬੇਗ ਨੂੰ ਵੀ ਪੰਥ ਜਿਹੜਾ ਹੈ ਏਦਾਂ ਦਗਾ ਨਹੀਂ ਕਰਦਾ, ਵੀ ਇਹ ਨਹੀਂ ਵੀ ਹੁਣ ਤੇਰੀ ਮਦਦ ਤੇ ਆਏ ਤੈਨੂੰ ਮਾਰ ਜਾਣਗੇ, ਇਹ ਕੰਮ ਨਹੀਂ ਕਰਨਗੇ ਸਿੰਘ। ਆਇਓ ਮੈਂ ਖਾਲਸੇ ਪਾਈ। ਜਦੋਂ ਇਦਾਂ ਐਨ ਪੂਰਾ ਇਹਦਾ ਦਿਲ ਦਾ ਡਰ ਡੁਰ ਜਿਹਾ ਬਾਬੇ ਵਡਭਾਗ ਸਿੰਘ ਨੇ ਕੱਢਿਆ ਤੇ ਫਿਰ ਜਿੱਥੇ ਦਲ ਪੰਥ ਉਤਰਿਆ ਸੀ ਖਾਲਸੇ ਦਾ, ਦੀਨਾ ਬੇਗ ਜੰਗ ਦੀ ਸਲਾਹ ਕਰਨ ਵਾਸਤੇ ਉੱਥੇ ਸਿੰਘਾਂ ਦੇ ਕੋਲ ਆਇਆ। ਹੋਰ ਸ਼ਾਮ ਸਿੰਘ ਜੱਸਾ ਸਿੰਘੇ ਮੁਗਲ ਲਿਓ ਮੇਦਾਏ। ਉਸ ਵੇਲੇ ਜਥੇਦਾਰ ਬਾਬਾ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਰੋਵਾਲੀਆ ਇਹ ਦੋਵੇਂ ਜਥੇਦਾਰ ਮੁਖੀ ਸਨ ਸਿੰਘਾਂ ਦੇ ਵਿੱਚੋਂ। ਤੇ ਜਦੋਂ ਮੁਗਲ ਆਇਆ, ਜਦੋਂ ਦੀਨਾ ਬੇਗ ਆਇਆ ਖਾਲਸੇ ਦੀ ਸ਼ਰਨ ਤੇ ਇਹਨੂੰ ਆਪਣੇ ਨਾਲ ਮੇਲ ਲਿਆ, ਆਪਣੇ ਕੋਲ ਬਿਠਾ ਲਿਆ। ਨਜਰਾਨਾ ਖਾਲਸੇ ਲਿਓ ਔ ਪਛਲਾਈ ਤਨਖਾਹੇ। ਅੱਜ ਕੁਝ ਖਾਲਸੇ ਨੂੰ ਨਜਰਾਨਾ ਭੇਟ ਕੀਤਾ, ਮਾਇਆ ਦਿੱਤੀ ਰਸਤਾਂ ਬਸਤਾਂ ਵਾਸਤੇ, ਤੇ ਕੁਝ ਪੰਥ ਨੇ ਤਨਖਾਹ ਲਾਈ, ਇਹਨੂੰ ਸਜ਼ਾ ਲਾਈ। ਹੋਰ ਤਬ ਨਵਾਬ ਖਾਲਸੇ ਕਹੀ ਹਮ ਤੁਮ ਗੁਰ ਕੀ ਆਸ। ਨਵਾਬ ਦੀਨਾ ਬੇਗ ਕਹਿਣ ਲੱਗਾ ਖਾਲਸਾ ਜੀ ਮੈਨੂੰ ਤੁਹਾਡੀ ਤੇ ਤੁਹਾਡੇ ਗੁਰੂ ਪਾਤਸ਼ਾਹ ਦੀ ਆਸ ਆ ਹੁਣ, ਹੋਰ ਮੈਨੂੰ ਤੇ ਕੋਈ ਸਹਾਰਾ ਨਹੀਂ ਦਿਖਦਾ ਜਿਹੜਾ ਮੈਨੂੰ ਜਲੰਧਰ ਦੀ ਸੂਬੇਦਾਰੀ ਦਵਾ ਦਵੇ। ਮੇਰੇ ਮਾਰੋ ਕਾਬਲੀ ਹਮ ਤੁਮ ਕੰਮ ਹੋਏ ਰਾਸ। ਤੇ ਚਲੋ ਆਪਾਂ ਹੁਣ ਰਾਤ ਬਤੀਤ ਹੋਵੇ ਤੇ ਸਵੇਰੇ ਤੜਕੇ ਚੜ ਕੇ ਤੇ ਜਲੰਧਰ ਤੇ ਹਮਲਾ ਕਰਕੇ ਜਿਹੜੇ ਕਾਬਲ ਦੇ ਪਠਾਨ ਨੇ ਇਹਨਾਂ ਨੂੰ ਮਾਰ ਲਈਏ, ਸਾਡਾ ਵੀ ਕੰਮ ਸਬਰ ਜੇ ਤੇ ਤੁਹਾਡਾ ਵੀ ਸਬਰ ਜੇ। ਭਾਵ ਵੀ ਮੈਂ ਜਲੰਧਰ ਦਾ ਸੂਬਾ ਬਣ ਜਾ ਤੇ ਤੁਸੀਂ ਪਠਾਣਾ ਨੂੰ ਮਾਰ ਕੇ ਤੇ ਥੰਮ ਸਾਹਿਬ ਦੀ ਸੇਵਾ ਕਰ ਲਵੋ। ਜਾਓ ਭਈ ਤਬ ਖਾਲਸੇ ਜਾਓ ਹਸ ਪਈ। ਇਦਾਂ ਕਹਿੰਦੇ ਜੰਗ ਦੀ ਤਿਆਰੀ ਦੀ ਸਲਾਹ ਹੋ ਰਹੀ ਸੀ ਤੇ ਉਸ ਵੇਲੇ ਨਾ ਬਾਬਾ ਜੱਸਾ ਸਿੰਘ ਤੇ ਹੋਰ ਸ਼ਿਆਮ ਸਿੰਘ ਆਦਿਕ ਹਾਸ ਰਸ ਵਿੱਚ ਆ ਗਏ ਤੇ ਹੱਸਦੇ ਹੋਇਆਂ ਕਹਿਣ ਲੱਗੇ ਨਵਾਬ ਸਾਹਿਬ ਗੱਲ ਏਦਾਂ ਹੈ, ਆਪ ਤੁਮ ਰਲ ਮਿਲ ਲੜਨੋ ਨਹੀਂ। ਕਹਿੰਦੇ ਇਹ ਗੱਲ ਤਾਂ ਠੀਕ ਆ ਵੀ ਆਪਾਂ ਜਲੰਧਰ ਦੇ ਪਠਾਣਾ ਨਾਲ ਸਵੇਰੇ ਲੜਾਈ ਕਰਨੀ ਹੈ, ਪਰ ਸਾਡੇ ਸਿੰਘ ਤੇਰੀਆਂ ਫੌਜਾਂ ਦੇ ਵਿੱਚ ਮਿਲ ਕੇ ਲੜ ਨਹੀਂ ਸਕਦੇ, ਆਪਾਂ ਇਕੱਠੇ ਲੜਾਈ ਨਹੀਂ ਕਰ ਸਕਦੇ। ਖਾਲਸੇ ਉੱਠੇ ਤਲਵਾਰ। ਉਹਨੇ ਹੈਰਾਨੀ ਜੀ ਜ਼ਾਹਰ ਕੀਤੀ, ਕਹਿੰਦੇ ਬਾਬਾ ਜੀ ਕਿਉਂ ਨਹੀਂ ਲੜ ਸਕਦੇ, ਆਪਾਂ ਇਕੱਠੇ ਤੇ ਜੰਗ ਕਰਨ ਵਾਸਤੇ ਹੁਣ ਆਏ ਆ। ਤੇ ਸਿੰਘ ਕਹਿਣ ਲੱਗੇ ਵੀ ਗੱਲ ਇਦਾਂ ਹੈ ਵੀ ਜਦੋਂ ਖਾਲਸਾ ਮਿਆਨ ਚੋਂ ਤਲਵਾਰ ਕੱਢ ਲੈਂਦਾ ਹੈ ਨਾ, ਜਦੋਂ ਸਿੰਘ ਜੋਸ਼ ਵਿੱਚ ਆ ਜਾਂਦੇ ਆ, ਜਦੋਂ ਸਿੰਘਾਂ ਨੇ ਚੰਡੀ ਦੀ ਵਾਰ ਦਾ ਕੀਤਾ ਹੋਵੇ, ਪਾਠ ਸੋਧਿਆ ਹੋਵੇ ਅਰਦਾਸਾ, ਤੇ ਜਦੋਂ ਮਿਆਨ ਚੋਂ ਤਲਵਾਰ ਧੂ ਲੈਂਦੇ ਹਨ, ਪਛਾਣ ਸਭ ਹੋਏ ਹੈ ਮਾਰ। ਕਹਿੰਦੇ ਫੇਰ ਬਿਨਾਂ ਪਛਾਣ ਤੋਂ ਜਿਹੜਾ ਅੱਗੇ ਆ ਗਿਆ ਸਾਰਿਆਂ ਦੇ ਨਾਲ ਸਿਰ ਵੱਢੀ ਜਾਣੇ ਆ। ਕਹਿੰਦੇ ਗੱਲ ਇਹ ਹੈ ਵੀ ਤੁਸੀਂ ਤੇ ਆ ਜਿਹੜੇ ਜਲੰਧਰ ਵਾਲੇ ਹੈਗੇ ਤੇ ਰੋਡੇ ਮੋਢੇ ਜੇ ਇੱਕੋ ਜੇ, ਸਾਨੂੰ ਕਿੱਦਾਂ ਪਤਾ ਲੱਗੇਗਾ ਵੀ ਅਸੀਂ ਕਿਹਦੀ ਮਦਦ ਆਏ ਆ ਤੇ ਕਿਹਨਾਂ ਦੇ ਵਿਰੁੱਧ ਆਏ ਆ। ਗੱਲ ਇਹ ਆ ਵੀ ਇੱਕ ਰਾਤ ਤੇਗ ਜਦੋਂ ਕੱਢ ਲਈ ਸਿੰਘਾਂ ਨੇ ਫੇਰ ਸਿਰ ਵੱਢੀ ਜਾਣੇ ਆ, ਭਾਵੇਂ ਉਹ ਜਲੰਧਰ ਦੇ ਸੂਬੇ ਦੀ ਫੌਜ ਹੋਵੇ ਤੇ ਭਾਵੇਂ ਤੇਰੀ ਫੌਜ ਹੋਵੇ, ਆਪਣਾ ਇਸ ਕਰਕੇ ਇਕੱਠਿਆਂ ਜੰਗ ਕਰਨਾ ਔਖਾ ਏ। ਸਿੰਘਾਂ ਨੇ ਜਦੋਂ ਤੇਗ ਕੱਢ ਲਈ ਇਹਨਾਂ ਦੇ ਸਿਰ ਹੀ ਵੱਢਣਾ। ਮੁੜ ਕੇ ਆਖੀ ਵੀ ਖਾਲਸਾ ਜੀ ਮੇਰੀ ਫੌਜ ਕਿਉਂ ਮਾਰੀ ਜਾਂਦੇ ਹੋ, ਰੋਡੇ ਮੋਢੇ ਜੇ ਕਹਿੰਦੇ ਇੱਕੋ ਜਿਹੇ ਲੱਗਦੇ, ਸਾਨੂੰ ਕੀ ਪਤਾ ਲੱਗੂਗਾ ਵੀ ਆ ਤੇਰੇ ਨਾਲ ਦੇ ਸਿਪਾਹੀ ਆ ਜਾਂ ਪਠਾਣਾ ਨਾਲ ਦੇ ਹਨ। ਨਵਾਬ ਨੇ ਅਸਤਰ ਰਾਈ। ਉਸ ਵੇਲੇ ਫਿਰ ਨਵਾਬ ਕਹਿਣ ਲੱਗਾ ਹੱਥ ਜੋੜ ਕੇ, ਕਹਿੰਦੇ ਖਾਲਸਾ ਜੀ ਫਿਰ ਤੁਸੀਂ ਹੁਕਮ ਦੱਸ ਦਿਓ ਵੀ ਕੀ ਕਰਨਾ ਚਾਹੀਦਾ। ਤੇ ਜਿੱਥੇ ਦਲ ਪੰਥ ਉਤਰਿਆ ਸੀ ਨਾ ਉੱਥੇ ਹੀ ਕਣਕਾਂ ਲੱਗੀਆਂ ਸਨ, ਹਜੇ ਛਿੱਟੇ ਪਏ ਸੀ, ਹਰੇ ਸੀ ਛਿੱਟੇ। ਤੇ ਕਹਿਣ ਲੱਗੇ ਇੱਕ ਸਿੱਟਾ ਕੱਢ ਕੇ ਬਾਬਾ ਜੱਸਾ ਸਿੰਘ ਕਹਿੰਦੇ ਵੀ ਇਦਾਂ ਕਰ ਲੋ ਵੀ ਉੱਦਾਂ ਰੋਡੇ ਭੋਡਿਆਂ ਦੀ ਪਛਾਣ ਸਿੰਘਾਂ ਨੂੰ ਹੋਣੀ ਨਹੀਂ ਹੈ, ਵੀ ਤੇਰੇ ਬੰਦੇ ਵੱਢੇ ਜਾਣੇ, ਇਦਾਂ ਕਰੋ ਵੀ ਜਿਹੜੀ ਤੇਰੀ ਫੌਜ ਹੈ ਨਾ ਆ ਕਣਕ ਦਾ ਜਿਹੜਾ ਸਿੱਟਾ ਉਹਦੇ ਸਿਰ ਦੇ ਉੱਤੇ ਬੰਨ੍ਹ ਦੇ, ਜਿੱਦੋਂ ਸਾਨੂੰ ਪਛਾਣ ਆਊਗੀ ਵੀ ਜਿਨ੍ਹਾਂ ਦੀ ਅਸੀਂ ਮਦਦ ਆਏ ਆ ਉਹਨਾਂ ਦੇ ਸਿਰ ਦੇ ਉੱਤੇ ਕਣਕ ਦੇ ਸਿੱਟੇ ਆ, ਤੇ ਜਿਨ੍ਹਾਂ ਨੂੰ ਮਾਰਨਾ ਵੀ ਉੱਦਾਂ ਰੋਡੇ ਭੋਡੇ ਆ, ਫੇਰ ਤੁਹਾਡਾ ਬਚਾਅ ਹੋ ਸਕਦਾ।
ਇਹ ਗੱਲ ਸੁਣ ਕੇ ਤੇ ਫਿਰ ਦੀਨਾ ਬੇਗ ਨੇ ਗੱਲ ਮੰਨ ਲਈ। ਹਮਾਰੀ ਫੌਜ ਸਿਰ ਟੰਗੇ ਹਰਿਆਈ। ਕਹਿੰਦੇ ਖਾਲਸਾ ਜੀ ਇਹ ਗੱਲ ਹੈ ਫਿਰ ਵੀ ਇਹ ਵਧੀਆ ਵੇਲੇ ਪਹਿਲਾਂ ਹੀ ਤੁਸੀਂ ਮੈਨੂੰ ਦੱਸਦਾ, ਨਹੀਂ ਤੇ ਕੱਲ ਨੂੰ ਮੇਰੇ ਬੰਦੇ ਨਾ ਮਾਰੇ ਜਾਂਦੇ। ਕਹਿੰਦੇ ਜਿਵੇਂ ਤੁਹਾਡਾ ਹੁਕਮ ਹੈ, ਜਿੰਨੀ ਮੇਰੀ ਫੌਜ ਹੈ ਉਹ ਆਪਣੇ ਸਿਰ ਦੇ ਉੱਤੇ ਕਣਕ ਦੇ ਸਿੱਟੇ ਬੰਨ੍ਹ ਲੈਣਗੇ। ਅਬੇ ਖਾਲਸੇ ਲਈ ਸਮਾਨ। ਉਸ ਵੇਲੇ ਫਿਰ ਖਾਲਸੇ ਨੇ ਹਾਮੀ ਭਰਤੀ ਵੀ ਚਲੋ ਸਵੇਰੇ ਚੜ੍ਹਦੇ ਆ। ਕਹਿੰਦੇ ਜਿੱਦਾਂ ਤੂੰ ਕਹਿੰਦਾ ਉਵੇਂ ਹਮਲਾ ਕਰਾਂਗੇ। ਹਮ ਛਾਟਾਂ ਜੋ ਤੁਮੈ ਪਹਿਚਾਨ। ਕਹਿੰਦੇ ਆਹ ਗੱਲ ਠੀਕ ਹੈ ਵੀ ਹੁਣ ਜਿਹੜੀ ਜਿਨ੍ਹਾਂ ਨੇ ਸਿੱਟੇ ਬੰਨੇ ਹੋਣਗੇ ਉਹ ਪਛਾਣ ਕੇ ਛੱਡ ਦਿਆ ਕਰਾਂਗੇ, ਜਿਹਦੇ ਸਿਰ ਤੇ ਸਿੱਟਾ ਨਾ ਹੋਇਆ ਉਹਨੂੰ ਵੱਢ ਦਿਆ ਕਰਾਂਗੇ। ਆਪਣੇ ਸਿਪਾਹੀਆਂ ਨੂੰ ਪੱਕੇ ਕਰ ਲਿਓ ਵੀ ਧਾਗੇ ਨਾਲ ਰੱਸੀ ਨਾਲ ਜਿਵੇਂ ਵੀ ਘੁੱਟ ਕੇ ਆਪਣੇ ਸਿਰਾਂ ਦੇ ਬੰਨ੍ਹ ਕੇ ਰੱਖਿਓ। ਜਿਹਦੇ ਸਿਰ ਦੇ ਉੱਤੇ ਕਣਕ ਦਾ ਸਿੱਟਾ ਨਾ ਹੋਇਆ ਉਹਦਾ ਅਸੀਂ ਲਿਹਾਜ਼ ਨਹੀਂ ਕਰਨਾ, ਉਹਦਾ ਸਿਰ ਦਵਾਣੇ ਵਾਂਗ ਵੱਢ ਕੇ ਸੁੱਟ ਦੇਣਾ ਜੇ। ਦੋਹਰਾ ਸੋ ਕੀਨੋ ਪ੍ਰਾਤੀ ਉਠ ਸਿਰ ਪਰ ਕਣਕ ਟੰਗਾਏ। ਉਹ ਦੀਨਾ ਬੇਗ ਨੇ ਖਾਲਸੇ ਦਾ ਪਤਾ ਸੀ ਵੀ ਸਿੰਘ ਸੱਚ ਬੋਲਦੇ, ਬਚਨ ਭਾਵੇਂ ਹਾਸੇ 'ਚ ਕਿਹਾ ਸੀ, ਗੱਲ ਵੀ ਠੀਕ ਸੀ ਵੀ ਰੋਡੇ ਭੋਡੇ ਦੋਵੇਂ ਪਾਸੇ ਵੀ ਪੈਂਦੇ, ਪਤਾ ਕਿਵੇਂ ਲੱਗੇ ਵੀ ਦੁਸ਼ਮਣ ਕਿਹੜਾ ਹੈ ਤੇ ਜਿਹਦੇ ਨਾਲ ਆਏ ਉਹ ਕਿਹੜਾ ਹੈ। ਤੇ ਉਹਨੇ ਉਹ ਗੱਲ ਮੰਨੀ ਤੇ ਜਾ ਕੇ ਸਾਰੀ ਫੌਜ ਨੂੰ ਕਣਕ ਦੇ ਸਿੱਟੇ ਵੱਢ ਕੇ ਲਿਆ ਕੇ ਕਹਿੰਦਾ ਵੀ ਆਪੋ ਆਪਣੇ ਸਿਰਾਂ ਦੇ ਬੰਨ੍ਹ ਲਓ, ਤੇ ਜੇ ਕਿਸੇ ਦੇ ਸਿਰ ਤੇ ਨਾ ਹੋਇਆ, ਜੇ ਕਿਸੇ ਸਿੰਘ ਨੇ ਵੱਢਤਾ ਤੇ ਮੁੜ ਕੇ ਮੈਨੂੰ ਨਾ ਆਖਿਓ ਵੀ ਖਾਲਸਾ ਸਾਡੇ ਬੰਦੇ ਮਾਰੀ ਜਾਂਦਾ ਏ। ਮੇਰਾ ਕੀਨੋ ਪੂਛ ਤਬ ਦਈ ਲੜਾਈ ਪਾਏ। ਇਹ ਤਾਂ ਸਾਰਿਆਂ ਦੇ ਸਿਰਾਂ ਦੇ ਉੱਤੇ ਕਣਕ ਦੇ ਸਿੱਟੇ ਬੰਨ੍ਹ ਕੇ ਨਿਸ਼ਾਨੀ ਲਾ ਦੀ ਵੀ ਇਹ ਦੀਨਾ ਬੇਗ ਦੀ ਫੌਜ ਹੈ। ਤੇ ਫੌਜ ਨੇ ਫਿਰ ਲੜਾਈ ਕਰਨ ਦੇ ਲਈ ਜਲੰਧਰ ਵਾਲੇ ਪਾਸੇ ਨੂੰ ਕੂਚ ਕੀਤਾ ਤੇ ਜਾ ਕੇ ਨਗਾਰੇ ਵਜਾਏ ਤੇ ਪਠਾਣਾਂ ਨਾਲ ਯੁੱਧ ਸ਼ੁਰੂ ਹੋ ਗਿਆ। ਜਾਓ ਭਈ ਉਹਨੇ ਆ ਗਏ ਜੋ ਜੁਗਤ ਬਣਾਈ। ਅੱਗੇ ਪਠਾਨ ਜਿਹੜੇ ਸੀ ਉਹ ਵੀ ਤਗੜੇ ਸੂਰਮੇ ਸੀ, ਉਹਨਾਂ ਤਗੜੀ ਜਿਹੜੀ ਜੁਗਤ ਬਣਾਈ, ਜਕੜਬੰਦ ਲਾਏ ਹੋਏ ਸੀ ਜੰਗ ਕਰਨ ਵਾਸਤੇ। ਮੋਰੇ ਮੋਰਚੇ ਬੰਦਿਓ ਆਏ। ਉਹਨਾਂ ਜਲੰਧਰ ਤੋਂ ਬਾਹਰ ਹੀ ਆ ਕੇ ਤੇ ਤਗੜਾ ਮੋਰਚਾ ਲਾਇਆ ਸੀ ਵੀ ਜਦੋਂ ਫੌਜ ਚੜ ਕੇ ਆਵੇ ਤੇ ਇਹਨਾਂ ਨੂੰ ਰੋਕਣਾ ਕਿਵੇਂ ਹੈ। ਲੋਕ ਖਾਨੇ ਕੀਓ ਆਗੇ ਜੋਰ। ਜਿੰਨੀਆਂ ਵੀ ਤੋਪਾਂ ਸੀ ਉਹ ਸਾਰੀਆਂ ਅੱਗੇ ਜੋੜ ਦਿੱਤੀਆਂ ਵੀ ਜੇ ਸਾਹਮਣੇ ਕੋਈ ਆਵੇਗਾ ਵੈਰੀ ਤੇ ਅਸੀਂ ਤੋਪਾਂ ਦੇ ਗੋਲਿਆਂ ਨਾਲ ਡਾ ਦੇਾਂਗੇ। ਕੋਈ ਤਰਫ ਕੀ ਜਬੂਰਨ ਕੋਰ। ਤੇ ਸੱਜੇ ਤੇ ਖੱਬੇ ਪਾਸੇ ਵੱਲ ਨੂੰ ਜਿਹੜੀਆਂ ਨਿੱਕੀਆਂ ਤੋਪਾਂ ਹੁੰਦੀਆਂ ਉਹਨਾਂ ਦੇ ਮੂੰਹ ਕਰਤੇ ਵੀ ਕੋਈ ਸੱਜੇ ਖੱਬੇ ਵੀ ਆ ਕੇ ਸਾਡੇ ਤੇ ਹਮਲਾ ਨਾ ਕਰੇ। ਫੌਜ ਸਵਾਰੀ ਰਹੀ। ਤੇ ਵਿਚਲੇ ਪਾਸੇ ਜਿਹੜੀ ਫੌਜ ਦੀ ਸਵਾਰੀ ਸੀ, ਘੋੜੇ ਘੋੜ ਸਵਾਰ ਪੈਦਲ ਸਾਰੇ ਵਿਚਕਾਰ, ਸਾਹਮਣੇ ਤੋਪਾਂ, ਸੱਜੇ ਖੱਬੇ ਛੋਟੀਆਂ ਤੋਪਾਂ, ਤੇ ਉਹਨਾਂ ਦੇ ਪਹਿਰੇ ਦੇ ਵਿੱਚ ਪਠਾਣਾਂ ਦੀ ਸਰਬਲੰਦ ਖਾਨ ਦੀ ਫੌਜ ਸੀ। ਇਸ ਵਿੱਚ ਲੜਾਈ ਕੀਤੀ ਸਹੀ। ਇਸ ਤਰ੍ਹਾਂ ਕਹਿੰਦੇ ਬੜੇ ਸਹੀ ਢੰਗ ਦੇ ਨਾਲ, ਬੜੀ ਜੁਗਤੀ ਦੇ ਨਾਲ ਇਹਨਾਂ ਲੜਾਈ ਸ਼ੁਰੂ ਕਰ ਦਿੱਤੀ। ਨਵਾਬ ਦੀ ਫੌਜ ਚੜਾਈ। ਉਧਰੋਂ ਨਵਾਬ ਦੀਨਾ ਬੇਗ ਉਹ ਵੀ ਫੌਜ ਲੈ ਕੇ ਅੱਗੇ ਆ ਗਏ ਨੇ। ਕਿਹਾ ਸੀ ਸਿੰਘਾਂ ਨੂੰ ਵੀ ਮੈਂ ਪਹਿਲਾਂ ਜਾ ਕੇ ਲੜਾਂਗਾ, ਪਰ ਗਿਲਜਿਆਂ ਨੇ ਤੋਪਾਂ ਦੇ ਗੋਲੇ ਮਾਰ ਕੇ ਤੇ ਜਿਹੜੀ ਫੌਜ ਅੱਗੇ ਆ ਰਹੀ ਸੀ ਉਹ ਪਿਛਾਂਹ ਮੋੜ ਦਿੱਤੀ ਉਸ ਦੀਨਾ ਬੇਗ ਨਵਾਬ ਦੇ। ਨਵਾਬ ਨੇ ਉਸੇ ਵੇਲੇ ਫਿਰ ਆਪਣੇ ਕੁਝ ਬੰਦੇ ਭੇਜੇ ਕਿ ਖਾਲਸਾ ਜੀ ਮੇਰਾ ਦੇ ਪਹਿਲੇ ਹੱਲੇ ਦੇ ਵਿੱਚ ਪੈਰ ਉਖੜ ਗਏ ਆ, ਉਹਦੇ ਗੋਲੇ ਮਾਰੀ ਜਾਂਦੇ ਆ, ਤੁਸੀਂ ਵੀ ਆਓ ਕੁਝ ਤੇ ਸਾਡੀ ਮਦਦ ਕਰੋ। ਸਿੰਘ ਅਜੇ ਮਸਤ ਹੈ। ਖਾਲਸੇ ਦਾ ਲੜਨ ਦਾ ਟਾਈਮ ਇੱਕ ਪਿਛਲੇ ਜੇ ਪੈਰ ਜੰਗ ਕਰਦੇ ਹੁੰਦੇ ਸੀ, ਜੁਗਤੀ ਬਣਾਈ ਸੀ, ਜਿਸ ਕਰਕੇ ਸਿੰਘ 2 4 5 ਸਿੰਘ ਭੇਜਦੇ ਹਨ, ਬਹੁਤੇ ਸਿੰਘ ਨਹੀਂ ਅੱਗੇ ਹਜੇ ਆਏ। ਇਧਰ ਪਠਾਣਾ ਦਾ ਜ਼ੋਰ ਪੈ ਗਿਆ ਤੇ ਦੀਨਾ ਬੇਗ ਨਵਾਬ ਦੀ ਫੌਜ ਨੂੰ ਇਹਨਾਂ ਨੇ ਅੱਗੇ ਲਾ ਕੇ ਭਜਾ ਲਿਆ, ਕਿਉਂਕਿ ਉਧਰ ਤੋਪਾਂ ਦੇ ਜੰਬੂਰਾਂ ਦੇ ਵਿੱਚੋਂ ਜਿਹੜੇ ਅੱਗ ਬਰਾਉਂਦੇ ਗੋਲੇ ਵਗ ਰਹੇ ਸੀ, ਚੱਲ ਰਹੇ ਸੀ। ਹੁਣ ਕਿਹੜਾ ਉਹਨਾਂ ਦੇ ਸਾਹਮਣੇ ਹੋਵੇ ਮਾਈ ਦਾ ਲਾਲ। ਜਦੋਂ ਨਵਾਬ ਦੀਨਾ ਬੇਗ ਦੀ ਫੌਜ ਫਿੱਕੀ ਪੈ ਗਈ, ਭਾਵ ਵੀ ਉਹਨਾਂ ਦੀਆਂ ਇੱਕ ਹਿਸਾਬ ਦੀਆਂ ਬਾਹਾਂ ਖੜੀਆਂ ਹੋ ਗਈਆਂ ਵੀ ਸਾਡੇ ਕੋਲ ਨਹੀਂ ਇਹ ਜਲੰਧਰ ਜਿੱਤਿਆ ਜਾਣਾ। ਨਵਾਬ ਦੇ ਦਿਲ ਦੇ ਵਿੱਚ ਬੜੀ ਚਿੰਤਾ ਹੋ ਗਈ, ਬੜਾ ਫਿਕਰ ਹੋ ਗਿਆ ਵੀ ਮੈਂ ਤੇ ਸੂਬਾ ਬਣਨ ਆਇਆ ਸੀ, ਇੱਥੇ ਮੇਰਾ ਕਿਤੇ ਦੁੰਬਾ ਹੀ ਨਾ ਬਣਾਉਂਦੇ ਹੋਣ। ਉਸ ਵੇਲੇ ਨਵਾਬ ਨੇ ਫਿਰ ਸਿੰਘਾਂ ਵੱਲ ਅਸਵਾਰ ਘੱਲੇ ਆਪਣੇ ਕਿ ਖਾਲਸਾ ਜੀ ਬੇਨਤੀ ਹੈ ਵੀ ਹੁਣ ਸਾਡਾ ਬਚਾਅ ਨਹੀਂ ਜੇ ਹੋਣਾ ਜੇ ਤੁਸੀਂ ਨਾ ਆਏ। ਉਹਦੇ ਸਾਨੂੰ ਮਾਰਦੇ ਹੁੰਦੇ, ਸਾਡੇ ਦੇ ਚੜੇ ਆਉਂਦੇ ਆ ਤੇ ਖਾਲਸਾ ਜੀ ਤੁਸੀਂ ਅਜੇ ਮੇਰੀ ਮਦਦ ਵਾਸਤੇ ਨਹੀਂ ਆਏ। ਕਿਉਂਕਿ ਸਿੰਘ ਚਾਹੁੰਦੇ ਸੀ ਵੀ ਨਵਾਬ ਦਾ ਭਲੇਖਾ ਚੰਗੀ ਤਰ੍ਹਾਂ ਨਿਕਲ ਜੇ ਵੀ ਕੱਲ ਨੂੰ ਇਹ ਨਾ ਆਖੇ ਵੀ ਜੰਗ ਤੇ ਮੈਂ ਜਿੱਤ ਲੈਣੀ ਸੀ ਭਾਵੇਂ ਸਿੰਘ ਨਾ ਵੀ ਆਉਂਦੇ। ਖਾਲਸੇ ਜੋ ਕਹਿਓ ਹਮ ਲੜੇ
ਵਕਤੇ ਆਓ। ਉਦੋਂ ਫਿਰ ਖਾਲਸੇ ਨੇ ਸੁਨੇਹਾ ਭੇਜਿਆ ਕਿ ਉਹਨੂੰ ਕਹੋ ਵੀ ਕੋਈ ਨਹੀਂ, ਸਮਾਂ ਲੰਘਾ ਜਿਵੇਂ ਲੰਘਦਾ ਹੈ, ਨਵਾਬ ਨੂੰ ਕਹੋ ਸਾਡਾ ਲੜਨ ਦਾ ਢੰਗ ਹੋਰ ਹੀ ਹੈ, ਅਸੀਂ ਹੋਰ ਹੀ ਤਰੀਕੇ ਨਾਲ ਲੜਾਂਗੇ। ਤੇ ਉਹਨੂੰ ਕਹੇ ਵੀ ਤੂੰ ਆਪਣਾ ਬਚਾਅ ਕਰ, ਸਾਡਾ ਹਜੇ ਲੜਨ ਦਾ ਸਮਾਂ ਨਹੀਂ ਆਇਆ, ਅਸੀਂ ਪਿਛਲੇ ਜੇ ਪੈਰ ਜੰਗ ਜੁੱਧ ਕਰਦੇ ਹੁੰਦੇ ਆ। ਦੇਗਾ ਛਕੈ ਕਾ ਕਹਿ ਫਿਰ ਕਰੇ ਸਚੇਤੇ ਤੋ। ਆ ਕਹਿੰਦੇ ਵੀ ਇਦਾਂ ਥੋੜਾ ਪਹਿਲਾਂ ਰਗੜੇ ਲਾਂਗੇ, ਸ਼ਰਦਾਈਆਂ ਛਕਾਂਗੇ, ਸ਼ਹੀਦਾਂ ਸਿੰਘਾਂ ਅੱਗੇ ਅਰਦਾਸ ਕਰਾਂਗੇ, ਸਰੀਰ ਦੀ ਕਿਰਿਆ ਸੋਧਾਂਗੇ, ਇਸ਼ਨਾਨ ਕਰਾਂਗੇ ਪਿਛਲੇ ਪੈਰ ਦਾ। ਖਾਲਸੋ ਪਕੜੋ ਜਬ ਬੰਦੇ ਔਬਾਨੀ ਕਰੇ ਉਚਾਰ। ਤੇ ਫਿਰ ਸਿੰਘ ਜਿਹੜੇ ਆ ਉਹ ਪਿਛਲੇ ਪੈਰ ਦੁਬਾਰੇ ਦਮਾਲੇ ਬੰਨਦੇ ਆ। ਖਾਲਸੇ ਨੇ ਸੁਨੇਹਾ ਭੇਜਿਆ ਵੀ ਅਸੀਂ ਸ਼ਰਦਾਈਆਂ ਦੇਗਾਂ ਰਗੜ ਕੇ ਸ਼ਹੀਦੀ ਅਰਦਾਸਾਂ ਕਰਕੇ ਛਕ ਕੇ ਗੋਲੇ ਚਲਾਉਣੇ ਆ, ਪਹਿਲਾਂ ਦੇ ਸ਼ਹੀਦਾਂ ਦਾ ਆਸਰਾ ਲੈਣਾ ਏ, ਤੇ ਫਿਰ ਸਰੀਰ ਦੀ ਚੰਗੀ ਤਰ੍ਹਾਂ ਕਿਰਿਆ ਸੋਧ ਕੇ ਮੈਦਾਨ ਜੰਗਲ ਜਾ ਕੇ ਵੀ ਜੰਗ ਵਿੱਚ ਫਿਰ ਧਿਆਨ ਕਿਤੇ ਹੋਰ ਨਾ ਰਵੇ। ਕਹਿੰਦੇ ਕੰਘਾ ਕਰਕੇ ਤੇ ਉੱਚੇ ਉੱਚੇ ਦਮਾਲੇ ਬੰਨਣੇ ਆ, ਫਿਰ ਉਹਨਾਂ ਦੇ ਉੱਤੇ ਚੰਨ ਤੋੜੇ ਲਾਉਣੇ ਆ, ਚੱਕਰ ਸਜਾਉਣੇ ਆ। ਤੇ ਐਨ ਜਦੋਂ ਕਹਿੰਦੇ ਵੀ ਤਿਆਰ ਹੋ ਗਏ, ਫਿਰ ਅਸੀਂ ਚੰਡੀ ਦੀ ਵਾਰ ਦਾ ਪਾਠ ਵੀ ਕਰਨਾ, ਅਸੀਂ ਜਾਪ ਸਾਹਿਬ ਅਕਾਲ ਉਸਤਤ ਬਾਣੀਆਂ ਪੜ੍ਹਨੀਆਂ, ਮਹਾਰਾਜ ਦਾ ਵੀ ਤੇ ਆਸਰਾ ਲੈਣਾ ਏ। ਹੋਏ ਫਤਿਹ ਜੈਕਾਰ। ਕਿਉਂਕਿ ਸਾਨੂੰ ਪਤਾ ਹੈ ਵੀ ਇਹਦਾ ਐਨ ਦੇਗ ਪਾਣੀ ਲਾ ਕੇ ਸ਼ਰਦਾਈਆਂ ਛਕ ਕੇ ਬਾਣੀ ਪੜ੍ਹ ਕੇ ਤਿਆਰ ਜਦੋਂ ਹੋ ਗਏ, ਤੇ ਫਿਰ ਸਤਿਗੁਰੂ ਸਾਡੇ ਵਿੱਚ ਆਪ ਆ ਕੇ ਖਲੋ ਜਾਂਦੇ ਆ। ਸ਼ਹੀਦੀ ਫੌਜਾਂ ਫਿਰ ਆਪ ਆਉਣਗੀਆਂ, ਤੇ ਫਿਰ ਗੁਰੂ ਸਾਹਿਬ ਤੇ ਜਦੋਂ ਸ਼ਹੀਦ ਸਿੰਘ ਸਾਡੀ ਮਦਦ ਤੇ ਆਏ, ਤੇ ਫਿਰ ਸਾਡੀ ਫਤਿਹ ਹੋਏਗੀ। ਅਸੀਂ ਉਦੋਂ ਜਕਾਰੇ ਛੱਡਦੇ ਜਾਵਾਂਗੇ। ਅਸੀਂ ਪਹਿਲਾਂ ਆਪਣੇ ਪਾਤਸ਼ਾਹ ਦੀ ਬਾਣੀ ਵੀ ਪੜ੍ਹ ਕੇ ਤੇ ਮਹਾਰਾਜ ਦੀ ਮਦਦ ਮੰਗਣੀ ਹੈ। ਇਸ ਕਰਕੇ ਸਾਡਾ ਕਹਿੰਦੇ ਲੜਨ ਦਾ ਢੰਗ ਹੋ ਰਹੀ ਹੈ। ਇਤਨੇ ਮੈਂ ਸਿੰਘ ਭਏ ਸੁਚਾਰ। ਆ ਕਹਿੰਦੇ ਸਿੰਘਾਂ ਨੇ ਤਿਆਰਾ ਵੀ ਕਿਹੜਾ ਕਿੰਨਾ ਚਿਰ ਲਾਉਣਾ ਹੁੰਦਾ ਹੈ, ਇਧਰ ਕਹਿ ਕੇ ਭੇਜਿਆ ਸੀ, ਉਧਰ ਸਿੰਘ ਤਿਆਰ ਹੋ ਗਏ। ਸਿੰਘਾਂ ਨੇ ਕਹਿੰਦੇ ਸ਼ਹੀਦੀ ਦੇਗਾਂ ਤਿਆਰ ਕੀਤੀਆਂ, ਸੋਧੇ ਅਰਦਾਸੇ ਛੱਡੇ ਗੋਲੇ, ਤੇ ਹਥਿਆਰ ਆਪਣੇ ਹੱਥਾਂ ਦੇ ਵਿੱਚ ਲੈ ਲਏ। ਜਿਹੜੇ ਨਿਹੰਗ ਸਿੰਘ ਸੀ ਕਹਿੰਦੇ ਨਾ ਮੋਹਰਾ ਲਿਆ, ਨਿਹੰਗ ਸਿੰਘ ਸਭ ਤੋਂ ਅੱਗੇ ਹੋ ਗਏ। ਸਿੰਘਾਂ ਨੇ ਜਾਣਿਆ ਵੀ ਇਹ ਸਾਡੇ ਦੀਨ ਮਜ਼ਹਬ ਦਾ ਯੋਧਾ ਹੈ, ਸਾਡੇ ਧਰਮ ਦੀ ਲੜਾਈ ਹੈ, ਵੀ ਅਸੀਂ ਦੀਨਾ ਬੇਗ ਨਵਾਬ ਦੀ ਮਦਦ ਥੋੜਾ ਆਏ ਆ, ਅਸੀਂ ਤਾਂ ਕਹਿੰਦੇ ਵੀ ਥੰਮ ਸਾਹਿਬ ਦਾ ਬਦਲਾ ਲੈਣ ਵਾਸਤੇ ਆਏ ਆ, ਸਾਡੇ ਦੇ ਧਰਮ ਦੀ ਲੜਾਈ ਹੈ। ਇਦਾਂ ਜਿਹੜੇ ਸਿੰਘ ਸੀ ਤਿਆਰ ਹੋ ਕੇ ਤੇ ਥੋੜਾ ਜਿਹਾ ਅੱਗੇ ਜਦੋਂ ਵਧੇ, ਗੁਰਜਿਆਂ ਨੇ ਜਿਹੜਾ ਸੀ ਗੋਲੇ ਮਾਰੇ, ਤੇ ਸਿੰਘਾਂ ਨੂੰ ਥੋੜਾ ਪਿਛਾਂਹ ਹੋਣਾ ਪਿਆ, ਕਿਉਂਕਿ ਖਾਲਸਾ ਜਿਹੜਾ ਸੀ ਅਜੇ ਪੈਰ ਧਰਾਵਾ ਕਰਦਾ ਸੀ ਵੀ ਚੰਗੀ ਤਰ੍ਹਾਂ ਵੇਖ ਲਈਏ ਵੀ ਇਹਨਾਂ ਗਿਲਜਿਆਂ ਦੇ ਗੋਲਿਆਂ ਦੀ ਮਾਰ ਕਿੱਥੋਂ ਕੁ ਤੀਕਰ ਹੈ। ਜਦੋਂ ਸਿੰਘ ਪਿਛਾਂਹ ਹੋਏ, ਹੁਣ ਸਿੰਘਾਂ ਦਾ ਤੇ ਢੰਗ ਹੀ ਇਹ ਹੈ ਵੀ ਪਹਿਲਾਂ ਵੈਰੀ ਨੂੰ ਇਦਾਂ ਵਿਖਾਓ ਵੀ ਇਹ ਭੱਜ ਚੱਲੇ ਆ, ਤੇ ਮੁੜ ਕੇ ਇੱਕਦਮ ਕਹਿੰਦੇ ਇਦਾਂ ਆ ਕੇ ਪੋ ਵੀ ਅਗਲਾ ਵਹਿੰਦਾ ਰਵੇ ਤੇ ਇਹਨੇ ਨੂੰ ਉਹਦਾ ਸਿਰ ਵੱਢ ਕੇ ਲਾਹ ਕੇ ਲੈ ਜਾਵੇ। ਖਾਲਸੇ ਦਾ ਢੰਗ ਹੈ। ਪਰ ਦੀਨਾ ਵੇਗ ਜਿਹੜਾ ਸੀ ਉਹਨੂੰ ਚਿੰਤਾ ਪੈ ਗਈ ਵੀ ਸਿੰਘ ਆਏ ਹੈ ਤੇ ਆ ਕੇ ਫਿਰ ਪਿਛਾਂਹ ਮੁੜ ਚੱਲੇ ਹਨ। ਕਹਿੰਦੇ ਮੈਨੂੰ ਤੇ ਇਹ ਸੀ ਵੀ ਖਾਲਸਾ ਹੋਗਾ ਦੇ ਆਉਂਦਿਆਂ ਜਕਾਰੇ ਛੱਡਦਿਆਂ ਅਕਾਲ ਹੀ ਅਕਾਲ ਕਰਦਿਆਂ ਸਰ ਬੁਲੰਦ ਖਾਨ ਦਾ ਸਿਰ ਵੱਢ ਕੇ ਲੈ ਜਾਣਗੇ, ਵੀ ਇਹਨਾਂ ਕੋਲ ਤੇ ਗੱਲ ਹਜੇ ਚੰਗੀ ਬਣੀ ਨਹੀਂ ਹੈ। ਸ਼ਾਮ ਸਿੰਘ ਕੇ ਡੇਰਿਓ ਪੈ ਗੜੀਓ ਕਰਮ ਸਿੰਘ। ਇਹਨੇ ਨੂੰ ਬਾਬਾ ਸ਼ਾਮ ਸਿੰਘ ਜੀ ਜਿਹੜੇ ਬੁੱਢੇ ਦਲ ਦੇ ਨਾਲ 12,000 ਘੋੜਾ ਲੈ ਕੇ ਰਹਿੰਦੇ ਹੁੰਦੇ ਸੀ, ਤੇ ਇਹਨਾਂ ਦੇ ਨਾਲ ਸੀ ਪੈਜਗੜ੍ਹ ਪਿੰਡ ਦਾ ਬਾਬਾ ਕਰਮ ਸਿੰਘ। ਇਹਨਾਂ ਦੇ ਸ਼ਸਤਰਾਂ ਦੇ ਦਰਸ਼ਨ ਅਕਾਲ ਤਖਤ ਸਾਹਿਬ ਕਰਾਏ ਜਾਂਦੇ ਹਨ। ਆ ਕਹਿੰਦੇ ਬਾਬਾ ਕਰਮ ਸਿੰਘ ਨਿਹੰਗ ਸਿੰਘ ਨੇ ਸਣ ਕੇ ਸੀ ਇਸ਼ਨਾਨ ਕਰਕੇ ਦਮਾਲਾ ਸਜਾਇਆ ਫਰਲੇ ਵਾਲਾ, ਐਨ ਤਿਆਰ ਹੋ ਕੇ ਹੁਣ ਚੱਲੇ ਨੇ। ਤੇ ਇਹ ਜਾ ਕੇ ਜਿਵੇਂ ਉਹਨਾਂ ਦੇ ਇੱਕ ਕਮਾਂਡਰ ਦਾ ਸਿਰ ਵੱਢ ਕੇ ਤੇ ਨਾਲ ਹੀ ਆਪ ਵੀ ਸ਼ਹੀਦੀ ਪਾਉਂਦੇ ਹਨ। ਫਿਰ ਜਿਵੇਂ ਸਿੰਘਾਂ ਦਾ ਹੱਲਾ ਹੁੰਦਾ ਏ, ਸਿੰਘ ਜਲੰਧਰ ਦੇ ਉੱਤੇ ਧਾਵਾ ਕਰਕੇ ਪੈਂਦੇ ਹਨ, ਖਾਲਸੇ ਦੀ ਫਤਿਹ ਹੁੰਦੀ ਹੈ, ਜਲੰਧਰ ਲੁੱਟਦੇ ਹਨ। ਇਹ ਪ੍ਰਸੰਗ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਇੱਦਾਂ ਇਹ ਗੁਰੂ ਪੰਥ ਖਾਲਸੇ ਦਾ ਮੱਲਾ ਮਾਰਨ ਵਾਲਾ ਇਤਿਹਾਸ ਹੈ। ਥੰਮ ਸਾਹਿਬ ਦਾ ਬਦਲਾ ਲੈਣ ਦੇ ਲਈ ਬਾਬੇ ਵਡਭਾਗ ਸਿੰਘ ਨੇ ਪੰਥ ਦੀ ਓਟ ਤੱਕੀ ਤੇ ਆਪਣੇ ਗੁਰਧਾਮਾਂ ਦੀ ਸੇਵਾ ਲਈ ਹਰ ਵੇਲੇ ਤਿਆਰ ਖਾਲਸਾ ਆਣ ਪਹੁੰਚਿਆ। ਇਹਦੇ ਜਿਵੇਂ ਸਿੰਘ ਇੱਥੇ ਲੜ ਕੇ ਸ਼ਹੀਦੀਆਂ ਵੀ ਪਾਉਂਦੇ ਆ, ਫਤਿਹ ਵੀ ਪਾਉਂਦੇ ਆ। ਇਹ ਕਥਾ ਆਉਣ ਵਾਲੇ ਸਮੇਂ ਸਰਵਣ ਕਰਾਂਗੇ। ਅਗਲੇ ਮਹੀਨੇ ਪੰਥ ਦੀ ਕਥਾ ਦੀ ਸਮਾਪਤੀ ਹੈ।
ਕੱਲ ਨੂੰ ਸਾਧ ਸੰਗਤ ਸਾਉਣ ਮਹੀਨੇ ਦੀ ਸੰਗਰਾਂਦ ਹੈ। ਵੱਧ ਚੜ ਕੇ ਆਪ ਜੀ ਨੇ ਇਸ ਸਮੇਂ ਵੀ ਹਾਜ਼ਰੀਆਂ ਭਰਨੀਆਂ। ਬਾਬਾ ਤਾਰੂ ਸਿੰਘ ਨਿਹੰਗ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ, ਉਹਨਾਂ ਨੂੰ ਵੀ ਆਪਾਂ ਨਮਸਕਾਰ ਕਰਾਂਗੇ। ਭੁੱਲਾਂ ਗਲਤੀਆਂ ਬਖਸ਼ ਲੈਣੀਆਂ। ਗੁਰੂ ਪੰਥ ਖਾਲਸਾ ਬਖਸ਼ਣਹਾਰ ਹੈ। ਸ਼ਾਮ ਸਿੰਘ ਕੇ ਡੇਰਿਓ ਪੈਦ ਗੜਿਓ ਕਰਮ ਸਿੰਘ ਤਿਨ ਸ਼ਸਤਰ ਔ ਬਸਤਰ ਸੋ ਕੀਓ ਇਸ਼ਨਾਨ ਨਿਸ਼ੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ